ਵਾਲਿਆਂ ਨੇ ਵੀ, ਉਹ ਜੱਟ ਸਾਹਿਬ ਆ ਗਏ ਸਨ ਉਹਨਾਂ ਨੇ ਵੀ, ਤੇ ਦਿਨਾਂ ਦਿਨ ਗਾਲਾਂ ਤੇ ਕਤਲ ਦੀ ਧਮਕੀਆਂ ਵੀ। ਨਹੀਂ ਉਹ ਅਕਬਰ ਸਾਹਿਬ ਗਾਲਾਂ ਨਹੀਂ ਕੱਢਦੇ, ਉਹਨਾਂ ਨੂੰ ਕੋਈ ਮਸਲਾ ਹੋਇਆ ਕਿਉਂ ਪਤਾ ਨਹੀਂ ਕੀ ਮਸਲਾ ਹੋਇਆ। ਉਹ ਬੰਦੇ ਤੇ ਵੈਸੇ ਬਰਦਾਸ਼ਤ ਵਾਲੇ ਨੇ, ਸੁਣਦੇ ਰਹਿੰਦੇ ਨੇ ਬਹਿ ਕੇ। ਸਾਡੇ ਬੰਦੇ ਜਾਇਜ਼ ਨਜਾਇਜ਼ ਲਫ਼ਜ਼ੀ ਵਿੱਚ ਬੋਲਦੇ ਰਹਿੰਦੇ ਨੇ, ਇਹੋ ਜਿਹੇ ਬੰਦੇ ਨਹੀਂ ਹਨ। ਅੱਗੇ ਵੀ ਇੱਕ ਅੱਧੀ ਵਾਰੀ ਵਾਕਿਆ, ਇੱਕ ਅੱਧੀ ਵਾਰੀ ਅੱਗੇ ਹੋਇਆ ਤੇ ਕੱਲ ਹੋਇਆ, ਲੇਕਿਨ ਉਹਦੇ ਚ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਕੋਈ ਜ਼ਿਆਦਾ ਹਾਈਲਾਈਟ ਕਰਨਾ ਚਾਹੀਦਾ। ਹੋ ਜਾਂਦਾ ਕਦੇ ਕਦੇ। ਕੋਈ ਪਤਾ ਲੱਗਿਆ ਤੁਸੀਂ ਰਿਸ਼ਤੇਦਾਰ ਹੋ ਮੇਰੇ? ਜੀ ਕੱਲ ਮੈਨੂੰ ਪਤਾ ਚੱਲਿਆ ਕਿ ਆਮਰ ਨਜ਼ੀਰ ਸਾਹਿਬ ਮੇਰੇ ਰਿਸ਼ਤੇਦਾਰ ਨੇ। ਪਹਿਲੇ ਮੈਨੂੰ ਹਸਕਾਨੀ ਸਾਹਿਬ ਨੇ ਇਹ ਦੱਸਿਆ, ਫਿਰ ਦੱਸਿਆ ਅਕਬਰ ਖਾਨ ਸਾਹਿਬ ਨੇ। ਇਹ ਕੀ ਗੱਲ ਹੈ ਆਮਰ ਨਜ਼ੀਰ ਸਾਹਿਬ? ਉਹ ਕਹਿੰਦੇ ਨੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਜਰਮਨੀ 'ਚ, ਉਹ ਸ਼ਾਇਦ ਮੇਰੇ ਉਹ ਵੀ ਰਿਸ਼ਤੇਦਾਰ ਨੇ, ਔਰ ਇਸ ਤਰ੍ਹਾਂ ਤੁਹਾਡੀ ਕੋਈ ਰਿਸ਼ਤੇਦਾਰੀ ਬਣਦੀ ਹੈ। ਨਵੀਂ ਖਬਰ ਆਈ ਕੱਲ ਤੇ। ਬਸ ਇਹ ਲਾਈਨਾਂ ਤਾਂ ਫਿਰ ਮਿਲ ਜਾਂਦੀਆਂ ਨਾ। ਇਹ ਤੇ ਹੈ ਵੀ ਅੱਲਾਹ ਤਾਲਾ ਨੇ ਵਜਅਲਨਾकुम शौअबन व क़बाइला लिताअरफ़ू इन्ना अक्रमकुम इंदल्लाहि अतक़ाकुम। तो ਇਹ ਗਰੁੱਪਿੰਗ ਦੇ ਵਿੱਚ ਬਾਅਦ ਦਫਾ ਦਿਮਾਗੀ ਤੌਰ ਤੇ ਆਦਮੀ ਰਿਸ਼ਤੇਦਾਰ ਬਣ ਜਾਂਦਾ ਹੈ, ਬਾਅਦ ਤੌਰ ਤੇ ਖੂਨੀ ਤੌਰ ਤੇ ਬਣ ਜਾਂਦਾ ਹੈ, ਕਬੀਲੇ ਦੇ ਲਿਹਾਜ਼ ਨਾਲ ਬਣ ਜਾਂਦਾ ਹੈ। ਤੇ ਇਹ ਤੇ ਗੱਲ ਹੈ। ਇਹਦਾ ਜਵਾਬ ਇਹ ਜਿਹੜਾ ਮੈਂ ਸੁਣ ਕੇ ਆ ਰਿਹਾ ਨਾ ਜੀ ਜੀ, एजाज सैयद पे प्रोग्राम करदा सी ते कहंदा है भाई जेड़ा ना अपना की ना हमजा शहबाज उन्हें मरीम नवाज नूं आख्या भी ये तीफी भट्ट नूं लियावन लगे ने दुबई तो, ते उन्हां नूं खतरा है घरदियां नूं कि उहदे नाल कोई ज़्यादती ना हो जाए। उन्होंने जो कानूनी कार्रवाई है वो खिलाफ करनी चाहिए, लेकिन ज्यादती जुल्म ना हो। तो मरीम नवाज आंदी भी तेरा उन्होंने की तलक है? वो आंदा भी ये अपने अब्बा जी नूं पुछ। हमजा शहबाज आंदा है भी ये अपने अब्बा जी नूं पुछ भी ओहदा पार्टी नाल की तलक है, ओहदे किन्ने एहसानात ने तीफी भट्ट दे साडी पार्टी ते। कहंदा भी 2 घंटे खबरां कढ के लियांदियां ने अंदरों भी 2 घंटे हमजा शहबाज दी ते मरीम नवाज दी शायद ना कोई हार्ट अटैक चलती रही। अच्छा, फिर उन्हें फोन बंद कर दिता ते एजाज सैयद आंदा मैं ये गल्लां गर्दिश करदियां सुन के ते मैसेज किया मरियम औरंगजेब नूं, भाई क्या यह गल ठीक है कि हमजा शहबाज दी ते मरियम नवाज दी कोई तलक कलामी हुई तीफी भट्ट की वजह तो? कहंदा है कि मरियम नवाज ने जवाब दिता, मरियम औरंगजेब ने जवाब दिता है पता नहीं कहाँ से ये खबरें निकाल के ले आते हैं इस तरह की। बस ਇਹਦਾ ਵੀ ਇਹੀ ਜਵਾਬ ਹੈ ਜਿਹੜੀ ਤੁਸੀਂ ਗੱਲ ਸੁਣਾਈ ਹੈ, ਇਹਦਾ ਵੀ ਇਹੀ ਜਵਾਬ ਹੈ। ਵਾਹ ਜੀ ਵਾਹ, ਬਹੁਤ ਅੱਛਾ। ਉਹਨਾਂ ਨੇ ਕੜੀ ਜੋੜੀ ਹੈ ਕਿ ਅਮਰ ਨਜ਼ੀਰ ਦੇ ਕਜ਼ਨ ਰਹਿੰਦੇ ਨੇ ਜਰਮਨੀ, ਤੇ ਇਹ ਵੀ ਜਰਮਨੀ ਰਹਿੰਦਾ। ਅਸਕਾਨੀ ਸਾਹਿਬ ਨੇ ਫਿਰ ਨਹੀਂ ਜਰਮਨੀ ਜਾ ਕੇ ਤੇ ਸਾਰੀਆਂ ਲਾਈਨਾਂ ਮਿਲ ਜਾਂਦੀਆਂ ਨਾ। ਜਰਮਨੀ ਤੇ ਜਗ੍ਹਾ ਜੋ ਐਸੀ ਹੋਈ, ਤੇ यूके ਤੇ ਜਰਮਨੀ ਇੰਝ ਹੀ ਹੈ। ਤੇ ਕਿੱਧਰ ਗਏ ਨੇ ਦੋਸਤ ਅੱਜ? ਕੋਈ ਜ਼ਾਹਿਰ ਨਹੀਂ ਹੋਏ ਜ਼ਿਆਦਾ। ਅੱਜ ਦਿਹਾੜੀ ਇੱਕ ਇੰਟਰਵਿਊ ਹੋਇਆ ਅੱਛਾ, ਜਮਾਤ ਅਹਿਮਦੀਆ ਦੇ ਚੰਗੇ ਮੁਬੱਲਗ ਨੇ, ਜ਼ੋਰਦਾਰ ਮੁਬੱਲਗ ਨੇ, ਮੀਆਂ ਫੇਵਰਟ 49 ਦੀ ਬਰਾੜ ਤੇ ਅਕਸਰ ਆਉਂਦੇ ਨੇ। ਨਾ ਤੇ ਉਹਨਾਂ ਦਾ ਨੀਸ ਹੈ, ਤੁਸੀਂ ਜਾਣਦੇ ਹੋ WhatsApp ਤੇ, ਪਰ ਫਤਿਹ ਇਸਲਾਮ ਇੱਥੇ ਉਹਨਾਂ ਨਾਂ ਰੱਖਿਆ। ਹਾਂ ਅਨੀਸ ਰਹਿਮਾਨ। ਹਾਂਜੀ ਹਾਂ, ਉਹਨਾਂ ਦਾ ਅੱਜ ਇੰਟਰਵਿਊ ਕੀਤਾ ਆਪਣੇ ਵਲੀਦ ਸਾਹਿਬ ਨੇ। ਅੱਛਾ, ਤੇ ਮਿਰਜ਼ਾ ਸਾਹਿਬ ਦੇ ਤਹਿਰੀਰਾਂ ਨੂੰ ਲੈ ਕੇ ਕਾਫੀ ਸਵਾਲ ਕਰਦੇ ਸੀ ਤੇ ਮੇਰੀ ਕੋਈ ਕਹਿ ਲਓ ਬੈਡ ਲੱਕ ਕਿ ਉਸੇ ਬਹੁਤ ਹੀ ਮੈਂ ਬਿਜ਼ੀ ਸਾਂ, ਕੋਈ ਮੌਸਮ ਜਾਂ ਖਰਾਬ ਸੀ ਤੇ ਮੈਂ ਉਹ ਪੂਰੀ ਗੱਲ ਸੁਣ ਤੇ ਨਹੀਂ ਸਕਿਆ, ਲੇਕਿਨ ਉਹ ਗੱਲ ਥੋੜੀ ਜਿਹੀ ਸੁਣਨ ਵਾਲੀ ਹੈ। ਉਹਦੇ ਨਾਲ ਨਾ ਜੀ ਕਈ ਗੱਲਾਂ ਜਿਹੜੀਆਂ ਨੇ ਉਹ ਨਵੀਆਂ ਵੀ ਸ਼ਾਇਦ ਸਾਹਮਣੇ ਆਈਆਂ ਹੋਣ। ਅੱਛਾ, ਮੁਹੰਮਦ ਸੈਨ ਸਾਹਿਬ ਵਾਸਤੇ ਹੋ ਸਕਦਾ ਵੀਡੀਓ ਬਣਾਉਣ ਵਾਸਤੇ ਕੋਈ ਡਾਟਾ ਮਿਲ ਜਾਏ ਇਹਨਾਂ ਨੂੰ। ਬਹੁਤ ਅੱਛਾ, ਬਹੁਤ ਅੱਛਾ। ਮਿਰਜ਼ਾ ਸਾਹਿਬ ਦੀਆਂ ਪੇਸ਼ਗੋਈਆਂ ਨੂੰ ਲੈ ਕੇ, ਇਲਹਾਮਾਤ ਨੂੰ ਲੈ ਕੇ ਕੋਈ ਜਵਾਬਾਤ ਉਹਨਾਂ ਦਿੱਤੇ ਨੇ।
ਜ਼ਬਰਦਸਤ ਚਲੋ ਸੁਣਾਂਗਾ ਅੱਜ ਮੈਂ। ਉਹ ਵੀਡੀਓ ਜ਼ਰੂਰ ਸੁਣਿਓ। ਉਹਦੇ 'ਚ ਉਹਨਾਂ ਨੇ ਬਿਕਰਮ व ਸੈਯਬੁਨ ਦੀ ਵੀ ਵਜ਼ਾਹਤ ਕੀਤੀ ਹੈ ਅੱਛਾ ਤੇ ਬਾਬਰਕਤ ਔਰਤੋਂ ਵਾਲੀ ਵੀ 1886 ਦੀ ਫਰਵਰੀ ਵਾਲੇ ਦੀ ਵੀ ਵਜ਼ਾਹਤ ਕੀਤੀ ਹੈ। ਬਿਕਰਮ व ਸੈਯਬੁਨ ਦੀ ਜਿਹੜੀ ਵਜ਼ਾਹਤ ਹੈ ਇੱਕ ਮਿਰਜ਼ਾ ਸਾਹਿਬ ਨੇ ਖੁਦ ਕੀਤੀ ਹੈ ਤਰੀਆਕੁਲ ਕਲੂਬ ਵਿੱਚ ਮੌਲਵੀ ਮੁਹੰਮਦ ਹੁਸੈਨ ਸਾਹਿਬ ਬਟਾਲਵੀ ਦੇ ਸਾਹਮਣੇ। ਜੀ ਉਹਨਾਂ ਨੂੰ ਕਿਧਰੇ ਮਿਲਣ ਗਏ ਤੇ ਉਹਨਾਂ ਨੇ ਪੁੱਛਿਆ ਵੀ ਕੋਈ ਨਵਾਂ ਇਲਾਮ ਹੋਇਆ ਹੈ। ਜੀ ਤੇ ਮਿਰਜ਼ਾ ਸਾਹਿਬ ਨੇ ਫਿਰ ਇਹ ਇਲਾਮ ਉਹਨਾਂ ਨੂੰ ਸੁਣਾਇਆ ਤੇ ਫਿਰ ਉਹਦੀ ਤਾਬੀਰ ਤਸ਼ਰੀਹ ਵੀ ਖੁਦ ਹੀ ਕੀਤੀ। ਉਹਦੇ ਬਾਰੇ ਤੇ ਉਹਨਾਂ ਫਰਮਾਇਆ ਮੈਨੂੰ ਉਹ ਕੁਰਸੀ ਵੀ ਇਹ ਯਾਦ ਜਿਹੜੀ ਕੁਰਸੀ ਤੇ ਬੈਠ ਕੇ ਸੁਣਾਇਆ। ਹਾਂਜੀ ਉਸ ਗੱਲ ਦੇ ਬਾਰੇ ਉਹਨਾਂ ਆਖਿਆ ਕਿ ਇਹ ਤਾਂ ਮੈਨੂੰ ਉਹ ਕੁਰਸੀ ਵੀ ਯਾਦ ਹੈ ਜਿਹੜੀ ਕੁਰਸੀ ਤੇ ਬਹਿ ਕੇ ਮੈਂ ਉਹਨੂੰ ਉਹ ਗੱਲ ਸੁਣਾਈ ਸੀ। ਸੁਣਾਈ ਆ ਠੀਕ ਬਿਲਕੁਲ ਬਿਲਕੁਲ ਤੇ ਬੇਵਾ ਨਾਲ ਮੇਰਾ ਨਿਕਾਹ ਹੋਣ ਦਾ ਮੈਨੂੰ ਅੱਲਾਹ ਤਾਲਾ ਨੇ ਇਲਹਾਮ ਕੀਤਾ ਹੈ। ਇੱਕ ਕੁਵਾਰੀ ਨਾਲ ਸੀ ਤੇ ਇੱਕ ਬੇਵਾ ਨਾਲ, ਤੇ ਕੁਵਾਰੀ ਵਾਲਾ ਹੋ ਗਿਆ ਤੇ ਬੇਵਾ ਦੇ ਇੰਤਜ਼ਾਰ। ਹਾਂ ਕੁਆਰੀ ਨਾਲ ਹੋ ਗਿਆ, ਉਹਦੇ ਚ 4 ਬੱਚੇ ਵੀ ਨੇ। ਜੀ ਜਾ ਅੱਛਾ ਅੱਜ ਇੱਕ ਨਾ ਉਹ ਪੇਸ਼ਗੋਈ ਉਹਨਾਂ ਨੇ ਖਾਸ ਬਿਆਨ ਕੀਤੀ ਹੈ ਉਹ ਜਿਹੜੀ ਸ਼ਾਇਦ ਅੱਗੇ ਕਦੇ ਜ਼ਿਆਦਾ ਤੁਸੀਂ ਉਹਦੇ ਤੇ ਡਿਸਕਸ ਨਹੀਂ ਸੁਣੀ ਹੋਣੀ। ਹਾਂ ਭਾਈ ਮਿਰਜ਼ਾ ਸਾਹਿਬ ਦੀ ਪੇਸ਼ਗੋਈ ਸੀ ਕਿ ਅੱਲਾਹ ਤਾਲਾ ਦੇ ਮੈਨੂੰ ਦੱਸਿਆ ਸੀ ਅੱਲਾਹ ਤਾਲਾ ਨੇ ਕਿ 4 ਲੜਕੇ ਤੇਰੇ ਜਿਹੜੇ ਨੇ ਉਮਰ ਪਾਣਗੇ। ਠੀਕ ਉਹ ਵਲੀਦ ਸਾਹਿਬ ਉਹਨਾਂ ਨੂੰ ਸਵਾਲ ਕਰ ਰਹੇ ਸੀ ਵੀ ਜਿਹੜੇ 4 ਲੜਕਿਆਂ ਨੇ ਉਮਰ ਪਾਈ ਏ ਉਹ ਕਿਹੜੇ ਲੜਕੇ ਨੇ, ਕਿਉਂਕਿ ਉਮਰ ਤੇ ਤਿੰਨਾਂ ਨੇ ਪਾਈ ਏ। ਹੂੰ ਮੁਬਾਰਕ ਅਹਿਮਦ ਤੇ 8 ਸਾਲ ਦਾ ਹੋ ਕੇ ਫੌਤ ਹੋ ਗਿਆ ਨਾ। ਹੂੰ ਇਹ ਮਿਰਜ਼ਾ ਸਾਹਿਬ ਨੇ ਮੋਸਟ ਪ੍ਰੋਬੇਬਲੀ ਕੀ ਕਤਲ ਵਹੀ ਚ ਲਿਖਿਆ ਹੈ। ਅੱਛਾ ਉਦੋਂ ਮੁਬਾਰਕ ਅਹਿਮਦ ਜ਼ਿੰਦਾ ਸੀ ਅੱਛਾ ਤੇ ਮਿਰਜ਼ਾ ਸਾਹਿਬ ਨੇ ਕਿਹਾ ਮੈਨੂੰ ਅੱਲਾਹ ਤਾਲਾ ਦੱਸਿਆ ਸੀ ਕਿ 4 ਲੜਕੇ ਤੈਨੂੰ ਦਿਆਂਦਾ ਜਿਹੜੇ ਉਮਰ ਪਾਣਗੇ। ਹੂੰ ਤੇ ਉਹਦੇ ਬਾਰੇ ਉਹਨਾਂ ਨੇ ਜਵਾਬ ਇਹ ਦਿੱਤਾ ਹੈ ਵੀ ਜਿੱਥੇ ਮਿਰਜ਼ਾ ਸਾਹਿਬ ਫਰਮਾਇਆ ਉਮਰ ਪਾਣਗੇ, ਹੂੰ ਉਮਰ ਦਾ ਤਯਨ ਤੇ ਕੋਈ ਨਹੀਂ ਨਾ ਕੀਤਾ। ਹੂੰ ਤੇ ਠੀਕ ਹੈ ਜਿਹੜੀ 8 ਸਾਲ ਪਾ ਲਈ ਨੇ ਉਹ ਵੀ ਬੜੀ ਹੈ ਮੁਬਾਰਕ ਅਹਿਮਦ ਦੀ। ਹੂੰ ਇਹ 4 ਬਣ ਜਾਂਦੇ ਨੇ। ਇੱਕ ਪਹਿਲੇ ਬੇਗਮ ਚ ਇੱਕ ਬੱਚਾ ਹੈ, ਉਹਨੇ ਵੀ ਉਮਰ ਪਾਈ। ਉਹਨੂੰ ਤੇ ਗਿਣਦੇ ਹੀ ਨਹੀਂ ਨਾ, ਉਹ ਤੇ 2 ਨੇ। ਨਹੀਂ ਇੱਕ ਜਲਦੀ ਫੌਤ ਹੋ ਗਏ ਸਨ ਤੇ ਨਹੀਂ ਜਲਦੀ ਨਹੀਂ ਫੌਤ ਹੋਏ ਉਹ ਵੀ ਅੱਛੀ ਉਮਰ ਚ। ਉਹ ਵੀ 54 ਸਾਲ ਤਕਰੀਬਨ ਉਹਨਾਂ ਦੀ ਉਮਰ ਹੋਈ। ਹਾਂ ਲੇਕਿਨ ਉਹ ਇਹਨਾਂ ਤੋਂ ਪਹਿਲੇ ਫੌਤ ਹੋ ਗਏ ਤੇ ਜਿਹੜੇ ਮੀਆਂ ਸੁਲਤਾਨ ਸਨ ਉਹ ਤੇ ਲੰਬਾ ਰਹੇ ਨੇ ਨਾ। ਉਹ 2 ਵਿਆਹ ਕਰਕੇ ਫੌਤ ਹੋਏ ਨੇ, ਉਹ ਕੋਈ ਥੋੜੀ ਉਮਰ ਪਾ ਕੇ ਫੌਤ ਹੋਏ। ਉਹਨਾਂ ਦੀਆਂ 2 ਸ਼ਾਦੀਆਂ ਆਈਆਂ 1906। ਬਾਪ ਬੇਟੇ ਦੀ ਵਫਾਤ ਹੀ ਸਿਰਫ 2 ਸਾਲ ਦਾ ਫਰਕ ਹੈ, 1.5 ਸਾਲ ਦਾ। ਹਾਂਜੀ ਉਹ 1906 ਚ ਫੌਤ ਹੋਏ ਨੇ। जी कहते ने मिर्जा साहब की कौन सी पेशगोई मुअय्यन अल्फाज में की गई और पूरी हुई और कौन सी पूरी नहीं हुई। आयत गल है अगर 4 बच्चे ने पा ही गए ना। अल्लाह मियां तो गिनदा ही सी ना उन्होंने दा बेटा। ਉਹ ਤੁਸੀਂ ਅੱਲਾ ਮੀਆਂ ਦੀ ਗੱਲ ਕਰਦੇ ਹੋ। ਮਿਰਜ਼ਾ ਸਾਹਿਬ ਨੇ ਮਵਾਹਿਬ ਰਹਿਮਾਨ ਚ ਲਿਖਿਆ ਹੈ ਕਿ ਸਭ ਤਾਰੀਫਾਂ ਉਸ ਖੁਦਾ ਦੀਆਂ ਨੇ ਜਿਨੇ ਮੈਨੂੰ 4 ਬੇਟੇ ਦਿੱਤੇ ਨੇ ਤੇ 5ਵੇਂ ਦੀ ਖੁਸ਼ਖਬਰੀ ਦਿੱਤੀ ਹੈ। हाँ ਮਿਰਜ਼ਾ ਸਾਹਿਬ ਇਹਨਾਂ ਨੂੰ ਹੀ 4 ਗਿਣਦੇ ਸੀ, ਉਹਨਾਂ ਨੂੰ ਨਹੀਂ ਸੀ ਗਿਣਦੇ ਫਜ਼ਲ ਸੁਲਤਾਨ ਨੂੰ। ਅੱਛਾ ਉਦੋਂ ਮੌਜੂਦ ਸਨ ਤੇ ਜਦੋਂ ਉਹਨਾਂ ਨੇ ਕਿਹਾ ਕਿ 4 ਦਿੱਤੇ ਨੇ ਮੈਨੂੰ, ਹਾਲਾਂਕਿ ਉਸ ਵੇਲੇ 6 ਬਣਦੇ ਸਨ ਉਦੋਂ। ਹਾਂ ਮਵਾਹਿਬ ਰਹਿਮਾਨ ਜਦੋਂ ਲਿਖੀ ਹੈ ਉਦੋਂ 1903 ਦਾ ਵਾਕਿਆ ਹੈ। बल्कि ਉਹਦੇ मतलब एक हतमी शेर भी है, वो ये है कि यही हैं 5 तन जिन पर बिना है, यही हैं 5 तन जिन पर बिना है, यही जो कि नस्ल सैयदा है। हाँ यार वैसे मियां साहब मिर्जा साहब की सच्चाई की एक दलील अचानक मेरे ज़हन च आई है, ठा करके बची है। ओके ਵੇਖੋ ਇਹ 4 ਬੇਟਿਆਂ ਦਾ ਜ਼ਿਕਰ ਕੀਤਾ ਔਰ ਉਸ ਤੋਂ ਬਾਅਦ ਮੁਸਲਿਮ ਮੌਤ ਦੀ ਨਿਸ਼ਾਨੀ ਸੀ 3 को 4 ਕਰਨੇ ਵਾਲਾ। ਮਤਲਬ 4 ਦਾ ਹਿੱਸਾ ਬਹੁਤ ਅਹਿਮ ਸੀ। ਉਹਨਾਂ ਨੇ ਪਹਿਲਾਂ ਜਦੋਂ ਜ਼ਿੰਦਾ ਸੀ ਮੀਆਂ ਮੁਬਾਰਕ ਉਸ ਟਾਈਮ ਉਹ 4 ਉਹ ਗਿਣ ਰਹੇ ਸਨ ਤੇ ਮੁਸਲਿਮ ਮੌਦ ਨੇ 3 ਨੂੰ 4 ਕਰਨਾ ਸੀ। ਮੀਆਂ ਮੁਬਾਰਕ ਸਾਹਿਬ ਫੌਤ ਹੋ ਗਏ ਤੇ ਉਹ ਬੱਚਾ ਜਿਹਨੂੰ ਪਹਿਲੇ ਨਹੀਂ ਸਨ ਗਿਣ ਰਹੇ ਉਹਨੂੰ ਮਿਰਜ਼ਾ ਖਲੀਫਾ ਮਸੀਹ ਨੇ ਬੈਤ ਦੇ ਦੌਰ 'ਚ ਉਹਨੇ ਬੈਤ ਕੀਤੀ। ਉਹਨੂੰ ਉਹਨਾਂ ਨੇ ਬੈਤ ਕਰਾ ਕੇ 3 ਨੂੰ 4 ਕਰ ਦਿੱਤਾ ਤੇ ਉਹਨਾਂ ਦਾ ਇਹ ਵੀ ਪੂਰਾ ਹੋ ਗਿਆ ਕਿ 4 ਬੱਚੇ ਉਮਰ ਪਾਣਗੇ। ਅੱਛਾ ਇਹ ਨਹੀਂ ਪਤਾ ਲੱਗਾ ਬਈ ਜਿਹੜੇ ਮਿਰਜ਼ਾ ਸੁਲਤਾਨ ਅਹਿਮਦ ਨੇ ਹਾਂਜੀ ਉਹਨਾਂ ਦਾ ਜਵਾਨੀ ਦਾ ਫੋਟੋ ਮੌਜੂਦ ਹੈ ਲੇਕਿਨ ਮੀਆਂ ਫਜ਼ਲ ਅਹਿਮਦ ਦਾ ਨਹੀਂ ਹੈ ਸ਼ਾਇਦ।
ਮੀਆਂ ਫਜ਼ਲ ਅਹਿਮਦ ਦਾ ਫੋਟੋ ਹੈ ਕਿਧਰੇ? ਮੇਰਾ ਖਿਆਲ ਹੈ ਸੇਵ ਨਹੀਂ ਕੀਤਾ ਗਿਆ ਨਾ, ਹਾਂਜੀ, ਉਸ ਜ਼ਮਾਨੇ 'ਚ ਨਹੀਂ। ਮਹਿਫੂਜ਼ ਨਹੀਂ ਕੀਤਾ ਗਿਆ ਉਸ ਜ਼ਮਾਨੇ 'ਚ, ਤੇ ਹੋਣਾ ਚਾਹੀਦਾ ਨਾ 1906 'ਚ। ਮੈਂ ਉਹੀ ਤਾਂ ਕਹਿਣਾ ਵੇ, ਮੀਆਂ ਸੁਲਤਾਨ ਅਹਿਮਦ ਤੋਂ ਉਹਨਾਂ ਤੋਂ ਵੱਡੇ ਨੇ। ਅਗਰ ਉਹਨਾਂ ਦਾ ਜਵਾਨੀ ਦਾ ਹੈ ਤੇ ਇਹਨਾਂ ਦਾ ਵੀ ਹੋਣਾ ਚਾਹੀਦਾ ਹੈ। ਜਿਨ੍ਹਾਂ ਦਾ ਜਨਾਜ਼ਾ ਵੀ ਨਹੀਂ ਪੜਿਆ ਉਹਨਾਂ ਦੀ ਫੋਟੋ ਸਾਂਭਣ ਦੀ ਕਿਹੜੀ ਲੋੜ ਹੈ? ਮਹਿਫੂਜ਼ ਨਹੀਂ ਆਈ ਗੱਲ, ਠੀਕ ਹੈ। ਨਹੀਂ, ਜਨਾਜ਼ਾ ਨਾ ਪੜਨ ਦਾ ਤੇ ਕੋਈ ਨਹੀਂ ਵਜ੍ਹਾ ਕਿ ਉਹਨਾਂ ਕਿਹਾ ਹੋਵੇ ਵੀ ਮੈਂ ਜਨਾਜ਼ਾ ਨਹੀਂ ਪੜਿਆ। ਅਸਲੀ 'ਚ ਤੇ ਸਾਰਾ ਉਹਦੇ ਤੋਂ ਕੈਲਕੂਲੇਟ ਕਰਕੇ ਕੱਢਣ ਵਾਲੀ ਗੱਲ ਹੈ ਨਾ। ਤੇ ਜਨਾਜ਼ਾ ਨਾ, ਉਹਨਾਂ ਨੇ ਇਹ ਤੇ ਨਹੀਂ ਕਿਹਾ ਵੀ ਮੈਂ ਇਹਦਾ ਜਨਾਜ਼ਾ ਨਹੀਂ ਪੜ੍ਹਨਾ ਜਾਂ ਫਲਾਂ ਵਜ੍ਹਾ ਨਾਲ ਨਹੀਂ ਪੜ੍ਹਿਆ। ਇਹ ਗੱਲ ਉਹਨਾਂ ਨੇ ਨਹੀਂ ਕਹੀ ਕੁਝ ਵੀ। ਉਹਨਾਂ ਨੇ ਨਹੀਂ ਕਹੀ, ਲੇਕਿਨ ਉਹਨਾਂ ਦੇ ਬੇਟੇ ਨੇ ਤਾਂ ਦੱਸਿਆ ਨਾ ਕਿ ਸਿਰਫ ਇਸ ਗੱਲੇ ਨਹੀਂ ਪੜਿਆ ਕਿਉਂਕਿ ਉਹਨਾਂ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਿਆ। ਇਹ ਫਾਲਤੂ ਗੱਲ ਹੈ ਨਾ। ਜੇ ਇਹਦੇ ਕਹਿਣ ਦਾ ਪਹਿਲਾ ਹੱਕ ਤਾਂ ਮਿਰਜ਼ਾ ਸਾਹਿਬ ਖੁਦ ਰੱਖਦੇ ਨਾ। ਉਹ ਕਹਿੰਦੇ ਵੀ ਮੈਂ ਇਹ ਜਨਾਜ਼ਾ ਇਸ ਵਾਸਤੇ ਨਹੀਂ ਪੜ੍ਹ ਰਿਹਾ ਕਿਉਂਕਿ ਉਹ ਮੇਰੇ ਤੇ ਈਮਾਨ ਨਹੀਂ ਲਿਆਇਆ। ਫਿਰ ਤਾਂ ਠੀਕ ਹੈ ਹੀ ਗੱਲ। ਉਹ ਸਾਰੀਆਂ ਗੱਲਾਂ ਦੀ ਕਵਰੇਜ ਕਰਦੇ, ਹਰ ਖੁਦ ਕਲਮਕਾਰ ਹੈ, ਤੇ ਇਸ ਗੱਲ ਤੇ ਉਹ ਬਿਲਕੁਲ ਖਾਮੋਸ਼ ਰਹੇ। ਤੇ ਇਹ ਅੱਗੇ ਬੇਟਿਆਂ ਨੇ ਕੋਈ ਐਡਵਾਂਸ ਕੀਤਾ ਕੰਮ ਐਵੇਂ ਖਾਉਂਦਾ। ਇਹ ਹੁਣ ਗੱਲ ਤੁਸੀਂ ਜਿਹੜੀ ਪੇ ਕਰਦੇ ਹੋ, ਇਹਦਾ ਹੀ ਨਾਮ ਬਗਾਵਤ ਹੈ ਨਾ। ਹਾਂਜੀ, ਇਹਦਾ ਹੀ ਨਾਂ ਅਗਲਿਆਂ बगावत रखे है ना। बस इतनी बात पर उसने मुझे बलवाई लिखा है, हमारे घर के एक बर्तन पे आई साई लिखा है। ਇਹ ਜਿਹੜੀ ਤੁਸੀਂ ਪੇ ਕਰਦੇ ਹੋ ਨਾ, ਇਹਨੂੰ ਹੀ ਬਲਵਾ ਕਹਿੰਦੇ ਨੇ। ਭਾਵੇਂ ਬਲਵਾ ਕਹਿ ਲਓ, ਭਾਵੇਂ ਬਗਾਵਤ ਕਹਿ ਲਓ, ਲੇਕਿਨ ਇਹ ਜ਼ਿਆਦਤੀ ਹੈ ਕਿਉਂਕਿ ਬਸ਼ੀਰੁद्दीन महमूद अहमद ਸਾਹਿਬ ਨੇ ਇਹਦੇ ਉੱਤੇ ਹਸਰ ਕੀਤਾ ਹੈ। ਉਹਨਾਂ ਫਰਮਾਇਆ ਕਿ ਹਾਲਾਂਕਿ ਉਹ ਐਡਾ ਤਾਬਿਆਦਾਰ ਸੀ, ਐਡਾ ਤਾਬਿਆਦਾਰ ਸੀ ਕਿ ਮਿਰਜ਼ਾ ਸਾਹਿਬ ਉਹਦੀ ਵਫਾਤ ਦੇ ਉੱਤੇ ਬੜੇ ਗਮਜ਼ਦਾ ਸਨ। ਟਹਿਲਦੇ ਸਨ ਤੇ ਅੰਦਰ ਹੀ ਕਮਰੇ ਦੇ ਵਿੱਚ, ਤੇ ਕਹਿੰਦੇ ਸਨ ਵੀ ਇਹ ਬੜਾ ਚੰਗਾ ਮੁੰਡਾ ਸੀ, ਇਹ ਐਡਾ ਚੰਗਾ ਪੁੱਤਰ ਸੀ ਕਿ ਇਹਨੇ ਮੈਨੂੰ ਕਦੇ ਦੁੱਖ ਨਹੀਂ ਦਿੱਤਾ। ਇੱਕ ਵਾਰੀ ਮੈਂ ਬਿਮਾਰ ਹੋਇਆ ਤੇ ਮੈਂ ਬੇਹੋਸ਼ ਹੋ ਗਿਆ, ਤੇ ਜਿਸ ਵੇਲੇ ਮੈਨੂੰ ਹੋਸ਼ ਆਈ ਤੇ ਮੈਂ ਵੇਖਿਆ ਫਜ਼ਲ ਜਿਹੜਾ ਹੈ ਉਹਨੇ ਆਪਣੀ ਪਗੜੀ ਸਿਰ ਦੀ ਲਾਹ ਕੇ ਨਾ, ਪਤਾ ਨਹੀਂ ਮੇਰੀਆਂ ਪਿੰਨੀਆਂ ਦੁਆਲੇ ਵਲੇਟੀ ਜਾਂ ਪੈਰਾਂ ਨੂੰ ਪਤਾ ਨਹੀਂ ਬੰਨਦਾ ਸੀ, ਜਾਂ ਕੋਈ ਜਦੋਂ ਮਿਰਜ਼ਾ ਸਾਹਿਬ ਨੂੰ ਕੋਈ ਦੌਰਾ ਸ਼ੋਰਾ ਪੈਂਦਾ ਸੀ ਇਸ ਤਰ੍ਹਾਂ ਦੀ ਕੋਈ ਸ਼ਕਲ ਹੋਈ ਹੋਣੀ ਹੈ। ਇਹ ਰਵਾਇਤ ਕਿੱਥੋਂ ਪੜ੍ਹ ਰਹੇ ਹੋ ਤੁਸੀਂ? ਇਹ ਬਸ਼ੀਰੁद्दीन महमूद अहमद ਸਾਹਿਬ ਨੇ ਗੱਲ ਜਿਹੜੀ ਕੀਤੀ ਹੈ ਤੇ ਮੈਂ ਜ਼ਬਾਨੀ ਬਿਆਨ ਕਰ ਰਿਹਾ, ਤੇ ਹਵਾਲਾ ਦਵਾਂ ਕੱਢ ਕੇ। ਮੇਰਾ ਮਕਸਦ ਹੈ ਉਹਨਾਂ ਨਹੀਂ ਕੱਢਣ ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਕੋਈ ਉਹਨਾਂ ਦੀ ਕਿਸੇ ਤਕਰੀਰ ਦੀ ਗੱਲ ਹੈ ਜਾਂ ਕਿਸੇ? ਹਾਂਜੀ, ਨਵਾਰੁਲ ਉਲੂਮ ਚ ਮੈਂ ਕਿਤੇ ਪੜ੍ਹੀ। ਅੱਛਾ, ਠੀਕ। ਉਹ ਆਂਦੇ ਨੇ ਕਿ ਵੀ ਉਂਝ ਬੜਾ ਚੰਗਾ ਸੀ, ਤਾਬਿਆਦਾਰ ਸੀ। ਇਹਨਾਂ ਦੇ ਕਹਿਣ ਤੇ ਬੀਵੀ ਨੂੰ ਤਲਾਕ ਦੇ ਦਿੱਤੀ। ਇਖਤਲਾਫ ਸਿਰਫ ਇਹ ਸੀ ਕਿ ਉਹਨੇ ਬੈਤ ਨਹੀਂ ਕੀਤੀ, ਜਨਾਜ਼ਾ ਇਸ ਗਲੇ ਨਹੀਂ ਪੜਿਆ। ਅੱਛਾ, ਯਾਨੀ ਇਹ ਸਾਰੀਆਂ ਚੀਜ਼ਾਂ ਬਿਆਨ ਕਰਨ ਦਾ ਮਕਸਦ ਹੈ ਵੇ ਕਿ ਤਾਬਿਆਦਾਰ ਵੀ ਸੀ, ਬੀਵੀ ਨੂੰ ਤਲਾਕ ਵੀ ਇਹਨਾਂ ਦੇ ਹੁਕਮ ਤੇ ਦੇ ਦਿੱਤੀ, ਪਿਆਰ ਵੀ ਕਰਦਾ ਸੀ ਵਾਲਦ ਦਾ, ਇੰਨਾ ਦਰਦ ਵੀ ਕਰਦਾ ਸੀ, ਲੇਕਿਨ ਮਿਰਜ਼ਾ ਸਾਹਿਬ ਦੇ ਜਨਾਜ਼ਾ ਨਾ ਪੜਨ ਦੀ ਵਜ੍ਹਾ ਹੋਰ ਕੋਈ ਨਹੀਂ ਸੀ। ਇਹ ਤੇ ਫਿਰ ਹਫੀਜ਼ ਸ਼ੇਖ ਸਾਹਿਬ ਆਏ ਨੇ ਤੇ ਇਹਨਾਂ ਕੋਈ ਅਗਲੇ ਦਿਹਾੜੇ 2-3 ਵਾਰੀ ਕਿਤੇ ਸਿੰਘ ਫਸਾਏ ਨੇ। ਇਹਨਾਂ ਆਖਿਆ ਨਹੀਂ, ਉਹ ਬੈਰੀਅਰ ਲੱਗ ਗਿਆ ਸੀ, ਉਹ ਦਰਵਾਜ਼ਾ ਬੰਦ ਕਰ ਦਿੱਤਾ ਸੀ ਤੇ ਇੰਝ ਕਰ ਦਿੱਤਾ ਸੀ, ਰੋਕ ਦਿੱਤਾ ਸੀ। अच्छा, अल्लामा साहब, मेरा ये अपनी इन्फॉर्मेशन वाले सवाल है, मिर्जा साहब ने अपनी जिंदगी जनाजा कितना पढ़े या पढ़ाया है? ਜਨਾਜ਼ਾ ਇੱਕ ਵਾਰੀ ਮਿਰਜ਼ਾ ਸਾਹਿਬ ਨੇ ਸਾਰਿਆਂ ਦਾ ਹੀ ਮੇਰੇ ਹਾਲੇ ਪੜ੍ਹ ਛੜਿਆ ਸੀ ਨਾ। जा ਸਹੀ ਸਾਹਿਬ ਪਤਾ ਜੀ? जा हाँ जी, अस्सलाम वालेकुम। मेरे ख्याल च उन्हें सारे ने पढ़ाया है। ਸਾਰਿਆਂ ਦਾ ਇੱਕੋ ਵਾਰੀ ਉਹਨਾਂ ਪੜ੍ਹ ਛੜਿਆ ਸੀ। ਜਿਹੜੀ ਨਾ ਨਵਾਬ ਸਾਹਿਬ ਦੀ ਬੀਵੀ, ਨਵਾਬ ਮੁਹੰਮਦ ਅਲੀ ਖਾਨ ਸਾਹਿਬ ਦੀ ਦੂਸਰੀ ਬੀਵੀ, ਉਹਦਾ ਨਾਂ ਅਮਤਲ ਹਮੀਦ ਹੈ ਗਾਲਬਨ। ਉਹ ਫੌਤ ਹੋ ਗਈ, 8 ਸਾਲ ਉਹਦੀ ਸ਼ਾਦੀ ਰਹੀ। ਉਹਦਾ ਜਨਾਜ਼ਾ ਬਹੁਤ ਲੰਬਾ ਪੜਾਇਆ ਉਹਨਾਂ ਨੇ, ਤੇ ਉਹਨਾਂ ਕਿਹਾ ਅਸੀਂ ਸਾਰਿਆਂ ਦਾ ਜਨਾਜ਼ਾ ਪੜ੍ਹ ਚੁੱਕੇ ਇਹਦੇ ਸੀ। ਇਹ ਗੱਲ
ਇੱਕ ਹੀ ਬਨੇ ਦਾ ਪੜ ਕੇ ਤੇ ਸਾਰਿਆਂ ਨੂੰ ਜਿਹੜੇ ਸ਼ੁਰੂ ਕਰ ਬੰਦੇ ਲਿਆ। ਘਰ ਪੈਦਾ ਹੁੰਦੇ ਨੇ ਸੰਤ ਸਾਹਿਬ, ਉਹਨਾਂ ਨੂੰ ਕੋਈ ਇਮਾਨ ਲਾਣਾ ਪੈਂਦਾ ਉੱਤੇ ਆਪਣੇ ਵੱਲ ਦੇ ਉੱਤੇ ਹੀ ਨਹੀਂ ਕੋਈ ਨਹੀਂ ਲਿਆਉਣਾ ਪੈਂਦਾ, ਉਹ ਬਸ ਘਰ ਦੇ ਵਾਲੇ ਬੈਤ ਹੁੰਦੇ ਨੇ। ਨਹੀਂ ਫਿਰ ਇਹ ਕਿਸ ਤਰ੍ਹਾਂ ਇਹ ਚੀਜ਼ ਹੋਣੀ ਹੈ ਕਿ ਬਈ ਉਹਨੇ ਬੈਤ ਨਹੀਂ ਕੀਤੀ? ਇਹ ਐਵੇਂ ਫਾਜ਼ਲ ਗੱਲਾਂ ਨੇ। ਇਹੋ ਹੀ ਮੇਰਾ ਵੀ ਸਵਾਲ ਹੈ ਆਲਮ ਸਾਹਿਬ ਨਾਲ ਕਿ ਮਿਰਜ਼ਾ ਸਾਹਿਬ ਮੌਜੂਦ ਨੇ ਔਰ ਬਿਲਕੁਲ ਖਾਮੋਸ਼ ਨੇ। ਉਹਨਾਂ ਇੱਕ ਲਫ਼ਜ਼ ਨਹੀਂ ਕਿਹਾ ਕਿ ਮੈਂ ਇਸ ਬੇਟੇ ਦਾ ਜਨਾਜ਼ਾ ਨਹੀਂ ਪੜ੍ਹਨਾ ਜਾਂ ਨਹੀਂ ਪੜ੍ਹਿਆ, ਔਰ ਇਸ ਵਜ੍ਹਾ ਨਾਲ ਨਹੀਂ ਪੜ੍ਹਿਆ। ਉਹਨਾਂ ਦੀ ਆਪਣੀ ਰਵਾਇਤ ਕੋਈ ਵੀ ਮੌਜੂਦ ਨਹੀਂ, ਇਹ ਦੂਸਰਿਆਂ ਦੇ ਤਬਸਰੇ ਨੇ। ਤੇ ਲਓ ਜੀ ਆ ਗਏ ਨੇ ਅਹਿਮਦ ਸਾਹਿਬ। ਲੇਕਿਨ ਸੈਣੀ ਸਾਹਿਬ ਇਹ ਗੱਲ ਵੀ ਤਾਂ ਮਿਲਦੀ ਕੋ ਨਾਰਾਜ਼ ਸਣ ਕਿਸੇ ਨਾ ਕਿਸੇ ਬੇਟੇ ਨਾਲ। ਹਾਂਜੀ ਨਾਰਾਜ਼ ਜ਼ਰੂਰ ਸਣ ਕਿਸੇ ਥੋੜੇ ਬੇਟੇ ਨਾਲ। ਬਹੁਤ ਨਾਰਾਜ਼ ਹੋਏ ਵੱਡੇ ਬੇਟੇ ਨਾਲ, ਉਹ ਹੋਰ ਵਜ੍ਹਾ ਹੈ ਹੀ, ਲੇਕਿਨ ਉਹ ਮਿਲਦੀਆਂ ਰਹਿੰਦੀਆਂ ਨੇ। ਉਮਰ ਦੇ ਵਿੱਚ ਬੱਚਿਆਂ ਦੇ ਨਾਲ ਨਾਰਾਜ਼ਗੀਆਂ ਵੀ ਹੁੰਦੀਆਂ ਨੇ, ਸ਼ਦੀਦ ਵੀ ਹੁੰਦੀਆਂ ਨੇ, ਫਿਰ ਮਿਟ ਵੀ ਜਾਂਦੀਆਂ ਨੇ। ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਹੀ ਹੁੰਦਾ, ਕੋਈ ਐਸੀ ਗੱਲ ਨਹੀਂ। ਇਹਦੇ ਨਾਲ ਇਹ ਨਹੀਂ ਹੁੰਦਾ ਕਿ ਪੱਕੀ ਕਸਮ ਹੀ ਖਾ ਲਈ ਹੈ, ਇਹ ਸਭ ਕੁਝ ਵਿੱਚ ਹੀ। ਹਾਂਜੀ ਸਾਈ ਸਾਹਿਬ ਸਲਾਮ अलैकुम। वालेकुम सलाम। हाँ जी हुसैन क्या साहब, हाल है? क्या हाल है? किस तरह में? अल्हम्दुलिल्लाह ठीक ठाक, शुक्र अल्लाह दा। हाँ जी थोड़ा ख्याल अहमद है। साहब सलाम अलैकुम। अहमद साहब वालेकुम जी जी, की हाल है? तबीयत किस तरह ने? जी जी शुक्र है अल्हम्दुलिल्लाह। दसो फिर कोई जरूरी गल है? ठीक ठाक जी। जी जी नहीं फिलहाल मैं सुन रहा जी, जी कोई ऐसी गल नहीं। अज तो बड़ा सोग दा दिन ने। वो किस तरह? मैं कहा टिकटॉक दे मुजाहिद एक इंतकाल कर गए ने, किहड़े? नवर सईद हैं साहब। कौन? तो उन्हां दा बड़ा अफसोस है। कौन फौत हो गए ने? सूफी साहब दी विराट भी लांदे, मुनव्वर सईद साहब सी बट अपने ते वो सूफी दे नाम तो आईडी तो होस्ट भी सीगे। अच्छा, सूफी दे नाम ते होस्ट दे तौर ते काम करदे ते केड़ी जगह है ओ? जी जी कित्थे हुंदे? जर्मनी। अच्छा जर्मनी च। जर्मनी। अच्छा एम दी है? जी जी। अच्छा ते कदों आज फौत जी। होए ने ओ? इन्ना लिल्लाह ते किस उम्र दे? इतला मिली है हुन कल अगर होए ने या शाम में। अच्छा उम्र तो इन्नी खास नहीं सी, कोई अच्छा। हार्ट अटैक होया, हार्ट अटैक वगैरह? 60 के लगभग होणगे, उम्मीद है कि। हाँ ठीक है, इस तरह ही है। कुल्लु मन लहा फान वजह। मतलब ये अपने तारक भाई बहुत अच्छी तरह जानते ने, ज्यादा रोशनी पा सकते हैं माशाल्लाह। हाँ जी ਜਿਹੜੇ अच्छा ये साडे साबरी साहब मैं कहा थोड़े खादम साहब आए ने ते ज्यादा अच्छी रोशनी पा जी 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 साहब। वालेकुम सलाम रहमतुल्लाह। ਕੀ ਨਾਮ ਦੱਸਿਆ ਨੇ ਮੈਨੂੰ ਤੇ ਨਹੀਂ ਕੋਈ ਜ਼ੇਨ ਜਾ ਰਿਹਾ ਸੂਫੀ ਸਾਹਿਬ। ਆਹੋ ਸੂਫੀ ਨਾਂ ਦੀ ਇੱਕ ਆਈਡੀ ਤੇ ਮੇਰੇ ਜ਼ਿਹਨ ਚ ਹੈ ਵੇ, ਮੈਂ ਵੇਖੀ ਉਹਨਾਂ ਦੀ ਬਰਾਡ ਲੱਗੀ, ਪਰ ਬਹੁਤ ਜ਼ਿਆਦਾ ਫੈਮਿਲੀਅਰ ਨਹੀਂ ਹਾਂ ਮੈਂ, ਪਰ ਦੇਖੀ ਮੈਂ ਇਸ ਨਾਂ ਦੀ ਆਈਡੀ ਵੀ ਤੇ ਬਰਾਡ ਵੀ। अच्छा ਤੁਸੀਂ ਜਾਣਦੇ ਹੋ ਉਹਨਾਂ ਦੇ ਮੁਤਲਕ ਕੋਈ ਸਾਬਰੀ ਸਾਹਿਬ? ਨਹੀਂ ਮੈਂ ਨਹੀਂ ਜਾਣਦਾ, ਮੇਰਾ ਨਹੀਂ ਖਿਆਲ ਵੀ ਜੇ ਤੇ ਕੋਈ ਬਾਈ ਫੇਸ ਜਾਂ ਨਾਂ ਸਹੀ ਦਾ ਪਤਾ ਹੋਏ ਤਾਂ ਸ਼ਾਇਦ ਜਾਣਦਾ। अच्छा ਯਾਰ ਉਹ ਵਾਦੇ ਨਹੀਂ ਆ। मुनव्वर सईद साहब सीगे, ये नासिर भट्ट साहब के रिश्तेदार ने दूर। अच्छा 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 ਹਾਂ ਉਹ ਫਿਰ ਉਹੀ ਦਾ ਉਹ ਜ਼ਿਆਦਾ ਜਾਣਦੇ ਨੇ, ਮੈਂ ਨਹੀਂ ਜਾਣਦਾ। हाँ हाँ ਮਹਾਰਾਜ ਜੀ ਇਹਨਾਂ ਰਾਜ ਅੱਲਾਹ ਤਾਲਾ ਉਹਨਾਂ नासिर भट्ट साहब भी खारियां दे ही ने ना, ਉਹਨਾਂ ਦਾ ਹੈਦਰਾਬਾਦ ਵੀ ਨਸ਼ਹਿਰ। ਆਪਣੀ ਜਵਾਰੇ ਰਹਿਮਤ ਜਗ੍ਹਾ ਦੇ। ਹਾਂ ਬਿਲਕੁਲ। ਇਹ ਖਾਰੀਆਂ ਤਹਿਸੀਲ ਖਾਰੀਆਂ ਦੇ ਨੇ? ਹਾਂਜੀ ਤਹਿਸੀਲ ਖਾਰੀਆਂ ਦੇ? ਨਾਸਰ ਸਾਹਿਬ, ਨਾਸਰ ਭੱਟ ਸਾਹਿਬ ਜਿਹੜੇ ਨੇ ਇਹ ਖਾਰੀਆਂ ਦੇ ਨੇ। ਇਹ ਸ਼ਹਿਰ ਦੇ ਜਾਂ ਤਹਿਸੀਲ ਦੇ? ਸਾਰੀਆਂ ਸ਼ਹਿਰ ਦੇ। ਸ਼ਹਿਰ ਦੇ। ਇੱਕ ਇਹਨਾਂ ਦਾ ਜਿਹੜਾ ਪਾਰਟ ਹੈ ਨਾ ਉਹ ਉੱਥੋਂ ਉੱਠ ਕੇ ਬਿਜ਼ਨਸ ਦੀ ਖਾਤਰ ਵਜ਼ੀਰਾਬਾਦ ਚਲਾ ਗਿਆ ਆ। ਉਹ ਫਿਰ ਵਜ਼ੀਰਾਬਾਦ ਦੇ ਹੀ ਹੋ ਕੇ ਰਹਿ ਗਏ ਮੀਆਂ ਗੁਲਾਮ ਅਹਿਮਦ ਸਾਹਿਬ, ਤੇ ਉਹਨਾਂ ਦੀ ਔਲਾਦ ਹੁਣ ਇੱਥੇ ਅਮਰੀਕਾ 'ਚ ਹੈ, ਤੇ ਇਹਨਾਂ ਦੀ ਵੀ ਉਹਨਾਂ ਨਾਲ ਕੋਈ ਇਹਨਾਂ ਦੇ ਕਦਮ ਕੁਦਮ ਹੈ।
ਇਹ ਜਿਹੜੇ ਵਜ਼ੀਰਾਬਾਦ ਚਲੇ ਗਏ ਨੇ ਉਹ ਹੀ ਤੇ ਨਹੀਂ, ਉਹ ਜਿਹੜੇ ਪਰਾਂ ਆਪਣੇ ਮੀਲ ਲਤੀਫ ਹੋਰੀ ਜਿਹੜੇ ਲੱਕੜ ਮੰਡੀ ਵਾਲੇ? ਨਹੀਂ, ਉਹ ਇੱਕ ਉਹਨਾਂ ਦਾ ਖਾਨਦਾਨ ਹੈ, ਉਹ ਵੀ ਕਸ਼ਮੀਰੀ ਹੋਣ ਦੇ ਲਿਹਾਜ਼ ਨਾਲ ਤੇ ਉਹਨਾਂ ਦਾ ਮਿਲਦੀ ਹੈ ਗੱਲ। ਲੇਕਿਨ ਉਹ ਦੋ ਭਾਈ ਹੈ, ਇਹ ਜਿਹੜੇ ਮੀਰ ਸਾਹਿਬ ਦੇ ਵਾਲਦ ਸਾਹਿਬ ਇਹ ਹਕਮਤ ਕਰਦੇ, ਤੇ ਦੂਸਰੇ ਇਹਨਾਂ ਦੇ ਤਾਇਆ ਜਿਹੜੇ ਉਹ ਵਕੀਲ ਹੈ, ਤੇ ਇਹ ਇਹਨਾਂ ਦੇ ਵਾਲਦ ਸਾਹਿਬ शायर भी है, बहुत अच्छी शायरी करते। ये जरा नज़म है ना, हमारा खिलाफत पे ईमान है, ये मिलत की तंजीम की जान है, ये उन्होंने ਦਾ ਹੀ ਤਰਾਨਾ ਹੈ। ਸ਼ਾਨ ਸਾਹਿਬ ਜਦੋਂ ਇੱਥੇ ਮੀਰ ਸਾਹਿਬ ਆਏ ਤੁਸੀਂ ਸੁਣਾਈ ਸੀ ਨਾ ਉਹ ਨਜ਼ਮ, ਯਾਦ ਜੀ? ਹੈਂ? ਆਹੋ, ਮੀਰ ਸਾਹਿਬ ਜਦੋਂ ਇੱਥੇ ਆਏ ਸੁਣਾਈ ਸੀ ਉਹ ਨਜ਼ਮ। ਹਾਂ 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 ਚਵਿੰਡੇ ਨਾਲ ਇਹਨਾਂ ਦਾ ਕੀ ਤਲਕ ਹੈ ਜੀ? ਚਵਿੰਡੇ ਨਾਲ ਕੋਈ ਤਲਕ ਨਹੀਂ ਇਹਨਾਂ ਦਾ। ਚਵਿੰਡੇ ਦੇ ਵਾਲੇ ਬੱਟ ਹੋਰ ਨੇ, ਉਹ ਉੱਥੇ ਵੀ ਬੱਟ ਹੈ ਨੇ। ਚਵਿੰਡੇ ਦੇ ਜਿਹੜੇ ਸਭ ਤੋਂ ਪਹਿਲੇ ਐਮਡੀ ਨੇ ਉਹ ਨੇ ਮੌਲਾ ਬਖਸ਼ ਉਹਨਾਂ ਦਾ ਨਾਂ ਆ, ਮੌਲਾ ਚੌਧਰੀ ਮੌਲਾ ਬਖਸ਼। ਉਹ ਭੱਟੀ ਹੈ, ਉਹ ਸਭ ਤੋਂ ਪਹਿਲੇ ਐਮਡੀ ਨੇ ਜਿਹਨਾਂ ਦੀ ਵਜ੍ਹਾ ਨਾਲ ਉੱਥੇ ਐਮਡੀ ਹੋਏ ਨੇ ਲੋਕ। ਚੌਧਰੀ ਮੌਲਾ ਬਖਸ਼ ਭੱਟੀ। ਤੇ ਸਭ ਚਵਿੰਡੇ ਤੋਂ ਤੇ ਆ ਨਹੀਂ ਗਏ ਸਾਰੇ, ਉਹ ਜਦੋਂ ਕੀ ਕਹਿੰਦੇ ਲੜਾਈ ਹੋਈ ਪਿੰਡ ਵਿੱਚ ਜੋ ਸਾਰਾ ਮਸਲਾ ਬਣਿਆ, ਆ ਨਹੀਂ ਗਏ ਉੱਥੋਂ? ਇਹ ਬਾਤ ਮੈਂ ਤੇ ਉਹ ਗੱਲ ਕਰ ਰਿਹਾ ਪੁਰਾਣੀ, ਜਿਹੜੀ ਕਿਧਰੇ ਮਿਰਜ਼ਾ ਸਾਹਿਬ ਦੇ ਜ਼ਮਾਨੇ ਦੀ ਹੈ। ਅੱਛਾ ਅੱਛਾ। ਕਿਤਾਬ ਦੇ ਮੁਤਾਬਕ ਮੈਂ ਕਦੇ ਨਾ ਚਵਿੰਡੇ ਗਿਆ, ਨਾ ਕਿਸੇ ਨੂੰ ਮਿਲਿਆ, ਨਾ ਕੁਛ। ਮੈਂ ਸਿਰਫ ਕਿਤਾਬੀ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਨਾਂ ਦੇ ਇੱਕ ਪੜਪੋਤੇ ਨੇ, ਉਹਨਾਂ ਦਾ ਨਾਂ ਹੈ ਡਾਕਟਰ ਫਰੀਦ। ਉਹਨਾਂ ਨੇ ਉਹ ਕਿਤਾਬ ਲਿਖੀ ਹੈ ਚੌਧਰੀ ਮੌਲਾ ਬਖਸ਼ ਭੱਟੀ ਦੇ ਮੁਤਲਕ। ਉਹਦੇ ਵਿੱਚ ਉਹਨਾਂ ਨੇ ਰਾਜਪੂਤ ਭੱਟੀ ਆਏ ਨਾ, ਉਹ ਹੈ ਰਾਜਪੂਤ ਭੱਟੀ। ਹਾਂ, ਰਾਜਪੂਤ ਭੱਟੀ ਹੈ ਜੀ। ਲੇਕਿਨ ਉੱਥੇ ਜਿਹੜੀ ਦੂਸਰੀ ਆਬਾਦੀ ਉਹ ਬੱਟਾਂ ਦੀ ਹੈ, ਉਹ ਠੀਕ ਹੈ ਗੱਲ, ਬੜੀ ਇੱਕ ਵੱਡਾ ਉਹਨਾਂ ਦਾ ਗਰੁੱਪ ਹੈ। ਉਹਨਾਂ ਵਿੱਚੋਂ ਇੱਕ ਬੱਚੇ ਦੀ ਤਲਾਵਤ ਆਉਂਦੀ ਹੁੰਦੀ ਹੈ MTA ਦੇ ਉੱਤੇ, ਮਾਂ ਕਾਨ ਮੁਹੰਮਦ ਨਬਾਹਦ ਮਿਰਜਾਲਿਕੁਮ ਵਲਾਕਿਨ ਰਸੂਲ ਅੱਲਾਹ ਵਖਾਤਮ। ਇਹ ਉਹਨੇ ਪੜ੍ਹੀ ਹੈ, ਬਹੁਤ ਅੱਛੀ। ਇਹ ਉਹਨਾਂ ਦਾ ਇੱਕ ਮਾਟੋ ਦੇ ਤੌਰ ਤੇ ਉਹ ਲਗਾਉਂਦੇ ਨੇ ਵਕਤਨ ਫਵਕਤਨ। ਉਹਦਾ ਨਾਂ ਹੈ ਲੜਕੇ ਦਾ ਬਟ ਕੁਛ ਜ਼ਾਕਰ। ਹੁਸੈਨ ਸਾਹਿਬ ਨਾਸਰ ਭੱਟ ਸਾਹਿਬ ਜਿਹੜੇ ਕਾਰੀਆਂ ਨੇ ਵੀ ਤੇ ਟੁਰ ਗਏ ਨੇ, ਰਬਵੇ ਟੁਰ ਗਏ ਨੇ ਨਾ ਹੁਣ। ਹਾਂ, ਉਹ ਤੇ ਸ਼ਿਫਟ ਹੁੰਦੇ ਰਹਿੰਦੇ ਨੇ, ਉੱਥੇ ਵੀ ਹੈ ਤੇ ਫਿਰ ਰੱਬਾ 'ਚ ਵੀ ਰਿਸ਼ਤੇਦਾਰੀਆਂ ਬਣੀਆਂ ਨੇ ਬਹੁਤ ਸਾਰੀਆਂ, ਉੱਥੇ ਟੁਰ ਗਏ ਹੋਣੇ ਨੇ। ਲੇਕਿਨ ਮਤਲਬ ਇਹ ਕੁਛ ਪੁਰਾਣੀ ਉਹਨਾਂ ਦਾ ਇਸ ਤਰ੍ਹਾਂ ਹੀ ਹੈ। ਭੱਟ ਸਾਹਿਬ ਤੇ ਜਰਮਨੀ 'ਚ ਨੇ ਨਾ, ਨਾਸਰ ਭੱਟ ਸਾਹਿਬ ਤੇ ਦਾਈ ਲੱਲਾ ਜਿਹੜੇ ਨੇ ਉਹ ਜਰਮਨੀ 'ਚ, ਪਤਾ ਨਹੀਂ ਹੁਣ ਜਰਮਨੀ 'ਚ ਕਿਹੜੀ ਜਗ੍ਹਾ ਰਹਿੰਦੇ ਨੇ, ਲੇਕਿਨ ਇੱਕ ਦਾਈ ਲੱਲਾ ਜਿਹੜੇ ਨੇ ਹੈਮਬਰਗ, ਦਾਈ ਲੱਲਾ ਨੇ ਅਭੀ ਉਹ ਰਹਿੰਦੇ ਨੇ। ਉਹ ਵੀ ਮੇਰੇ ਖਿਆਲ ਨੀਮ ਬਾਟੀ ਨੇ, ਉਹ ਨੇ ਅਬਦੁਲ ਰਊਫ ਸਾਹਿਬ। ਅਬਦੁਲ ਰਊਫ ਸਾਹਿਬ ਜਿਹੜੇ ਨੇ ਬੜਾ ਮੁਖਤਸਰ ਤੌਰ ਤੇ ਗੱਲ ਨੂੰ 45 ਮਿੰਟ ਜਲਦੀ ਜਲਦੀ ਸਮਝਾ ਕੇ ਖਤਮ ਕਰ ਦਿੰਦੇ ਨੇ, ਤੇ ਜ਼ਿਆਦਾ ਨਹੀਂ ਲੈਂਦੇ। ਨਹੀਂ ਵੈਸੇ ਹੁਸੈਨੀ ਭਾਈ ਇਹ ਤਾਂ ਤੁਹਾਡੀ ਸਾਦਤਮੰਦੀ ਵੀ ਤੁਸੀਂ 45 ਮਿੰਟ ਦੇ ਕਲੀਲ ਟਾਈਮ ਵਿੱਚ ਜਿਹੜਾ ਸਮਝ ਜਾਂਦੇ। ਮੈਂ ਕਹਿੰਦਾ ਉਹ ਕਹਿੰਦੇ ਜੀ ਮੈਂ ਫਟਾਫਟ ਤੁਹਾਨੂੰ ਗੱਲ ਸਮਝਾ ਕੇ ਤੇ ਫਿਰ ਟਾਈਮ ਦੀ ਵੀ ਕਮੀ ਹੁੰਦੀ ਨਾ, ਉਹਨੇ ਜਾਣਾ ਵੀ ਹੁੰਦਾ। ਕੈਨੇਡਾ ਦੇ ਵੀ ਲੋਕ ਇੰਤਜ਼ਾਰ ਕਰ ਰਹੇ ਹੁੰਦੇ, ਬੜਾ ਕਵਰੇਜ ਦਿੰਦੇ ਨੇ ਦੂਰ ਤੱਕ, ਤੇ ਇੱਥੇ ਕਦੇ ਤਸ਼ਰੀਫ ਲਿਆਉਂਦੇ। ਮੈਂ ਤੇ ਉਹਨਾਂ ਨੂੰ ਬੜਾ ਸ਼ਾਨੀ ਸਾਹਿਬ ਤੁਹਾਨੂੰ ਜਮਾਤ ਦੇ ਬੰਦਿਆਂ ਨੇ ਰਿਕਮੈਂਡ ਕੀਤਾ ਹੈ ਕਿ MTV ਤੇ ਬਹਿ ਕੇ ਤਬਲੀਗ ਕਰਿਆ ਕਰੋ, ਟਿਕਟਾਕ ਵਾਲੇ ਨਹੀਂ ਹੋ ਤੁਸੀਂ। ਆਹ ਟਿਕਟਾਕ ਤੇ ਨਾ ਤੁਹਾਡੀ ਤਬਲੀਗ ਹੈ ਨਾ ਸਾਡੀ ਤਬਲੀਗ, ਇਹ ਮੁਕਾਬਲਾ ਹੁਸਨਕਾਰ ਕਰਦਗੀ ਹੈ। ਨਹੀਂ, अस्सलाम वालेकुम वरहमतुल्लाहि वबरकातुहू। जी मंसूर साहब की हाल है, तबीयत किस तरह ने? बस ठीक ठाक, शुक्र अल्हम्दुलिल्लाह माशाअल्लाह। आज शहंशाह साहब ने बड़ी अच्छी गुफ्तगू करवाई। अच्छा लगा, और इन्हों का खास तौर पे जो इन्होंने अपना मोनोग्राम जो भी लगाया सी, बड़ा अच्छा देख के महसूस होया कि जिन्हों कहते हैं तब्दीली आ नहीं, तब्दीली आ गई है।
ਤੇ ਔਰ ਲੇਕਿਨ ਉਹ ਉਸ ਤੋਂ ਬਾਅਦ ਉਸ ਸਾਰੇ ਸਿਚੁਏਸ਼ਨ ਤੋਂ ਬਾਅਦ ਵਿੱਚ ਉਹ ਇਹਨਾਂ ਦੇ ਆਪਣੇ ਫੌਜੀ ਜਿਹੜੇ ਸੀਗੇ ਨਾ ਉਹਨਾਂ ਨੇ ਤੋਪਾਂ ਦਾ ਮੂੰਹ ਇਹਨਾਂ ਵੱਲ ਕਰ ਦਿੱਤਾ ਹਾਂ ਤੇ ਉਹਨੇ ਤੇ ਥੋੜਾ ਜਿਹਾ ਅਫਸੋਸ ਹੋਇਆ ਹੈ। ਹੁਸੈਨੀ ਸਾਹਿਬ ਜੀ ਜੀ ਮੇਰੀ ਇੱਕ ਰਿਕਵੈਸਟ ਹੈ ਤੁਹਾਡੇ ਅੱਗੇ, ਮਨਸੂਰ ਸਾਹਿਬ ਨੂੰ ਤੁਸੀਂ ਇੱਕ ਪ੍ਰਵੋਕ ਨਾ ਕਰਿਓ ਕਿ ਇਹ ਗੁੱਸੇ ਚ ਆ ਕੇ ਕੋਈ ਲਫ਼ਜ਼ ਆਇੰਦਾ ਕਹਿ ਦੇਣ ਕਿ ਜਿਹਦੇ ਬਾਅਦ ਅਸੀਂ ਕੋਈ ਨਾ ਅਸੀਂ ਕਰਨੇ ਆ ਸਹਾਇ ਕਹਿੰਦੇ ਨੇ ਦੂਜੀਆਂ ਬਰਾੜਾਂ ਨੂੰ ਜਾ ਕੇ ਕਿ ਇਹ ਪੈਨਲ ਪੂਰਾ ਜਿਹੜਾ ਹੈ ਨਾ ਐਸੇ ਗੱਲੇ ਬੈਠਿਆ ਹੁੰਦਾ ਹੈ ਕਿ ਸਾਡੇ ਮੂੰਹ ਦੀ ਐਂ ਤੇ ਗੱਲ ਕਢਾਏ, ਪ੍ਰਵੋਕ ਕਰੇ ਤੇ ਬਾਅਦ ਚ ਜਿਹੜਾ ਨਾ ਗੱਲਬਾਤ ਕਰੇ। ਦੇਖੋ ਜੀ ਦੋ ਗੱਲਾਂ ਨੇ ਅਸੀਂ ਇੱਕ ਮਿੰਟ ਸਾਡੀ ਸਾਹਿਬ ਤੁਸੀਂ ਪਹਿਲੇ ਗੱਲ ਨੂੰ ਸਮਝ ਲਈ ਹੈ ਨਾ ਜਿਹੜੀ ਅਗਲੇ ਦੋਸਤ ਨੇ ਮੈਂ ਸਮਝ ਲਈ ਗੱਲ ਉਹਨਾਂ ਦੀ ਨਹੀਂ ਉਹ ਕਿਆ ਮੈਂ ਇਹ ਗੱਲ ਕਿਸੇ ਖਾਸ ਪੈਨਲ ਦੇ ਮੁਤਲਕ ਕੀਤੀ ਸੀਗੀ? ਬਿਲਕੁਲ ਅਲੀਵਾਲਾ ਸਾਹਿਬ ਬਿਲਕੁਲ, ਤੁਸੀਂ ਸ਼ਹਿਜ਼ਾਦ ਖੁਰਮ ਰਾਜਾ ਸਾਹਿਬ ਨੇ ਬਕਾਇਦਾ ਮੇਰਾ ਵੀ ਨਾਂ ਲਿਆ ਤੇ ਹੁਸੈਨੀ ਸਾਹਿਬ ਦਾ ਸ਼ਾਰਤਨ ਨਾਂ ਲੈ ਕੇ ਤੁਸੀਂ ਕਿਹਾ ਕਿ ਪੈਨਲ ਹੀ ਇਸੇ ਗੱਲੇ ਬੈਠੇ ਹੁੰਦਾ ਉੱਥੇ ਸਾਰਾ ਰਹੀ ਸਹੀ ਜਿਹੜੀ ਗੱਲ ਉਹ ਸ਼ਹਿਜ਼ਾਦ ਖੁਰਮ ਸਾਹਿਬ ਨੇ ਬਿਆਨ ਕੀਤੀ। ਨਹੀਂ ਬਿਲਕੁਲ ਤੁਸੀਂ ਇਹ ਕਿਹਾ, ਗਲਤ ਸਮਝੇ ਹੋ, ਗਲਤ ਨਹੀਂ ਸਮਝਿਆ ਤੁਸੀਂ, ਬਿਲਕੁਲ ਕਿਹਾ ਹੈ। ਗਲਤ ਵਾਲੀ ਕਿਹੜੀ ਗੱਲ? ਮੈਂ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਨਾ ਤੇ ਐਸੀ ਗੱਲ ਕਰਦਾ ਨਾ ਕਿ ਖਾਸ ਤੌਰ ਤੇ ਕਿਸੇ ਨੂੰ ਸਪੈਸੀਫਿਕ ਕਰਕੇ ਤੇ ਨਾ ਚਲੋ ਇੱਥੇ ਆ ਕੇ ਮੌਕਫ ਚੇਂਜ ਕਰ ਲੈਂਦੇ ਤੇ ਕੋਈ ਨਹੀਂ ਗੱਲ, ਉੱਥੇ ਤੁਸੀਂ ਵਾਜ਼ਿਹ ਤੌਰ ਤੇ ਕਿਹਾ ਹੈ ਮਨਸੂਰ ਸਾਹਿਬ ਮੈਂ ਉੱਥੇ ਹੀ ਆ। ਨਹੀਂ ਮੈਂ ਇਸੇ ਲਈ ਮੈਨੂੰ ਇਸੇ ਲਈ ਥੋੜਾ ਜਿਹਾ ਲੱਗਾ ਨਾ ਕਿ ਚੀਜ਼ ਸਹੀ ਤਰ੍ਹਾਂ ਬਿਆਨ ਨਹੀਂ ਸਰਕਾਰ ਮੈਂ ਉੱਥੇ ਬੈਠੇ ਆ, ਮੈਂ ਥੱਲੇ ਕਮੈਂਟ ਕੀਤੇ, ਤੁਹਾਨੂੰ ਮੈਂਸ਼ਨ ਕੀਤਾ ਆ, ਤਾਰ ਅਮਜਦ ਸਾਹਿਬ ਨੂੰ ਮੈਂਸ਼ਨ ਕੀਤਾ, ਫਿਰ ਬਾਅਦ ਵਿੱਚ ਸ਼ਹਿਨਸ਼ਾਹ ਵਾਨ ਸਾਹਿਬ ਉੱਤੇ ਗਏ ਹੈ ਜਿਸ ਟਾਈਮ ਉਹ ਸੁਭਾਨ ਅੱਲਾਹ ਸਾਹਿਬ ਹੋਏ ਤੇ ਉਹਨਾਂ ਦੇ ਬਾਰੇ ਗੱਲ ਕਰਨ ਤੇ ਤੁਸੀਂ ਇਹ ਗੱਲ ਕੀਤੀ ਹੈ ਸਰਕਾਰ ਹੁਣ ਭੁੱਲੋ ਨਾ। ਮੈਂ ਹੁਣ ਵੀ ਉਹ ਗੱਲ ਦੁਹਰਾ ਦਿੰਦਾ, ਮੈਂ ਹੁਣ ਵੀ ਸਾਰਿਆਂ ਦੇ ਸਾਹਮਣੇ ਗੱਲ ਦੁਹਰਾ ਦਿੰਦਾ ਤਾਂ ਕਿ ਕਰੈਕਸ਼ਨ ਸਾਹਿਬ ਇੱਕ ਰਿਕੁਐਸਟ ਹੈ, ਥੋੜੀ ਦੇਰ ਠਹਿਰੋ ਸਾਹਿਬ। ਇਹ ਥੱਲੇ ਜਿਹੜਾ ਚਮੂਣਾ ਹੈਗਾ ਨਾ ਇਹਨੂੰ ਆਪਣੀ ਜ਼ੁਬਾਨ ਨੂੰ ਸਮਝਾ ਲਓ ਇਹ ਬੇਗੈਰਤੀ ਤੋਂ ਨਾ ਬਾਅਦ ਆ ਜਾਏ। ਮੈਂ ਇਹਨੂੰ ਵੇਖਣਾ ਨਹੀਂ ਚਾਹੁੰਦਾ, ਬੁਲਾਣਾ ਨਹੀਂ ਚਾਹੁੰਦਾ, ਇਹਦੇ ਨਾਲ ਕੋਈ ਕਲਾਮ ਨਹੀਂ ਕਰਨਾ ਚਾਹੁੰਦਾ। ਇਹ ਖਾਮ ਮੇਰੇ ਨਾਲ ਬੇਗੈਰਤੀ ਕਰਦਾ, ਇਹਦੇ ਨਾਲ ਕਿੰਨੀ ਵਾਰੀ ਇਗਨੋਰ ਕੀਤਾ ਹੈ। ਇਹ ਕਦੀ ਕਾਸਮ ਦੇ ਨਾਂ ਤੋਂ ਆਂਦਾ, ਕਦੀ ਉਸਮਾਨ ਦੇ ਨਾਂ ਤੋਂ ਆਂਦਾ। ਢੂਈ ਇਹਦੇ ਕੋਲ ਉਸਮਾਨ ਹੋ ਰਹੇ ਕਾਸਮ ਹੋ ਰਹੇ, ਤੁਹਾਨੂੰ ਗਲਤੀ ਲੱਗਦੀ ਹਾਂ ਜੋ ਵੀ ਆਣ ਇਹ ਦੋਨੋਂ ਇਹ ਜੀ ਬੇਗੈਰਤੀ ਕਰਦੇ ਨੇ। ਚਲੋ ਠੀਕ ਹੈ, ਇਹ ਜਦੋਂ ਇਹ ਤੁਹਾਡੀ ਨਹੀਂ ਇੱਕ ਮਿੰਟ ਜਦੋਂ ਇਹ ਗੱਲ ਹੋ ਚੁੱਕੀ ਕਿ ਇਹ 6-9 ਨਹੀਂ ਲਿਖਣਗੇ ਤੇ ਮੁਸਲਮਾਨ ਤੇ ਹੁੰਦਾ ਜਿਹੜਾ ਅਹਿਦ ਤੇ ਪੂਰਾ ਉਤਰਦਾ, ਉਸ ਤੋਂ ਬਾਅਦ ਸਾਡੇ ਕਿਸੇ ਬੰਦੇ ਨੇ ਇਹਨਾਂ ਤਰ੍ਹਾਂ ਦੀ ਬੇਗੈਰਤੀ ਕੀਤੀ। ਇਹ ਐਡਾ ਲਾਂਤੀ ਔਰ ਬਦਬਖਤ ਇਨਸਾਨ ਹੈ ਵੀ ਨਾ ਮੈਂ ਤੈਨੂੰ ਬੁਲਾਇਆ ਨਾ ਚਲਾਇਆ, ਤੂੰ ਐਵੇਂ ਖਾਮ ਮੇਰੇ ਤੇ। ਠੀਕ ਹੋ ਗਿਆ, ਬਰਾਬਰ ਹੋ ਗਈ ਗੱਲ। ਹੁਣ ਗੱਲ ਇਹ ਹੈ ਅਸੀਂ ਜਿਤਨੀ ਇੱਥੇ ਗੁਫ਼ਤਗੂ ਕਰਨੇ ਆ ਉਹ ਸਾਡੀ ਤਰਫੋਂ ਤੇ ਪੂਰੀ ਤਰ੍ਹਾਂ ਸੰਜੀਦਗੀ ਦੇ ਨਾਲ ਹੁੰਦੀ ਹੈ। ਅਕਸਰ ਬੇਸ਼ਤਰ ਕੁਰਾਨ ਕਰੀਮ ਦੀਆਂ ਆਇਤ ਰੈਫਰ ਹੁੰਦੀਆਂ ਨੇ ਤੇ ਅਸੀਂ ਕੁਰਾਨ ਕਰੀਮ ਤੋਂ ਉਹ ਆਇਤ ਤਲਾਵਤ ਕਰ ਦਿੰਦੇ ਹਾਂ, ਉਹਦਾ ਤਰਜਮਾ ਕਰ ਦਿੰਦੇ ਹਾਂ, ਉਹਦੇ ਨਾਲ ਕੋਈ ਰਿਲੇਟਡ ਆਇਤ ਹੋਵੇ ਤੇ ਉਹ ਵੀ ਬਿਆਨ ਹੋ ਜਾਂਦੀ ਹੈ ਤੇ ਜੋ ਕੁਛ ਉਹਦੇ ਤੋਂ ਮਫਹੂਮ ਹੁੰਦਾ ਹੈ। ਇਸ ਕਿਸਮ ਦੀ ਗੁਫ਼ਤਗੂ ਹੁੰਦੀ ਹੈ। ਇਹਦਾ ਨਾ ਕੋਈ ਆਦਮੀ ਸ਼ਾਤਮੀਅਤ ਰੱਖਦੇ, ਇਹਦਾ ਨਾ ਕੋਈ ਤੋਹੀਨ ਰੱਖਦੇ, ਇਹਦਾ ਨਾ ਕੋਈ ਬਦ ਕਲਾਮੀ ਰੱਖਦੇ ਤੇ ਉਹ ਕਿਸੇ ਵੀ ਸ਼ੈ ਨੂੰ ਕੁਛ ਵੀ ਕਹਿ ਦੇ, ਉਹਨਾਂ ਦੀ ਮਰਜ਼ੀ ਹੈ ਜੋ ਵੀ ਕਹਿਣਾ। ਇਸ ਤਰ੍ਹਾਂ ਹੀ ਹਦੀਸ ਸ਼ਰੀਫ ਦਾ ਜ਼ਿਕਰ ਆਉਂਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਹਦੀਸ ਸ਼ਰੀਫ ਦੀ ਕਿਤਾਬ ਦਾ ਨਾਮ ਪਤਾ ਕੀਤਾ ਜਾਏ, ਉਹਦਾ ਨੰਬਰ ਪਤਾ ਕੀਤਾ ਜਾਏ ਔਰ ਕੋਸ਼ਿਸ਼ ਕਰਕੇ ਉਹਦੇ ਅਸਲ ਮਤਨ ਨੂੰ ਪੜ੍ਹਿਆ ਜਾਏ ਤੇ ਫਿਰ ਉਹਦੇ ਮੁਤਲਕ ਜਿਹੜੀ ਕੋਈ ਗੱਲ ਕਰਨੀ ਉਹ ਕੀਤੀ ਜਾਏ। ਇਹ ਸਾਰੀਆਂ ਇਹਤਿਆਤਾਂ ਅਸੀਂ ਜ਼ਰੂਰ ਕਰ ਲਿਆਉਂਦੇ ਹਾਂ। ਗੱਲ ਸ਼ਖਸੀਅਤ ਦੀ, ਅਸੀਂ ਇੱਕ ਆਮ ਆਦਮੀ ਜਿਹੜਾ ਸਾਡਾ ਕੁਝ ਵੀ ਨਹੀਂ ਲੱਗਦਾ, ਜਿਹੜਾ ਇੱਥੇ ਆਇਆ ਹੈ ਨੀਚੇ ਕਿਤੇ ਬੈਠਾ ਹੈ ਜਾਂ ਉੱਤੇ ਆ ਗਿਆ ਹੈ, ਕਦੇ ਕਿਸੇ ਵਾਸਤੇ ਕੋਈ ਦਰੁਸਤ ਕਲਾਮੀ ਰਵਾ ਨਹੀਂ, ਕੋਈ ਮਨਫੀ ਲਫ਼ਜ਼ ਨਹੀਂ ਕਿਹਾ। ਤੇ ਨੌਜ਼ ਬਿੱਲਾ ਜਦੋਂ ਇੱਕ ਆਮ ਆਦਮੀ ਵਾਸਤੇ ਸਾਡਾ ਇਹ ਹੈ ਤੇ ਫਿਰ ਜਿਹੜੇ ਬਜ਼ੁਰਗ ਨੇ ਇੱਕ ਐਸਾ ਆਲਾ ਮੁਕਾਮ ਰੱਖਦੇ ਨੇ ਜਿਨ੍ਹਾਂ ਦੇ ਉੱਤੇ ਲੋਕ ਆਪਣੀ ਜਾਨ ਨਿਸਾਰ ਕਰਦੇ ਨੇ, ਉਹਨਾਂ ਵਾਸਤੇ ਕੋਈ ਗਲਤ ਲਫ਼ਜ਼ ਹੋ ਸਕਦਾ? ਮੁਮਕਿਨ ਹੀ ਨਹੀਂ। ਸਾਨੀ ਸਾਹਿਬ ਮੇਰਾ ਇੱਕ ਕੁਐਸਚਨ ਹੈ ਤੁਹਾਡੇ ਕੋਲ। ਮੈਨੂੰ ਹੁਣ ਜਿਹੜੀ ਅਲੀਵਾਲਾ ਸਾਹਿਬ ਨੇ ਗੱਲ ਪੇਸ਼ ਕੀਤੀ ਹੈ ਨਾ, ਅਗਰ ਗੱਲ ਜਿਸ ਤਰੀਕੇ ਦੇ ਨਾਲ ਹੋਏ ਜੀ ਔਰ ਉਸ ਨੂੰ ਗਲਤ ਤਰੀਕੇ ਦੇ ਨਾਲ ਅੱਗੇ ਬਿਆਨ ਕੀਤਾ ਜਾਏ ਜੀ, ਕਿਆ ਇਹ ਅੱਛੀ ਗੱਲ ਹੈ?
ਮੇਰਾ ਖਿਆਲ ਹੈ ਜਿਤਨੀ ਵੀ ਗੱਲ ਹੈ ਉਹਨੂੰ ਜੇ ਤੇ ਉਹਦੇ ਚ ਫਰਾਲੀਆਂ ਕੋਈ ਨਾ ਜੋ ਮਫਹੂਮ ਹੈ ਅਗਰ ਕੀਤੀ ਜਾਂ ਨਹੀਂ ਕੀਤੀ, ਅਗਰ ਇਸ ਕਿਸਮ ਦਾ ਇਤਰਾਜ਼ ਤੇ ਲੋਕ ਕਰਦੇ ਰਹਿੰਦੇ ਨੇ ਨਾ। ਨਹੀਂ ਕਿਸੇ ਤੇ ਹੁਣ ਉਸ ਗੱਲ ਨੂੰ ਜਿਹੜੀ ਗੱਲ ਹੋਈ ਜਿਸ ਤਰ੍ਹਾਂ ਨਹੀਂ ਸਾਹਿਬ ਇੱਕ ਮਿੰਟ ਹੈ ਮਨਸੂਰ ਸਾਹਿਬ YouTube ਚੈਨਲ ਹੈ ਨਾ, ਇੱਕ ਆਪਸ ਵਿੱਚ WhatsApp ਤੇ ਕਾਲ ਕਰ ਲਓ ਇੱਕ ਦੂਜੇ ਨੂੰ। ਇੱਕ ਮਿੰਟ ਮੈਂ ਸਾਨੀ ਸਾਹਿਬ ਨਾਲ ਗੱਲ ਕਰ ਲਵਾਂ ਹੁਣ ਵਿੱਚ। ਉਹ ਬਈ ਰਹਿਣ ਦਿਓ ਭਾਈ, ਕੋਈ ਹੋਰ ਮੌਜੂ ਤੇ ਗੱਲ ਕਰੋ। ਸਾਨੀ ਸਾਹਿਬ ਗੁਫ਼ਤਗੂ ਕਰ ਆਪੇ ਚ YouTube ਚੈਨਲ ਉਸ ਗੱਲ ਦੇ ਨਾਲ ਕਿਸੇ ਗੱਲ ਦੇ ਨਾਲ ਕੋਈ ਵੀ ਖਾਸ ਇਤਨਾ ਹੀ ਹੈ ਜਿਤਨਾ ਸਬਕ ਮੈਂ ਲੈ ਲਿਆ ਉਹਦੇ ਚੋਂ ਕਿ ਅਸੀਂ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਹਰ ਇੱਕ ਦੇ ਨਾਲ ਜਿਹੜਾ ਕੁਰਾਨ ਕਰੀਮ ਦਾ ਹੁਕਮ ਹੈ ਕਿ ਕੁਲੂ ਲਿਨਾਸ ਹੁਸਨਾ, ਸਾਰਿਆਂ ਨਾਲ ਅੱਛੀ ਗੱਲ ਕੀਤੀ ਜਾਏ, ਸਾਰੇ ਇਤਰਾਮ ਕੀਤਾ ਜਾਏ, ਸਾਰੇ ਇਨਸਾਨਾਂ ਦਾ ਇਤਰਾਮ ਕੀਤਾ ਜਾਏ, ਕਿਸੇ ਦੇ ਵਾਸਤੇ ਵੀ ਤਕਲੀਫੀ ਗੱਲ ਅਸੀਂ ਨਾ ਕਹੀਏ। ਇਹਦੇ ਤੇ ਉਹੀ ਗੱਲ ਮੈਂ ਕਰ ਰਿਹਾ ਕਿ ਕਿਆ ਕਿਸੇ ਤੇ ਇਹ ਇਲਜ਼ਾਮ ਲਗਾਣਾ ਕਿ ਗੱਲ ਨਹੀਂ ਕੋਈ ਇਲਜ਼ਾਮ ਕਾਹਨੂੰ ਲਾਣਾ ਕਿਸੇ ਤੇ, ਇਲਜ਼ਾਮ ਨਾ ਲਾਓ। ਚੀਜ਼ ਬਿਆਨ ਕਰ ਦਿੰਦਾ ਹੈ ਜਿਹੜੀ ਇਹ ਗੱਲ ਕਰ ਰਹੇ ਨੇ, ਦੋ ਗੱਲਾਂ ਨੂੰ ਮਿਕਸ ਕਰ ਰਹੇ ਨੇ ਕਿ ਸਾਡੀ ਸਾਹਿਬ ਦਾ ਨਾਮ ਲਿਆ ਗੱਲਾਂ ਐਸੀਆਂ ਮਿਕਸ ਹੋ ਜਾਣ ਕਿ ਉਹਦਾ ਨਤੀਜਾ ਨਾ ਨਿਕਲੇ ਤਾਂ ਉਹਨੂੰ ਫਿਰ ਚੱਲਣਾ ਹੀ ਪੈਂਦਾ ਨਾ। ਸਵਾਲ ਕਰਦੇ ਸਾਹਿਬ ਨੇ ਕੀਤੀ ਹੈ ਕਿ ਨਹੀਂ ਕੀਤੀ? ਆਹ ਗੱਲ ਤੇ ਇਹਨਾਂ ਨੇ ਕੀਤੀ। ਉਹ ਜਿਹੜਾ ਉਹਨਾਂ ਦਾ ਬੇਟਾ ਸੀ ਅੰਬਰ ਨਦੀਰ, ਉਹਨਾਂ ਦਾ ਯਾਰ ਫਤਿਹ ਸਲਾਮ ਦਾ YouTube ਚੈਨਲ ਹੈ ਨਾ ਉਹਨਾਂ ਦਾ। ਆਮਿਰ ਨਜ਼ੀਰ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ, ਗੱਲ ਬਿਆਨ ਕਰ ਲੈਂਦੇ ਹੋ ਨਾ। ਉਹ ਮਨਸੂਰ ਸਾਹਿਬ ਛੱਡ ਦਿਓ ਯਾਰ, ਮਿਹਰਬਾਨੀ ਕਰ ਦਿਓ। ਸਾਨੂੰ ਕੀ ਦਿਲਚਸਪੀ ਹੈ ਤੁਹਾਡੇ ਨਾਲ ਕੀ ਹੋਇਆ ਤੇ ਤੁਸੀਂ ਕੀ, ਮਤਲਬ ਤੁਹਾਡਾ ਆਪਣਾ ਪਰਸਨਲ ਹੈ। ਅਸੀਂ ਇੱਥੇ ਕੋਈ ਇਲਮੀ ਗੁਫ਼ਤਗੂ ਕਰ ਰਹੇ ਹਾਂ, ਅਸੀਂ ਪਰਸਨਲ ਡਿਸਕਸ਼ਨ ਨਹੀਂ ਕਰ ਰਹੇ। ਗੁਫ਼ਤਗੂ ਹੀ ਕਰ ਰਹੇ ਹਾਂ। ਹਾਂਜੀ ਤੁਹਾਡੀ ਇਲਮੀ ਗੁਫ਼ਤਗੂ ਹੈ, ਤੁਸੀਂ ਕੀ ਕਿਹਾ ਤੁਸੀਂ ਨਹੀਂ ਕਿਹਾ, ਛੱਡੋ ਪਰ ਇਸ ਚੀਜ਼ ਨੂੰ ਬਸ। ਤੁਸੀਂ ਕਹਿੰਦੇ ਨਹੀਂ ਕਿਹਾ ਤੇ ਖਤਮ ਹੋ ਗਈ ਗੱਲ। ਤੁਸੀਂ ਜਵਾਬ ਨਹੀਂ ਦਿਓਗੇ। ਔਰ ਨਹੀਂ ਭਾਈ ਜੀ ਤੁਸੀਂ ਕਿਹਾ ਹੈ, ਤੁਸੀਂ ਕਹਤੇ ਤੁਸੀਂ ਨਹੀਂ ਕਿਹਾ, ਗੱਲ ਖਤਮ ਹੋ ਗਈ। ਅੱਗੇ ਚਲੋ। ਤੁਹਾਡੀ ਗੱਲ ਮੰਨ ਲਈ ਹੈ, ਤੁਸੀਂ ਠੀਕ ਫਰਮਾ ਰਹੇ ਹੋ। ਉਹ ਬੰਦੇ ਨੇ ਮੰਨ ਲਈ ਹੈ ਕਿ ਮਿਹਰਬਾਨੀ ਕਰ ਯਾਰ ਭਾਈ, ਉਹ ਸਾਰੇ ਦੁਨੀਆ ਦੇ ਬੰਦਿਆਂ ਨੂੰ ਮਨਵਾਉਣਾ ਤੇ ਜ਼ਰੂਰੀ ਨਹੀਂ। ਤੁਸੀਂ ਅੱਗੇ ਆ ਤੇ ਅਸੀਂ ਮੰਨਦੇ ਆ ਵੀ ਤੁਸੀਂ ਸਹੀ ਫਰਮਾ ਰਹੇ ਹੋ। ਜਿਹਨੇ ਸੁਣੀ ਨਾ ਹੋਵੇ, ਮੈਂ ਉੱਥੇ ਬੈਠੇ ਆ, ਤੁਸੀਂ ਗੱਲ ਕੀਤੀ ਹੈ ਬਗੈਰ। ਅੱਛਾ ਇੱਕ ਸਵਾਲ ਜਿਹੜਾ ਉਹ ਮੈਂ ਕਰ ਲਵਾਂ, ਮੌਜੂ ਵੀ ਚੇਂਜ ਹੋ ਜਾਏਗਾ ਤੇ ਸਵਾਲ ਇੱਕ ਛੋਟਾ ਜਿਹਾ ਹੈ ਯਾਰ, ਮਿਹਰਬਾਨੀ ਕਰੋ, ਮਿਹਰਬਾਨੀ। ਸਵਾਲ ਇਹ ਹੈ ਕਿ ਸਵਾਲ ਕਰੋ। ਹਜ਼ਰਤ ਅਲੀ ਕਰਮੁल्लाह ਵਜੇ ਉਹ ਇੱਕ ਨੇ ਕਿ ਦੋ ਨੇ? हजरत इमाम हुसैन एक ने के दो ने? हजरत ईसा अलैहिस्सलाम एक ने के दो ने? काफर एक किस्म का होंदा या दो किस्म का होंदा है? मिर्जा गुलाम अहमद कादियानी एक के दो है ਨਾ ਜਨਾਬ। ਮੈਂ ਉਹਨਾਂ ਨੂੰ ਕੱਲ ਕਿਹਾ ਕਿ ਤੁਸੀਂ ਹਜ਼ਰਤ ਅਲੀ ਕਰਮੁल्लाह ਵਜੇ ਨੂੰ ਜਨਾਬ ਬੜੀ ਗਾਲੀ ਕੱਢਦੀ। ਉਹ ਕਹਿੰਦੇ ਮੈਂ ਉਹਨਾਂ ਨੂੰ ਤਾਂ ਕੱਢੀ ਨਹੀਂ, ਉਹ ਤਾਂ ਹੋਰ ਅਲੀ ਹੈ। ਅੱਛਾ, ਜਿਹਨੂੰ ਮੈਂ ਗਾਲਾਂ ਕੱਢੀਆਂ। ਹਜ਼ਰਤ ਈਸਾ ਫਿਰ ਉਹੀ ਬੰਦਾ ਜਵਾਬ ਦੇ ਸਕਦਾ ਜਿਹੜਾ ਕਹਿੰਦਾ। ਹੁਸੈਨੀ ਸਾਹਿਬ ਵਾਲੀ ਗੱਲ 1955 ਵਾਲੀਆਂ ਨਾ ਗੱਲਾਂ ਨਾ ਰਿਪੀਟ ਕਰੋ। ਜਿਹੜਾ ਬੰਦਾ ਇਹੋ ਜਿਹਾ ਹੋਵੇ ਨਾ ਉਹਦਾ ਇਲਾਜ ਮੈਂ ਦੱਸਣਾ। ਤਾਰਕ ਸਾਹਿਬ ਇੱਥੇ ਹੀ ਹੋ, ਮੈਂ ਤੁਹਾਡੇ ਇਹ ਕੇਸ ਜਿਹੜਾ ਨੇ ਮੈਂ ਫੜਿਆ, ਮੈਂ ਕਿਹਾ ਵਿਹਲਾ ਮੇਰਾ ਮਾਈਕ ਮੈਨੂੰ ਲੱਭਾ ਤੇ ਮੈਂ ਜਵਾਬ ਦੇਣਾ। ਜੀ ਜੀ ਬਿਸਮਿਲ੍ਲਾ। ਮਿਰਜ਼ਾ ਸਾਹਿਬ ਕੋਲ ਇੱਕ ਬੰਦਾ ਆਇਆ ਨਾ ਕਾਦੀਆਨ ਤੇ, ਉਹ ਥੋੜਾ ਇੰਜੇ ਦਾ ਸੀ, ਬਦਗੋ ਜਿਹਨੂੰ ਕਹਿੰਦੇ ਹੋ ਨਾ, 69 ਲਿਖਣ ਵਾਲਾ। ਹਾਂਜੀ। ਤੇ ਉਹਨੇ ਮਿਰਜ਼ਾ ਸਾਹਿਬ ਦੇ ਕਿਸੇ ਮਰੀਦ ਨੂੰ ਬੁਲਾਇਆ ਤੇ ਉਹ ਲਗਾ ਗਿਆ ਗੱਲ ਕਰਨ। ਤੇ ਮਿਰਜ਼ਾ ਸਾਹਿਬ ਨੂੰ ਪਤਾ ਲੱਗਾ ਤੇ ਉਹਨਾਂ ਨੇ ਫਰਮਾਇਆ ऐसे खबीस मुफसिद को इतनी इज्जत नहीं देनी चाहिए, इसके साथ तुम में से कोई बातचीत करे। ऐसे खबीस और मुफसिद नो ऐसी इज्जत एडी इज्जत ना दियो, मिर्जा साहब ने फरमाया। ऐसा हुक्म देता है। वो कहने ने किसी के ज़र्फ से बढ़ गुफ्तगू ना बनाओ सर, मैं रो वफा हरगिज़ केस भेजा तसर्रुफ से बड़ा नुकसान होता है। और ज़र्फ के मुताबिक ही है ना। मैं जरा नमाज पढ़ ला फिर। बिल्कुल जी जी, नफल भी पढ़ के आना, बल्कि सारी नमाज पढ़ो, तुसी जरा कि ना पढ़ो। ਅਸਲ ਗੱਲ ਹੈ ਕਿ ਮਸਲ ਇਹ ਵਾਲੀ ਡਿਸਕਸ ਹੁੰਦੇ ਅਕਸਰ। ਮਿਰਜ਼ਾ ਸਾਹਿਬ ਨੇ ਆਪਣੀ ਬੀਵੀ ਨੂੰ ਛੱਡਿਆ ਸੀ, ਤਲਾਕ ਦਿੱਤੀ ਸੀ, ਯਾਨੀ ਪਰਸਨਲ ਉਹਨਾਂ ਦੀਆਂ ਗੱਲਾਂ ਨੇ। ਉਹਨਾਂ ਦੀ ਬੀਵੀ ਹੈ, ਉਹ ਤਲਾਕ ਦੇਣੇ ਨਾ, ਬੇਟੇ ਨਾਲ ਨਾਰਾਜ਼ ਹੋਣੀਆਂ ਨਾ, ਉਹਨਾਂ ਦੀ ਮਰਜ਼ੀ ਹੈ। ਸਾਨੂੰ ਕੀ ਇਹਦੇ ਤੇ ਡਿਸਕਸ ਕਰਨ ਦੀ ਜ਼ਰੂਰਤ ਹੈ? ਇਹ ਤਾਂ ਉਹਨਾਂ ਦੀ ਪਰਸਨਲ ਹੈ ਸਰ। ਹਰ ਬਾਪ ਬੇਟੇ ਦੇ ਵਿੱਚ ਕਈ ਦਫਾ ਹੋ ਜਾਂਦੀ ਐਸੀ ਗੱਲ।
ਜਾਂ ਨਹੀਂ, ਅਸਲ ਵਿੱਚ ਇਹ ਕਿ ਭਗਵਾਨ ਸਾਹਿਬ ਜਿਹੜਾ ਬੰਦਾ ਜਿਹਦੀ ਪਬਲਿਕ ਲਾਈਫ ਹੋਵੇ, ਜਿਹੜਾ ਬੰਦਿਆਂ ਵਾਸਤੇ ਇੱਕ ਗਾਈਡ ਹੋਵੇ, ਰਹਿਨੁਮਾ ਹੋਵੇ, ਔਰ ਉਹਦਾ ਹਰ ਜ਼ਿੰਦਗੀ ਦਾ ਪਹਿਲੂ ਜਿਹੜਾ ਹੈ ਉਹ ਲੋਕਾਂ ਵਾਸਤੇ ਮਸ਼ਲ ਰਾਹ ਹੋਵੇ ਨਾ, ਜਾਂ ਉਹਦੇ ਦਾਅਵਾਜਾਤ ਹੋਣ ਕਿ ਮੇਰਾ ਜ਼ਿੰਦਗੀ ਦਾ ਹਰ ਪਹਿਲੂ ਤੁਹਾਡੇ ਤੋਂ ਮਸ਼ਲ ਰਾਹ, ਤੇ ਫਿਰ ਉਹਦੀ ਪ੍ਰਾਈਵੇਟ ਲਾਈਫ ਕੋਈ ਨਹੀਂ ਰਹਿ ਜਾਂਦੀ ਹੈ, ਨਾ ਉਹਨੂੰ ਕਿਸੇ ਵੀ ਲਾਈਫ ਦੇ ਪਹਿਲੂ ਨੂੰ ਕਵਰ ਕੀਤਾ ਜਾ ਸਕਦਾ ਸਿਵਾਏ ਬਿਲਕੁਲ ਜਿਹੜੇ ਨਿਹਾਨੀ ਮਾਮਲਾਤ ਨੇ ਨਾ, ਉਹਨਾਂ ਤੋਂ ਉਰਾਂ ਜਿਹੜੇ ਰਿਸ਼ਤੇ ਕਿੰਨੇ ਨੇ, ਪੁੱਤਰ ਕਿੰਨੇ ਨੇ, ਨੋਹਾਂ ਕਿੰਨੀਆਂ ਨੇ, ਉਜੜਿਆ ਕਿਹੜਾ, ਤਲਾਕ ਕਿਹਨੂੰ ਹੋਈ ਏ, ਔਲਾਦ ਕਿਹਦੇ ਘਰ ਨਹੀਂ ਹੋਈ, ਇਹ ਚੀਜ਼ਾਂ ਪ੍ਰਾਈਵੇਟ ਨਹੀਂ ਹੁੰਦੀਆਂ, ਬਲਕਿ ਇਹ ਜ਼ਿੰਦਗੀ ਦੇ ਉਹ ਪਹਿਲੂ ਨੇ ਜਿਨ੍ਹਾਂ ਨੂੰ ਡਿਸਕਸ ਕਰਕੇ ਲੋਕ ਉਹਨਾਂ ਤੋਂ ਵੇਖਦੇ ਨੇ ਕਿ ਕਿਆ ਇਸ ਬੰਦੇ ਦੀ ਜ਼ਿੰਦਗੀ ਸਾਡੇ ਵਾਸਤੇ ਮਸ਼ਲ ਰਾਹ ਹੋ ਸਕਦੀ ਕਿ ਨਹੀਂ ਹੋ ਸਕਦੀ। ਨਹੀਂ, ਮਿਰਜ਼ਾ ਸਾਹਿਬ ਨੇ ਅਗਰ ਕੋਈ ਕੁਛ ਖੁਦ ਬਿਆਨ ਕੀਤਾ ਆਪਣੀ ਕਿਤਾਬ ਦੇ ਵਿੱਚ ਤੇ ਉਹਦੇ ਤੋਂ ਮਤਲਬ ਕਿ ਆਦਮੀ ਗੱਲ ਕਰ ਸਕਦਾ ਹੈ। ਕੋਈ ਉਹਨਾਂ ਦੇ ਮਤਲਬ ਕੁਛ ਕਹਿ ਰਿਹਾ ਤੇ ਉਹਦੇ ਨਾਲ ਸਾਨੂੰ ਉਹਦੇ ਨਾਲ ਕੀ, ਕੋਈ ਕੁਛ ਕਹਿੰਦਾ ਰਹੇ, ਭਾਵੇਂ ਉਹਨਾਂ ਦਾ ਬੇਟਾ ਹੋਵੇ। ਅਬ ਹਜ਼ਰਤ ਨੂਹ ਦਾ ਬੇਟਾ ਜਿਹੜਾ ਸੀ ਗੈਰ ਸਾਲੇ ਸੀ, ਉਹਨੂੰ ਉਹ ਜੋ ਮਰਜ਼ੀ ਕਹਿੰਦਾ ਫਿਰ। ਅੱਛਾ, ਇਹ ਜਿਹੜੀ ਤੁਸੀਂ ਮਿਸਾਲ ਦਿੰਦੇ ਹੋ ਹਜ਼ਰਤ ਨੂਹ ਦੇ ਬੇਟੇ ਵਾਲੀ, ਉਹ ਤੇ ਪੱਕਾ ਹੀ ਮੁਨਕਰ ਸੀ ਨਾ। ਇਹ ਤੇ ਇਹਨਾਂ ਦਾ ਗੱਦੀ ਨਸ਼ੀਨ ਹੈ। ਗੱਦੀ ਨਸ਼ੀਨੀ ਤੇ ਮਿਰਜ਼ਾ ਸਾਹਿਬ ਨੇ ਕੋਈ ਨਹੀਂ ਸ਼ੁਰੂ ਕੀਤੀ। ਨਹੀਂ, ਕਹਿਣ ਦਾ ਮਕਸਦ ਹੈ ਕਿ ਵਾਰਿਸ ਤੇ ਗੱਦੀ ਦਾ ਉਹ ਹੀ ਸੀ, ਉਹ ਹੀ ਬੈਠਾ। ਗੱਦੀ ਕੋਈ ਹੈ ਹੀ ਨਹੀਂ ਸੀ ਉਹਨਾਂ ਦੀ, ਉਹਨਾਂ ਦੇ ਕੋਲ ਕੋਈ ਮਤਲਬ ਬਣ ਕੇ ਗਈ ਨਾ, ਜਿੱਥੇ ਗੱਦੀ ਕਰਨਾ, ਭਾਵੇਂ ਬਣਾ ਲਈ ਭਾਵੇਂ ਬਣ ਗਈ, ਲੇਕਿਨ ਇਲਮੀ ਖਜ਼ਾਨੇ ਦਾ, ਇਹ ਕਿਤਾਬਾਂ ਦਾ, ਇਸ ਲਿਟਰੇਚਰ ਦਾ, ਇਹਨਾਂ ਗੱਲਾਂ ਦਾ ਵਾਰਿਸ ਕੌਣ ਹੈ? ਕੋਈ ਵੀ ਵਾਰਿਸ ਨਹੀਂ, ਜਿਹੜੇ ਵੀ ਉਹਨਾਂ ਦੇ ਪੈਰੋਕਾਰ ਨੇ, ਜਿਹੜੇ ਉਹਨਾਂ ਨੂੰ ਮੁਹੱਬਤ ਨਾਲ ਪੜ੍ਹਦੇ ਨੇ। ਨਹੀਂ, ਮੈਨੂੰ ਜਾਂ ਤੁਹਾਨੂੰ ਕੀ ਪਤਾ ਹੈ ਕਿ ਮਿਰਜ਼ਾ ਸਾਹਿਬ ਸਿਆਲਕੋਟ ਕਿਹੜੇ ਸਾਲ ਗਏ ਸਨ, ਕਿਹੜੇ ਸਾਲ ਰਹੇ ਸਨ, ਜਾਂ ਉਹਨਾਂ ਨੇ ਆਪਣੀ ਬੀਵੀ ਨਾਲ ਫਲਾਣੇ ਤਲਕਾਤ ਤੋਂ ਤਰਕ ਕਰ ਦਿੱਤੇ ਸਨ ਤੇ ਫਲਾਣੇ ਆਏ ਸਨ? ਇਹ ਉਹਨਾਂ ਦੇ ਘਰੋਂ ਗੱਲਾਂ ਉਹਨਾਂ ਦੇ ਬੱਚਿਆਂ ਨੇ ਦੱਸਣੀਆਂ ਨੇ ਨਾ, ਕਿਹਨੇ ਦੱਸਣੀਆਂ ਨੇ? ਬਾਹਰੋਂ ਤੇ ਉਹਨਾਂ ਦੇ ਬੱਚਿਆਂ ਨੇ ਜਿਹੜੀਆਂ ਦੱਸੀਆਂ ਉਹਦੇ ਤੇ ਅਸੀਂ ਜ਼ਿੰਮੇਦਾਰ ਨਹੀਂ, ਨਾ ਮਿਰਜ਼ਾ ਸਾਹਿਬ ਜ਼ਿੰਮੇਦਾਰ ਨੇ। ਉਹਨਾਂ ਦੇ ਆਪਣਾ ਪੁਆਇੰਟ ਆਫ ਵਿਊ ਕੋਈ ਹੋ ਸਕਦਾ ਹੈ। ਮਿਰਜ਼ਾ ਸਾਹਿਬ ਨੇ ਜਿਹੜੀ ਖੁਦ ਕੋਈ ਗੱਲ ਲਿਖੀ ਉਹਦੇ ਮੁਤਲਕ ਤੇ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਇੰਝ ਲਿਖਿਆ, ਔਰ ਜੇ ਲਿਖਿਆ ਤੇ ਅਸੀਂ ਕਹਿੰਦੇ ਹਾਂ ਠੀਕ ਲਿਖਿਆ। ਅਗਰ ਕੋਈ ਬੱਚਾ ਕੋਈ ਉਹਨਾਂ ਦਾ ਕਹਿ ਰਿਹਾ, ਕੋਈ ਮੁਰੀਦ ਕਹਿ ਰਿਹਾ, ਉਹ ਭਾਵੇਂ ਕਿਤਨਾ ਵੀ ਕਲੋਜ਼ ਹੋਵੇ, ਸਾਡੇ ਲਈ ਕੋਈ ਉਹ ਹੁਜਤ ਨਹੀਂ ਹੈ। ਉਹਦਾ ਆਪਣਾ ਇੱਕ ਪੁਆਇੰਟ ਆਫ ਵਿਊ ਹੈ। ਦੇਖੋ ਨਾ, ਇੱਕ ਵਾਕਿਆ ਹੁੰਦਾ ਹੈ, ਉਹਨੂੰ ਵੇਖਣ ਵਾਲੇ ਮੁਖਤਲਿਫ ਲੋਕ ਮੁਖਤਲਿਫ ਤਰੀਕੇ ਨਾਲ ਬਿਆਨ ਕਰਦੇ ਨੇ, ਉਹਨਾਂ ਦੇ ਵਾਸਤੇ ਉਹੀ ਸੱਚ ਹੁੰਦਾ ਹੈ। ਸਾਡੇ ਤੋਂ ਕੋਈ ਤਰੀਕਾ ਨਹੀਂ ਜਾਣਨ ਦਾ ਕਿ ਵੀ ਕਿਹੜਾ ਸਹੀ ਕਹਿ ਰਿਹਾ, ਕਿਹਨੂੰ ਕੀ ਨਜ਼ਰ ਆਇਆ ਤੇ ਉਹਨੇ ਕੀ ਸਮਝਿਆ, ਸਾਨੂੰ ਉਹਦੇ ਨਾਲ ਕੀ। ਨਹੀਂ, ਤੁਸੀਂ ਇਹ ਤੇ ਕਹਿ ਸਕਦੇ ਹੋ ਕਿ ਉਹਨਾਂ ਦੀ ਗੱਲ ਮੇਰੇ ਵਾਸਤੇ ਹੁਜਤ ਨਹੀਂ, ਲੇਕਿਨ ਉਹ ਆਪਣੀ ਗੱਲ ਕਰਨ ਤਾਂ ਤੇ ਤੁਸੀਂ ਉਹਨਾਂ ਦੀ ਗੱਲ ਨੂੰ ਨਾ ਕਬੂਲ ਕਰੋ। ਜੇ ਉਹ ਮਿਰਜ਼ਾ ਸਾਹਿਬ ਦੀ ਜ਼ਿੰਦਗੀ ਦਾ ਨਮੂਨਾ ਪੇਸ਼ ਕਰਨ ਕਿ ਦੇਖੋ ਮਿਰਜ਼ਾ ਸਾਹਿਬ ਦਾ ਪੁੱਤਰ ਬੜਾ ਤਾਬੇਦਾਰ ਸੀ, ਲੇਕਿਨ ਉਹਨਾਂ ਨੇ ਸਿਰਫ ਅਕੀਦੇ ਦੇ ਇਖਤਲਾਫ ਦੀ ਵਜ੍ਹਾ ਤੋਂ ਉਹਦਾ ਜਨਾਜ਼ਾ ਨਹੀਂ ਪੜਿਆ। ਹਾਂ, ਲੇਕਿਨ ਮਿਰਜ਼ਾ ਸਾਹਿਬ ਨੇ ਤਾਂ ਨਹੀਂ ਲਿਖਿਆ ਕਿਤੇ। ਇਹ ਉਹਨਾਂ ਨੇ ਆਪਣੀ ਇੱਕ ਜ਼ਾਤੀ ਗੱਲ ਨਹੀਂ ਦਿੱਤੀ, ਬਲਕਿ ਉਹਨਾਂ ਨੇ ਮਿਰਜ਼ਾ ਸਾਹਿਬ ਦਾ ਇੱਕ ਅਮਲ ਪੇਸ਼ ਕੀਤਾ। ਮਿਰਜ਼ਾ ਸਾਹਿਬ ਤੇ ਤੋਹਮਤ ਲਾਈ ਹੈ ਨਾ, ਮਿਰਜ਼ਾ ਸਾਹਿਬ ਨੇ ਕਿਤੇ ਦੱਸਿਆ ਇਹ ਗੱਲ ਨਹੀਂ? ਆਪਣੇ ਕੋਲੇ ਗੱਲ ਤੇ ਨਾ ਗੱਲ, ਮਿਰਜ਼ਾ ਸਾਹਿਬ ਨੇ ਕਿਤੇ ਨਹੀਂ ਤਹਿਰੀਰ ਕੀਤਾ ਕਿ ਫਜ਼ਲ ਅਹਿਮਦ ਨਾਲ ਮੈਂ ਨਾਰਾਜ਼ ਹਾਂ, ਮੈਂ ਉਹਦਾ ਜਨਾਜ਼ਾ ਨਹੀਂ ਪੜ੍ਹਨਾ, ਨਾ ਇਹਨੇ ਮੈਨੂੰ ਇਹਦਾ ਇਸ ਲਈ ਮੈਂ ਇਹਦਾ ਜਨਾਜ਼ਾ ਨਹੀਂ ਪੜ੍ਹਨਾ, ਕਿਤੇ ਨਹੀਂ ਉਹਨੇ ਲਿਖਿਆ। ਫਿਰ ਕੀ ਜਸਟੀਫਿਕੇਸ਼ਨ ਹੈ ਜਨਾਜ਼ਾ ਨਾ ਪੜ੍ਹਨ ਦੀ? ਕੋਈ ਵਜ੍ਹਾ ਹੁੰਦੀ, ਜਨਾਜ਼ਾ ਤੇ ਹੈ ਹੀ ਫਰਜ਼ ਕਿਫਾਇਆ। ਪਿਓ ਵੇ ਤੇ ਪੁੱਤਰ ਸਾਹਮਣੇ 54 ਸਾਲ ਦਾ ਮਰਿਆ, ਪਿਓ ਬਿਮਾਰ ਹੋਵੇ, ਕੋਈ ਉਹਨੂੰ ਹੋਰ ਪ੍ਰੋਬਲਮ ਹੋਵੇ, ਇਹ ਠੀਕ ਹੈ, ਇਹ ਠੀਕ ਹੈ। ਬੜੀ ਵਜ੍ਹਾ ਹੋ ਸਕਦੀਆਂ ਨੇ, ਸਾਨੂੰ ਨਹੀਂ ਪਤਾ ਕੀ ਵਜ੍ਹਾ ਸੀ। ਮੰਜੀ ਤੋਂ ਨਾ ਜਦੋਂ ਉਹਨਾਂ ਨੇ ਬਿਆਨ ਹੀ ਨਹੀਂ ਕੀਤਾ ਕਿ ਕੀ ਵਜ੍ਹਾ ਸੀ, ਤੇ ਅਸੀਂ ਆਪਣੇ ਕੋਲ ਸਪੈਕੂਲੇਟ ਕਰੀਏ ਇਹ ਵਜ੍ਹਾ ਸ਼ਾਇਦ ਇਹ ਹੋ ਗਿਆ, ਸ਼ਾਇਦ ਨਹੀਂ। ਹਾਂ, ਮਿਰਜ਼ਾ ਸਾਹਿਬ ਨੇ ਖੁਦ ਲਿਖਿਆ ਕੋਈ ਗੱਲ, ਉਹ ਸਾਡੇ ਲਈ ਹੈ, ਬਿਲਕੁਲ ਅਸੀਂ ਉਹ ਮੰਨਦੇ ਹਾਂ। ਮਕਤੂਬਾਤ ਦੇ ਵਿੱਚ ਕੋਈ ਜ਼ਿਕਰ ਕੀਤਾ ਹੈ, ਕੋਈ ਇਸ਼ਤਿਹਾਰਾਤ 'ਚ ਹੈ, ਕੋਈ ਮਲਫੂਜ਼ਾਤ ਦੇ ਵਿੱਚ ਹੈ, ਜਾਂ ਰੂਹਾਨੀ ਖਜ਼ਾਇਨ 'ਚ ਕੋਈ ਜ਼ਿਕਰ ਹੈ, ਉਹ ਤਾਂ ਠੀਕ ਹੈ। ਬਾਕੀ ਸਾਰੀਆਂ ਗੱਲਾਂ ਹੀ ਹੈ ਨਾ, ਉਹ ਉਹਨਾਂ ਦੇ ਬੜੇ ਮੁਕਾਸਿਦ ਹੁੰਦੇ ਨੇ ਲੋਕਾਂ ਦੀਆਂ ਗੱਲਾਂ ਬਿਆਨ ਕਰਨ ਦੇ। ਇਹ ਮਿਰਜ਼ਾ ਫਜ਼ਲ ਅਹਿਮਦ ਸਾਹਿਬ ਜਿਹੜੇ 54 ਸਾਲ ਦੀ ਉਮਰ 'ਚ ਫੌਤ ਹੋਏ ਸੀ। ਅੱਜ ਕੋਈ ਇੰਨੀ ਕੋਈ ਉਮਰ ਆਈ ਨਾ। ਤੇ ਇਹ ਇੱਕ ਉਹਨਾਂ ਦਾ ਜਿਹੜਾ ਪੋਤਾ ਸੀ ਮਿਰਜ਼ਾ ਸਾਹਿਬ ਦਾ, ਮਿਰਜ਼ਾ ਅਜ਼ੀਜ਼ ਅਹਿਮਦ, ਉਹ ਤੇ ਸਾਡੇ ਸਮਝਦੇ ਹੀ ਕਿ ਉਹ ਮਿਰਜ਼ਾ ਸਾਹਿਬ ਨੂੰ ਮੰਨ ਲਿਆ ਸੀ ਉਹਨਾਂ ਨੇ। ਮਿਰਜ਼ਾ ਅਜ਼ੀਜ਼ ਅਹਿਮਦ? ਹਾਂਜੀ, ਜਾਂ ਤੇ ਮਿਰਜ਼ਾ ਸੁਲਤਾਨ ਅਹਿਮਦ ਦੇ ਬੇਟੇ ਨੇ, ਜਾਂ ਮਿਰਜ਼ਾ ਸੁਲਤਾਨ ਦੇ ਮਿਰਜ਼ਾ ਸੁਲਤਾਨ ਦੇ ਬੇਟੇ ਸੀ ਮਿਰਜ਼ਾ ਅਜ਼ੀਜ਼। ਹਾਂਜੀ,
ਉਹਨਾਂ ਦਾ ਅਖਰਾਜ ਅਜ਼ ਨਿਜ਼ਾਮ ਵੀ ਹੋਇਆ ਸੀ ਇੱਕ ਦਫਾ। ਚਲੋ ਉਹ ਤੇ ਅਲੱਗ ਇੰਤਜ਼ਾਮੀ ਮਾਮਲਾ ਨੇ ਨਾ, ਉਹਦੇ 'ਚ ਅਸੀਂ ਕੀ ਲੈਣਾ। ਮਿਰਜ਼ਾ ਫਜ਼ਲ ਨੇ ਨਹੀਂ ਮੰਨਿਆ ਮਿਰਜ਼ਾ ਸਾਹਿਬ ਨੂੰ, ਤੇ ਬਸ਼ੀਰੁੱਦੀਨ ਮਹਿਮੂਦ ਅਹਿਮਦ ਸਾਹਿਬ ਕਹਿੰਦੇ ਨੇ ਕਿ ਇਹ ਹੀ ਵਜ੍ਹਾ ਉਹਨਾਂ ਦਾ ਜਨਾਜ਼ਾ ਨਾ ਪੜ੍ਹਨ ਦੀ, ਵਰਨਾ ਉਹ ਤਾਬਿਆਦਾਰ ਸੀ। ਤਾਬਿਆਦਾਰੀ ਤੇ ਉਹਦੀ ਜ਼ਾਹਿਰ ਹੁੰਦੀ ਹੈ। ਤਾਬੇਦਾਰ ਕਿੱਥੋਂ ਹੋਇਆ ਜੇ ਮੰਨਿਆ ਹੀ ਨਹੀਂ ਤੇ? ਤਲਾਕ ਦੇ ਦਿੱਤੀ ਬਾਪ ਦੇ ਕਹਿਣ ਤੇ ਬੀਵੀ ਨੂੰ। ਤੇ ਫਿਰ ਇਹਦਾ ਮਤਲਬ ਮੰਨ ਲਿਆ ਹੋਗਾ ਨਾ ਪਿਓ ਨੂੰ, ਜੇ ਉਹਦੀ ਕਹਿਣ ਤੇ ਇਹ ਕਰ ਰਿਹਾ ਤੇ ਪਿਓ ਨੂੰ ਮੰਨ ਰਿਹਾ। ਫਿਰ ਇਹ ਕਿਉਂ ਕਹਤਾ ਕਿ ਨਹੀਂ ਮੰਨਿਆ? ਨਹੀਂ ਮੰਨਿਆ ਨਹੀਂ ਨਾ, ਜਨਾਜ਼ਾ ਨਹੀਂ ਪੜਿਆ, ਮੰਨਿਆ ਨਹੀਂ, ਇਹ ਗੱਲਾਂ ਉਹ ਤੇ ਤੁਸੀਂ ਵਹੀ ਸਰਕੂਲਰ ਆਰਗੂਮੈਂਟ ਬਣਾ ਰਹੇ ਹੋ ਨਾ। ਜਨਾਜ਼ਾ ਨਹੀਂ ਪੜਿਆ, ਚੌਣਾ 'ਚ ਮੰਨਿਆ ਨਹੀਂ, ਚੂੰਕਿ ਮੰਨਿਆ ਨਹੀਂ ਇਸ ਲਈ ਜਨਾਜ਼ਾ ਨਹੀਂ ਪੜਿਆ, ਇਹ ਤਾਂ ਕੋਈ ਦਲੀਲ ਨਹੀਂ ਨਾ ਬਣਦੀ। ਨਹੀਂ, ਇਹ ਜਿਹੜੀ ਗੱਲ ਹੈ ਨਾ, ਕਰੀਨੇ ਕਿਆਸ ਮਾਲੂਮ ਹੁੰਦੀ ਹੈ। ਕਰੀਨ ਕਿਆਸ, ਉਹ ਕਿਆਸ ਤੇ ਤੁਸੀਂ ਜੋ ਮਰਜ਼ੀ ਕਰਦੇ ਰਹੋ, ਨਹੀਂ ਉਹਦੇ ਕਰੀਨ ਵੀ ਹੋਏਗਾ ਜ਼ਰੂਰ। ਬਾਪ ਦੇ ਕਹਿਣ ਤੇ ਬੀਵੀ ਨੂੰ ਤਲਾਕ ਦੇ ਦਿੰਦਾ, ਇਹਦਾ ਮਤਲਬ ਹੈ ਕਿ ਉਹ ਬਾਪ ਤੇ ਜਾਨ ਨਿਛਾਵਰ ਤੇ ਕਰਦਾ ਹੈ, ਲੇਕਿਨ ਉਹਨੂੰ ਮੰਨਦਾ ਨਹੀਂ। ਵੈਸੇ ਉਹਨੂੰ ਝੂਠਾ ਸਮਝਦਾ ਹੈ, ਅਕੀਦੇ ਦੀ ਖੁਦਾ ਗੱਲ ਤੇ ਇਫਤਰਾ ਕਰਨ ਵਾਲਾ ਉਹਨੂੰ ਸਮਝ ਰਿਹਾ ਹੈ, ਲੇਕਿਨ ਬੀਵੀ ਨੂੰ ਤਲਾਕ ਦੇਤੀ ਉਹਦੇ ਕਹਿਣ ਤੋਂ। ਭਾਈ ਮੇਰੀ ਗੱਲ ਬਣਦੀ ਨਹੀਂ। ਚੌਹਾਨ ਸਾਹਿਬ, ਕਰੀਨੇ ਕਿਆਸ ਨਹੀਂ ਹੁੰਦਾ। ਇਹ ਕੀਦਾ ਹੋਰ ਚੀਜ਼ ਹੁੰਦੀ ਹੈ ਤੇ ਬਾਪ ਦੀ ਇਤਾਅਤ ਹੋਰ ਚੀਜ਼ ਹੁੰਦੀ ਬਈ ਉਹ ਤੁਹਾਡੀਆਂ ਕਹਾਣੀਆਂ ਨਾ, ਤੁਸੀਂ ਘਰ ਬਹਿ ਕੇ ਬਣਾਈਆਂ ਹੋਈਆਂ। ਤੁਸੀਂ ਮਿਰਜ਼ਾ ਸਾਹਿਬ ਦੀ ਤਹਿਰੀਰ ਤੇ ਕੋਈ ਹੈ। ਨਹੀਂ ਬਣਾਈਆਂ, ਉਹਨਾਂ ਦੇ ਬੇਟੇ ਨੇ ਬਸ਼ੀਰੁੱਦੀਨ ਮਹਿਮੂਦ, ਬੇਟੇ ਨੇ ਬਣਾਈਆਂ। ਚਲੋ ਤੁਸੀਂ ਨਹੀਂ ਬਣਾਈਆਂ, ਉਹਨਾਂ ਦੇ ਬੇਟੇ ਨੇ ਬਣਾ ਲਈਆਂ, ਲੇਕਿਨ ਮਿਰਜ਼ਾ ਸਾਹਿਬ ਨੇ ਇੰਨਾ ਕਿਹਾ ਹੈ। ਇਹ ਜਿਹੜਾ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਬਾਰੇ ਆਂਦਾ, ਉਹਨਾਂ ਨੇ ਆਪਣੇ ਬੇਟੇ ਨੂੰ ਕਿਹਾ ਕਿ ਆਪਣੀ ਦਹਲੀਜ਼ ਬਦਲੇ। ਇਹ ਵੀ ਬਰਾਬਰ ਕਰੋ ਬਰਾਬਰ ਕਰਨ ਫੌਰਨ ਜਾਂਦੇ ਨੇ। ਅਸਲ ਗੱਲ ਅਸੀਂ ਮਿਰਜ਼ਾ ਸਾਹਿਬ ਨੂੰ ਡਿਸਕਸ ਕਰ ਰਹੇ ਹਾਂ, ਹਜ਼ਰਤ ਇਬਰਾਹੀਮ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਨਹੀਂ, ਮੈਂ ਸਿਰਫ ਇੱਕ ਕੁਝ ਹੋਰ ਪੁੱਛਿਆ, ਮਿਰਜ਼ਾ ਸਾਹਿਬ ਦੇ ਮੁਤਲਕ ਨਹੀਂ। ਮੈਂ ਪੁੱਛ ਰਿਹਾ ਕਿ ਇਹ ਹਕੀਕਤ ਹੈ ਕਿ ਕਹਾਣੀ ਹੈ ਵੀ? ਬਹਰਹਾਲ ਹਜ਼ਰਤ ਇਬਰਾਹੀਮ ਨੇ ਕਿਤੇ ਬਿਆਨ ਨਹੀਂ ਕੀਤੀ ਇਹ ਗੱਲ। ਫਿਰ ਵੇਖਾਂਗੇ ਜੇ ਇਹਦੀ ਕੋਈ ਸਨਦ ਸੁਨਦ ਸਹੀ ਹੈ। ਮੈਂ ਕਈ ਗੱਲਾਂ ਨੇ, ਅਗਲੇ ਦਿਨ ਮੈਂ ਇੱਕ ਗੱਲ ਦੇਖੀ, ਉਹ ਮੈਂ ਕਈ ਵਾਰੀ ਬਿਆਨ ਕੀਤੀ ਹੈ, ਲੇਕਿਨ ਉਹਦੀ ਰਵਾਇਤ ਦੇ ਵਿੱਚ ਸਨਦ 'ਚ ਕੋਈ ਗੜਬੜ ਮੈਨੂੰ ਨਜ਼ਰ ਆਈ ਤੇ ਮੈਂ ਦਿਲ ਨਾਲ ਤੋਬਾ ਕੀਤੀ ਵੀ ਅੱਗੋਂ ਨਹੀਂ ਬਿਆਨ ਕਰਨਾ। ਬਿਲਕੁਲ। ਕਈ ਗੱਲਾਂ ਲੇਕਿਨ ਮਿਰਜ਼ਾ ਸਾਹਿਬ ਦੇ ਮੁਤਲਕ ਰਵਾਇਤਾਂ ਅਸੀਂ ਬਿਆਨ ਕਰਦੇ, ਤੋਬਾ ਨਹੀਂ ਕਰਦੇ। ਨਹੀਂ, ਮਿਰਜ਼ਾ ਸਾਹਿਬ ਦੀਆਂ ਹੱਦੀਆਂ ਲਿਖੀਆਂ ਨੇ, ਉਹਨਾਂ 'ਚ ਕੋਈ ਜ਼ੋਫ ਨਹੀਂ ਨਾ ਪਾਇਆ ਜਾਂਦਾ। ਤੋ ਮਿਰਜ਼ਾ ਸਾਹਿਬ ਦੀ ਜਿਹੜੀ ਹੱਥ ਦੀ ਲਿਖੀ ਉਹ ਤੇ ਅਸੀਂ ਮੰਨਦੇ ਹਾਂ ਕਿ ਠੀਕ ਹੈ, ਉਹਨਾਂ ਨੇ ਜੋ ਵੀ ਲਿਖਿਆ, ਲੇਕਿਨ ਤੁਸੀਂ ਦੂਸਰੇ ਲੋਕਾਂ ਦੀ ਬਿਆਨ ਕਰਦੇ ਹੋ ਜਦੋਂ, ਉਦੋਂ ਤੁਹਾਨੂੰ ਤੋਬਾ, ਤੁਹਾਨੂੰ ਕੁਝ ਨਹੀਂ ਕਰਦਾ। ਉਹ ਬਸ਼ੀਰੁੱਦੀਨ ਮਹਿਮੂਦ ਅਹਿਮਦ ਸਾਹਿਬ ਦੀ ਹੱਥ ਦੀ ਲਿਖੀ ਹੋਵੇ। ਬਸ਼ੀਰੁੱਦੀਨ ਮਹਿਮੂਦ ਸਾਹਿਬ ਦੀ ਹੱਕ ਦੀ ਲਿਖੀ ਉਹਨਾਂ ਦੇ ਆਪਣੇ ਮੁਤਲਕ ਤੇ ਹੋਏਗੀ, ਲੇਕਿਨ ਉਹ ਮਿਰਜ਼ਾ ਸਾਹਿਬ ਦੇ ਮੁਤਲਕ ਅਗਰ ਕੁਝ ਲਿਖ ਰਹੇ ਨੇ ਤੇ ਉਹਨੂੰ ਅਸੀਂ ਸਹੀ ਉਸ ਵਕਤ ਤੱਕ ਨਹੀਂ ਸਮਝਾਂਗੇ ਜਿੰਨੋਂ ਤੱਕ ਸਾਨੂੰ ਮਿਰਜ਼ਾ ਸਾਹਿਬ ਦੀ ਸਨਦ ਨਾ ਮਿਲੇਗੀ। ਇਸੇ ਤਰੀਕੇ ਨਾਲ ਹੁਣ ਉਹ ਕਿ ਜੀ ਤਜ਼ਕਰਾ 'ਚ ਲਿਖਿਆ ਰਜਿਸਟਰ ਰਵਾਇਤ, ਸਾਨੂੰ ਕੀ ਪਤਾ ਰਜਿਸਟਰ ਕਿਹਨੇ ਬਣਾਇਆ? ਮਿਰਜ਼ਾ ਸਾਹਿਬ ਨੇ ਤਾਂ ਕਿਤੇ ਜ਼ਿਕਰ ਨਹੀਂ ਕੀਤਾ ਉਹਦਾ ਕਿ ਉਹਦੇ 'ਚ ਕੀ ਲਿਖਿਆ ਹੈ, ਤੇ ਉਹ ਸਾਡੇ ਲਈ ਕਾਬਿਲ ਕਬੂਲ ਨਹੀਂ ਹੈ। ਮਿਰਜ਼ਾ ਸਾਹਿਬ ਦੀ ਕਿਤਾਬ ਦਾ ਰੈਫਰੈਂਸ ਹੋਏਗਾ ਤੇ ਸਾਹਿਬ ਤੁਸੀਂ ਨਾ ਮੰਨਣ ਤੇ ਕੁਦਰਤ ਰੱਖਦੇ ਹੋ, ਨਾ ਮੰਨੋ, ਹਾਂਜੀ, ਲੇਕਿਨ ਤੁਸੀਂ ਉਹਨਾਂ ਨੂੰ ਮਹਿਰੂਮ ਨਹੀਂ ਕਰ ਸਕਦੇ ਉਸ ਇਲਮੀ ਵਿਰਾਸਤ ਤੋਂ, ਇਲਮੀ ਖਜ਼ਾਨੇ ਤੋਂ, ਗੱਦੀ ਤੋਂ। ਅਸੀਂ ਮਹਿਰੂਮ ਇਸ ਤਰੀਕੇ ਨਾਲ ਕਰਾਂਗੇ ਨਾ ਕਿ ਅਸੀਂ ਉਹਨਾਂ ਨੂੰ ਆਥੈਂਟਿਕ ਨਹੀਂ ਸਮਝਾਂਗੇ, ਮਹਿਰੂਮ ਕਰਦੇ ਸਾਨੂੰ। ਉਹ ਹੀ ਉਹਨਾਂ ਦੇ ਜਾਨਸ਼ੀਨ ਨੇ, ਉਹਨਾਂ ਦੇ ਜਾਨਸ਼ੀਨ। ਦੇਖੋ, ਜਾਨਸ਼ੀਨ ਆਪਣੇ ਆਪ ਨੂੰ ਕੋਈ ਬਣਾਉਂਦਾ ਰਹੇ। ਮਿਰਜ਼ਾ ਸਾਹਿਬ ਨੇ ਕਿਸੇ ਨੂੰ ਜਾਨਸ਼ੀਨ ਨਹੀਂ ਬਣਾਇਆ, ਨਾ ਉਹ ਕਹਿ ਕੇ ਗਏ ਕਿ ਮੇਰਾ ਫਲਾਨਾ ਜਾਨਸ਼ੀਨ ਹੈ। ਆਪਣੇ ਆਪ ਨੂੰ ਕੋਈ ਖੁਦ ਹੀ ਬਣਾਉਂਦੇ ਨੇ। ਮਿਰਜ਼ਾ ਸਾਹਿਬ ਨੇ ਤੈਅ ਕਿਹਾ ਹੈ ਮੇਰੇ ਜਿਹੜੇ ਮੰਨਣ ਵਾਲੇ ਨੇ ਮੇਰੀ ਜ਼ੁਰੀਅਤ, ਉਹ ਜ਼ੁਰੀਅਤ ਨੇ ਮੇਰੀ, ਤੇ ਜਿਹੜੇ ਨਹੀਂ ਮੰਨਣ ਵਾਲੇ ਉਹ ਤੇ ਉਹਨਾਂ ਦੀ ਜ਼ੁਰੀਅਤ ਨਹੀਂ ਹੈ। ਜਿਨ੍ਹਾਂ ਨੇ ਉਹਨਾਂ ਦੀ ਤਾਲੀਮ ਦਾ ਇਨਕਾਰ ਕਰ ਦਿੱਤਾ ਉਹ ਤੇ ਉਹਨਾਂ ਦੀ ਜ਼ੁਰੀਅਤ ਨਹੀਂ, ਭਾਵੇਂ ਉਹਨਾਂ ਦੇ ਘਰ ਪੈਦਾ ਹੋਏ ਹੋ। ਨਹੀਂ, ਮਿਰਜ਼ਾ ਸਾਹਿਬ ਨੇ ਪੈਟਰਨ ਤੇ ਇੱਕ ਦਿੱਤਾ ਸੀ, ਉਹ ਜਿਹੜਾ ਤੁਸੀਂ ਕਹਿੰਦੇ ਹੋ ਕਮੇਟੀ ਵਾਲੇ ਬੰਦੇ, ਬਈ ਉਹ ਜਿਹੜੇ ਐਨੇ 40 ਬੰਦਿਆਂ ਦੇ ਹੱਥ, ਬਿਲਕੁਲ ਮੇਰੀ ਤਰਫੋਂ ਬੈਤ ਲਿਓ, ਸਦਰ ਅੰਜੁਮਨ ਅਹਿਮਦੀਆ ਉਹਨਾਂ ਨੇ ਬਣਾਈ ਸੀ। ਜਬ ਤੱਕ, ਲੇਕਿਨ ਉਹ ਤੇ ਅਵਲੁਲ ਮੁਰਤਦੀਨ ਹਕੀਮ ਨੂਰੁদ্ਦੀਨ ਨੇ ਖਤਮ ਕਰ ਦਿੱਤੀ। ਉਹ ਤਾਂ ਕਹਿੰਦਾ ਮੈਂ ਥੁੱਕਦਾ ਇਹਦੇ ਤੇ। ਲੇਕਿਨ ਮਸਲਾ ਤੇ ਹੋਇਆ ਨਾ ਕਿ ਜਦੋਂ ਮਿਰਜ਼ਾ ਸਾਹਿਬ ਨੇ ਕਿਹਾ ਕਿ ਬਈ ਜਬ ਤੱਕ ਉਹ ਰੂਹੁਲ ਕੁਦਸ ਤੋਂ ਕੋਈ ਬੰਦਾ ਤਾਕਤ ਪਾ ਕੇ ਨਾ ਖਲੋਵੇ ਉਦੋਂ ਦੇਰ ਤੱਕ ਇਹ ਕਰਿਓ, ਉਸ ਮਿਲਕਰ ਕੰਮ ਕਰੋ। ਉਹ ਮਿਰਜ਼ਾ ਸਾਹਿਬ ਨੇ ਰੂਹੁਲ ਕੁਦਸ ਤੋਂ ਕੁਦਰਤ ਪਾਉਣ ਵਾਲਾ ਜਿਹੜਾ ਨਾ ਬੰਦਾ, ਉਹ ਇੱਕ ਮੁਸ਼ਤਬੇ ਜਿਹਾ ਮਾਮਲਾ ਕਰ ਦਿੱਤਾ। ਨਹੀਂ, ਉਹਨਾਂ ਨੇ ਉਹਦੀ ਨਿਸ਼ਾਨੀਆਂ ਵੀ ਦੱਸੀਆਂ ਸੀ। देखने में मामूली इंसान होगा, काबिल एतराज ठहरेगा। और है कि जाहिर है मिर्जा साहब भी कह गए कि हर मुसले आंदा ही सदी के सिर से है।
ਤੇ ਉਸ ਹਿਸਾਬ ਨਾਲ ਉਹ ਸਦੀ ਦੇ ਸਿਰ ਤੇ ਆਣਾ ਸੀ। ਜ਼ਾਹਿਰ ਹੈ ਜਿਹਨੇ ਇਸਲਾਹ ਕਰਨਾ ਆਣਾ ਸਦੀ ਦੇ ये सिर से मिर्जा आना। साहब ने लिखे देखने में मामूली इंसान होगा, हाँ जी, अल-वसीयत च लिखे है, देखने में मामूली इंसान होगा, काबिल एतराज ठहरेगा। ਤੇ ਮਿਰਜ਼ਾ ਮਹਿਮੂਦ ਸਾਹਿਬ ਤੇ ਕਾबिल एतराज नहीं ठहरे, ਉਹ ਤੇ ਪਹਿਲੇ ਹੀ ਮਿਰਜ਼ਾ ਸਾਹਿਬ ਦੇ ਬੇਟੇ ਬਣ ਕੇ ਉਹ ਤੋਂ ਪਹਿਲੇ ਹੀ नहीं वो मामूली ਵੱਡਾ ਮੁਕਾਮ ਪਾ ਚੁੱਕੇ ਸੀ। ਉਤੋਂ ਉਹਨਾਂ ਨੂੰ ਮਿਨਹਾਜ ਨਬੂਵਤ ਤੇ ਆਪਣੇ ਆਪ ਨੂੰ ਉਹਨਾਂ ਨੇ ਮੁਤਮੱਕਨ ਵੀ ਕਰ ਲਿਆ ਸੀ ਜ਼ਬਰਦਸਤੀ। नहीं वो मामूली नहीं है ना, वो तो एक खास आदमी ने, ਉਹੀ ਨਾ, ਉਹਨਾਂ ਨੂੰ ਮਾਮੂਲੀ ਤੇ ਨਹੀਂ ਕਿਹਾ ਜਾ ਸਕਦਾ। मामूली नहीं कहा जा सकता। ਤੁਸੀਂ ਕਹਿਣਾ ਚਾਹੁੰਦੇ ਕਿ ਜੰਬਾ ਸਾਹਿਬ ਉਹ ਮਾਮੂਲੀ ਆਦਮੀ ਨੇ? अब जंजा साहब मामूली इंसान ने ਜਿਹੜੇ काबिल एतराज भी ठहरे हैं। रिसाला अल वसीयत किथे लिखा है किहड़े सफे ते कि वो देखने में मामूली होगा? हाँ, ਮੇਰੇ ਵੀ ਜ਼ਿਹਨ ਵਿੱਚ ਇਹ ਗੱਲ ਅੱਗੇ ਕਦੇ ਨਹੀਂ ਮੇਰੇ ਕਦੇ ਆਈ ਤੁਹਾਡੇ ਜ਼ਿਹਨ 'ਚ ਨਹੀਂ ਆਈ? ਲੋ ਮੈਂ ਤੁਹਾਨੂੰ ਫਿਰ ਕੱਢ ਕੇ ਦਿਖਾ ਦਿੰਦਾ। क्योंकि मैं स्पेशल ਬਲਕਿ ਉਹਨਾਂ ਨੇ ਉਹਦੇ ਮੁਤਲਕ ਦੱਸਿਆ ਹੈ ਕਿ ਉਹ ਦੂਸਰੀ ਕੁਦਰਤ ਕੀ ਹੋਏਗੀ, ਉਹਦੀ ਉਹਨਾਂ ਨੇ ਤਫਸੀਲ ਦੱਸ ਦਿੱਤੀ ਔਰ ਇਹ ਕਿਹਾ ਕਿ ਮੁੰਤਜ਼ਿਰ ਰਹੋ। ਇਹ ਸਾਰਾ ਕਲਾਮ ਜਿਹੜਾ ਨਾ, ਹਾਂ, ਇਹ ਮੁਤਸ਼ਾਬਿਹਾਤ ਜੇ ਪੇਸ਼ ਕਰ ਗਏ ਨੇ ਮਿਰਜ਼ਾ ਸਾਹਿਬ। ਨਹੀਂ ਕੋਈ ਮੁਤਸ਼ਾਬਿਹਾਤ ਨਹੀਂ, ਉਰਦੂ ਦਾ ਕਲਾਮ ਹੈ, ਸਾਰਾ ਕੁਝ ਨਜ਼ਰ ਆ ਰਿਹਾ ਕੀ ਹੈ ਇਹਦੇ 'ਚ। मुतशाबिहात जबरदस्ती को बना ले, नहीं मनना हो फिर तो ठीक है। नहीं ए मुतशाबे नहीं है, ए मुतशाबे नहीं है कि जब तक रूहुल कुदस ना, जब तक दूसरी नहीं, जब तक कोई रूहुल कुदस पाकर खड़ा ना हो मेरे बाद मिलकर काम करो। नहीं 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 नहीं, दूसरी कुदरत जेड़ी है, दूसरी कुदरत वो मुतशाबे है कि नहीं है? नहीं, दूसरी कुदरत से उन्होंने आगे एक्सप्लेन कर दिया ना। जी पढ़ देना सारा वो तो कलाम ही सारा ज़ूमानी है। ਉਹ ਜ਼ੂਮਾਨੀ ਤੁਸੀਂ ਬਣਾ ਰਹੇ ਹੋ ਜਾਂ ਮਰਜ਼ਾਈ ਬਣਾ ਰਹੇ ਨੇ? अच्छा कुदरत जेड़ी है, कुदरत हाँ, ਇਹਦਾ ਮਤਲਬ ਹੈ ਕਿ ਲਫ਼ਜ਼ ਇਹ ਕੁਦਰਤ ਕੋਈ ਇਸ਼ਤਿਆਰਾ ਹੈ। हाँ, ਕੁਦਰਤ ਮਿਰਜ਼ਾ ਸਾਹਿਬ ਨੇ इस्तलाह है ना, एक इस्तलाह। ਨਹੀਂ ਇਸਤਲਾਹ ਨਹੀਂ, ਇਹਨੂੰ ਕਹਿੰਦੇ ਨੇ ਇਸ਼ਤਿਆਰਾ। इस्तारा नहीं है, इस्तलाह है। ਨਹੀਂ ਇਸਤਲਾਹ ਤੇ ਉਹ ਹੁੰਦੀ ਹੈ ਨਾ ਜਿਹੜੀ ਮੁਸਤਮਲ ਹੋਵੇ। ਇਹ ਇਸਤਲਾਹ नहीं, इस्तलाह नवियां भी बनाई ਜਾਂਦੀਆਂ, ਨਵੀਂ ਤਾਂ ਹਰ ਵਕਤ ਨਵੀਂ ਇਸਤਲਾਹਾਂ ਬਣਾਈਆਂ ਜਾਂਦੀਆਂ। ਨਵੀਂ ਬਣਨ ਵਾਸਤੇ ਇੱਕ ਬੇਸ ਹੁੰਦੀ ਹੈ। ਇਹ ਉਹਨਾਂ ਨੇ ਇੱਕ ਜਿਵੇਂ ਇਸ਼ਤਿਆਰਾ ਮਿਰਜ਼ਾ ਸਾਹਿਬ ਨੇ ਜ਼ਿੱਲੀ ਨਬੂਵਤ ਦੀ ਇਸਤਲਾਹ ਬਣਾਈ ਹੈ, माशाल्लाह माशाल्लाह। ਮੁਕਾਲਮਾ ਮੁਖਾਤਬਾ ਇਲਾਹੀਆ ਨੂੰ ਉਹਨਾਂ ਨੇ ਜ਼ਿੱਲੀ ਨਬੂਵਤ ਮੌਜੂਦ ਕਰ ਦਿੱਤਾ। ਹੁਸੈਨੀ ਸਾਹਿਬ ਆਮਦੇ ਨੇ ਤੇ ਉਹਨਾਂ ਕੋ ਫੈਸਲਾ ਕਰਾਣੇ ਆ। ਪੰਜਵਾਂ ਤੇ 6ਵਾਂ ਸਫਾ ਪੜ੍ਹ ਲਓ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਇਹ ਦੂਜੀ ਕੁਦਰਤ ਜਿਹੜੀ ਹੈ ਨਾ, ਲਫ਼ਜ਼ ਮਿਰਜ਼ਾ ਸਾਹਿਬ ਨੇ ਐਸਾ ਕਲਾਮ ਪੇਸ਼ ਕੀਤਾ ਹੈ ਕਿ ਉਹ ਜਿੱਧਰ ਮਰਜ਼ੀ, ਹੁਣ ਜਿੱਧਰ ਮਰਜ਼ੀ ਜਿਹੜਾ ਉਹਨੂੰ ਜਿੱਧਰ ਮਰਜ਼ੀ ਤੁਸੀਂ ਜਿੱਧਰ ਮਰਜ਼ੀ ਲੈ ਕੇ ਜਾਓ, ਲੇਕਿਨ ਅਸਲ ਗੱਲ ਹੈ ਕਿ ਮਿਰਜ਼ਾ ਸਾਹਿਬ ਨੇ ਉਹਨੂੰ ਦੱਸ ਦਿੱਤਾ ਕਿ ਉਹ ਕੀ ਹੈ। ਅੱਜ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਦੱਸ ਦਿੱਤਾ ਨਾ, ਹਾਂਜੀ, ਐਨ ਜੀ ਮਿਰਜ਼ਾ ਸਾਹਿਬ ਕਹਿੰਦੇ ਨੇ ਵੀ 30 ਆਇਤਾਂ ਕੁਰਾਨ ਦੇ ਵਿੱਚ ਵਫਾਤੇ ਮਸੀਹ ਉਹ ਜੀ 30 ਆਇਤਾਂ ਹੋਣ, ਬਿਲਕੁਲ ਹੈ ਨੇ, ਬਿਲਕੁਲ ਹੈ ਨੇ 30 ਆਇਤਾਂ। ਮਤਲਬ ਅੱਗੇ 14 ਸਦੀਆਂ 'ਚ ਬੰਦੇ ਅੰਨੇ ਆਏ। ਹਾਂਜੀ, ਬਿਲਕੁਲ ਅੰਨੇ ਸੀ। ਹਾਂ, ਤੇ ਜੇ ਮਿਰਜ਼ਾ ਸਾਹਿਬ ਨੇ ਦੱਸ ਦਿੱਤਾ ਹੈ, ਹਾਂ, ਤੇ ਮਿਰਜ਼ਾ ਸਾਹਿਬ ਆ ਵੀ ਅੰਨੇ ਸੀ। ਨਹੀਂ ਕੁਦਰਤ ਸਾਨੀਆਂ ਦਾ, ਮਿਰਜ਼ਾ ਸਾਹਿਬ ਨੇ 1000 ਦਫਾ ਕੁਰਾਨ ਪੜਿਆ, ਉਹਨਾਂ ਨੂੰ ਨਹੀਂ ਨਜ਼ਰ ਆਈਆਂ 30 ਆਇਤਾਂ। ਮੈਂ ਕਿਹਾ ਜੇ ਉਹ ਅਸਮਾਨ ਤੇ ਬਿਠਾ ਕੇ ਬੈਠੇ ਹੋਏ ਸੀ। ਜੇ ਏਡਾ ਉਹਨਾਂ ਦੋ ਟੋਕ ਦੱਸਿਆ ਮਿਰਜ਼ਾ ਸਾਹਿਬ ਨੇ ਕੁਦਰਤ ਸਾਨੀਆਂ ਦਾ, ਹਾਂ, ਤੇ ਇਹ ਇਹਨਾਂ ਨੂੰ ਕਿਉਂ ਨਹੀਂ ਸਮਝ ਆਈ ਜਿਹੜੀ ਤੁਹਾਨੂੰ ਸਮਝ ਆਈ? ਇਹ ਵੈਸੇ ਬਹੁਤ ਤੁਹਾਡੀ ਵੱਡੀ ਦਲੀਲ ਹੈ, ਇਹ ਟੁੱਟੀ ਤੋੜ ਹੀ ਨਹੀਂ ਸਕਦਾ ਆਦਮੀ। ਇਹਨਾਂ ਨੂੰ ਕਿਉਂ ਨਹੀਂ ਸਮਝ ਆਈ? ਅੱਛਾ, 73 ਫਿਰਕੇ ਕਿਸ ਵਜ੍ਹਾ ਤੋਂ ਹੋਏ? ਉਹਨਾਂ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਕਲੈਰਿਟੀ ਨਹੀਂ ਹੈ ਚੌਹਾਨ ਸਾਹਿਬ। ਇਹ ਦੇਖੋ, ਸੁਣੋ जरा, कहते ने मिर्जा साहब कहते ने खुदा ने मुझे खबर दी है कि मैं तेरी जमात के लिए तेरी ही ज़ुर्रियत से एक शख्स को कायम करूँगा और उसको अपने कुर्ब और वही से मखसूस करूँगा और उसके ज़रिया से हक तरक्की करेगा और बहुत से लोग सच्चाई को कबूल करेंगे। सो उन दिनों के मुंतज़िर रहो और तुम्हें याद रहे कि हर एक की शनाख्त उसके वक्त में होती है और कबल अज़ वक्त मुमकिन है कि वो मामूली इंसान दिखाई दे या बाज़ धोखा देने वाले ख़यालात की वजह से काबिल एतराज़ ठहरे, जैसा कि कबल अज़ वक्त एक कामिल इंसान बनने वाला भी पेट में सिर्फ एक नुत्फ़ा या अलका होता है। तो मिर्ज़ा साहब ने दूसरी कुदरत का बयान कर देता है। कोई ऐसा अद्धा सफ़ा नहीं जिहड़ा पढ़ लईए ते नुत्फ़ा ते अलका ना सामने साडे आवे। हर अंधे सफे ते पा दे
ਕੋਈ ਹੈ ਨੁਤਫਾ ਪੇਟ ਵਾਲਾ ਤੇ ਹਲਕਾ ਜਿਹੜਾ ਨਾ ਇਹ ਸਾਹਮਣੇ ਆ ਜਾਂਦਾ। नहीं हो गया कबल अज वक्त एक कामिल इंसान बनने वाले, यानी वो दस रहे ने कि जेड़ा इंसान यानी एक वो बहुत वड्डा नबी भी जेड़ा बन जाता है वो पैदा तो इंज ही हुंदा है ना, नुतफा और हल्का सा दरिया, लेकिन एक अपने वक्त से वो फिर आज बन जाता है। इसी तरीके ना वो शख्स भी ऐसा ही होएगा जेड़ा काबिल एतराज ठहरेगा। ਹੁਣ ਬੰਦਾ ਨਾਂ ਲੈ ਕੇ ਆਖੇ ਵੀ ਜੰਬਾ ਸਾਹਿਬ ਅੱਜ ਤੋਂ 55 ਸਾਲ ਪਹਿਲਾਂ ਨੁਤਫਾ ਸਨ ਤੇ ਹਲਕਾ ਸਨ, ਤੇ ਮਤਲਬ ਮਾੜੀ ਗੱਲ नहीं तो जंबा साहब हजरत मोहम्मद सल्लल्लाहु अलैहि वसल्लम भी नुतफा हल्का सी, सारे सी, हर इंसान ਇਨਸਾਨਾਂ ਦੀ मिर्जा साहब खुद भी नुतफा हल्का तो बने सी। ਮੈਂ ਕਿਹਾ कोई ਸਾਰੇ शख्स है जेड़ा इस तो इलावा है? ਉਹ ਬਈ ਸਾਰੇ ਇਨਸਾਨਾਂ ਦੀ सारे ਪਦਾਇਸ਼ इंसान ऐसे ही हुंदे ने। तो उन्होंने मिसाल दी है कि एक शख्स का आगाज इंज ही हुंदा है कि एक मामूली चीज हुंदा है, लेकिन ਉਹਦੇ ਵਿੱਚੋਂ ਹੀ ਫਿਰ ਆਹਿਸਤਾ ਆਹਿਸਤਾ ਇਨਸਾਨ ਡਿਵੈਲਪ ਹੋ ਕੇ ਉਹ ਖਾਤਮ ਨਬੀਨ ਵੀ ਬਣ ਜਾਂਦਾ। ਇਹ ਮਿਸਾਲ ਦੇਣ ਦੀ ਕੀ ਜ਼ਰੂਰਤ ਹੈ? ਚਲੋ ਦੱਸਿਆ ਤੇ ਹੈ, ਤੁਹਾਨੂੰ ਫੇਰ ਵੀ ਨਹੀਂ ਸਮਝ ਆਈ। ਅਲਾਮਾ ਸਾਹਿਬ ਇਲਮ का अपना ਘਰ ਛੱਡ ਕੇ ਆਏ ਹੋ ਅੱਜ। ਮਤਲਬ ਬੰਦਾ ਇਹ ਆਖੇ ਕਿ ਮੈਂ ਉਸ ਖੁਦਾ ਨੂੰ ਮੰਨਣਾ, ਉਸ ਅੱਲਾਹ ਖੁਦਾ ਨੂੰ ਮੰਨਣਾ, ਤੇ ਨਾਲ ਅੱਗੇ ਬੰਦਾ ਬਿਆਨ ਕਰੇ ਆਪਣੀ ਸ਼ਰਮਗਾਹ ਦੇ ਕਿਸੇ ਵਾਲ ਨੂੰ ਕਿ ਇਹਦਾ ਵੀ ਖਬਰ ਰੱਖਦਾ, ਇਹ ਕੋਈ ਚੰਗੀ ਮਿਸਾਲ ਹੈ? ਪਤਾ ਨਹੀਂ ਤੁਸੀਂ ਇੱਕ ਗੱਲ ਦੂਜੀ ਜਗ੍ਹਾ ਕਿਉਂ ਲੈ ਜਾਣਾ ਚਾਹੁੰਦੇ ਹੋ? ਹਰ ਬੰਦਾ ਤੁਹਾਡੇ ਕੋਲ ਕੋਈ ਇਤਰਾਜ਼ ਨਹੀਂ ਰਹਿ ਗਿਆ? ਨਹੀਂ, ਤੇ ਹੁਣ ਤੁਸੀਂ ਕਿਹਾ ਸੀ ਕਿੱਥੇ ਲਿਖਿਆ ਉਹਨਾਂ ਨੇ ਮਾਮੂਲੀ ਇਨਸਾਨ? ਮੈਂ ਤੁਹਾਨੂੰ ਦਿਖਾ ਦਿੱਤਾ ਹੈ, ਔਰ ਉਹਨਾਂ ਨੇ ਬਿਆਨ ਕੀਤਾ ਦੂਸਰੀ ਕੁਦਰਤ ਕੀ ਹੈ, ਇਹਦਾ ਤੁਸੀਂ ਮੁੰਤਜ਼ਰ ਰਹਿਣਾ ਹੈ, ਇਹ ਉਹਨੇ ਦੱਸ ਦਿੱਤਾ। ਔਰ ਇਹ ਵੀ ਅੱਗੇ ਵੀ ਦੱਸ ਦਿੱਤਾ कि तुम इस मकसद की पैरवी करो मगर नरमी और अखलाक और दुआओं पर जोर देने से, और जब तक कोई खुदा से रूहुल कुदस पाकर खड़ा ना हो सब मेरे बाद मिलकर काम करो। और सूरह अल कदर दी तशरीह दे विच उन्होंने दसता रूहुल कुदस पा के खड़ा कौन हुंदा? हर सदी से सर ते जेड़ा मुजद्दिद आंदा है वो रूहुल कुदस पा के खड़ा हुंदा है। सारा कुछ इत्थे बयान कर दिता। हुण कोई भोला बन के कहे जी मैनू फेर भी नहीं समझ आई, ਤੇ ਅਸੀਂ ਉਹਨੂੰ ਇਹੀ ਕਹਾਂਗੇ ਠੀਕ ਹੈ, ਜਹਾਲਤ ਦੀ ਮੌਤ ਤੇਰਾ ਇੰਤਜ਼ਾਰ ਕਰ ਰਹੀ ਹੈ। ਇਹ ਜਿਹੜਾ ਕੁਦਰਤ ਦੇ ਸਾਨੀਆਂ ਵਾਲਾ ਤੇ ਟੋਏ ਕੱਢਿਆ ਨਾ ਸਿੱਧਾ ਮਿਰਜ਼ਾ ਸਾਹਿਬ ਨੇ ਟੋਇਆ ਕੱਢਿਆ। ਆਹੋ ਕੋਈ ਸਮਝ ਆਉਂਦੀ ਕੁਦਰਤ ਸਾਨੀਆਂ? ਖਾਦਮ ਸਾਬਰੀ ਵੀ ਹੱਸ ਰਿਹਾ ਮਿਰਜ਼ਾ ਸਾਹਿਬ ਨੇ ਟੋਏ ਕੱਢਣ ਤੇ। ਮੈਂ ਹੋਰ ਹੱਸ ਰਿਹਾ, ਮੈਂ ਮਿਰਜ਼ਾ ਸਾਹਿਬ ਦੀ ਗੱਲ ਤੇ ਕਹਿ ਰਹੇ ਮਿਰਜ਼ਾ ਸਾਹਿਬ ਟੋਇਆ ਕੱਢ ਕੇ ਗਏ ਨੇ, ਅੱਜ ਹੱਸ ਰਹੇ ਨੇ ਸਾਰੇ ਮਿਰਜ਼ਾਈ ਦੇ। ਹੱਸਦਾ ਪਿਆ, ਮੈਂ ਤੇ ਹੱਸਦਾ ਪਿਆ ਬਈ ਉਹ ਜਿਹੜੇ ਹਜ਼ਰਤ ਉਹ ਨਾਸਰ ਸੁਲਤਾਨੀ ਸਾਹਿਬ ਅਲੈਹਿਸਲਾਮ ਨੇ ਉਹਨਾਂ ਦਾ ਵੀ ਇਹੀ ਦਾਵਾ ਹੈ ਇਸੇ ਤਰ੍ਹਾਂ ਦਾ। ਹਾਂਜੀ, ਤੇ ਮਿਰਜ਼ਾ ਮਸਰੂਰ ਦਾ ਕੀ ਦਾਵਾ ਹੈ? ਉਹ ਹੈ ਮਾਮੂਲੀ ਇਨਸਾਨ ਜਿਹਦੇ ਲਈ ਮੁੰਤਜ਼ਰ ਰਹਿਣਾ ਸੀ ਤੁਸੀਂ। ਕੁਝ ਵੀ ਦਾਵਾ ਨਹੀਂ ਹੈ, ਵੈਸੇ ਹੀ ਉਹਨੂੰ ਤੁਸੀਂ ਆਪਣਾ ਮਾਲਕ ਬਣਾ ਕੇ ਬੈਠੇ ਹੋਏ ਹੋ, ਜਾਨ ਮਾਲ ਇੱਜ਼ਤ ਲੁਟਾਈ ਜਾਂਦੇ ਹੋ। ਦਾਵਾ ਉਹਦਾ ਕੋਈ ਨਹੀਂ, ਨਾ ਉਹਦਾ ਕੋਈ ਖੁਦਾ ਦੇ ਨਾਲ ਤਾਲੁਕ ਹੈ, ਨਾ ਉਹਦਾ ਕੋਈ ਦਾਵਾ ਹੈ, ਨਾ ਕੋਈ ਮੁਲਹਮ ਮਿਨ ਅੱਲਾ, ਨਾ ਕੋਈ ਮਾਮੂਰ ਮਿਨ ਅੱਲਾ, ਪਰ ਤੁਸੀਂ ਕਹਿੰਦੇ ਹੋ ਜਾਨ ਮਾਲ ਇੱਜ਼ਤ ਅਸੀਂ ਇੱਥੇ ਕੁਰਬਾਨ ਕਰਨੀ। ਹੁਣ ਗੱਲ ਇਹ ਕਿ ਤੁਸੀਂ ਜਿਹੜਾ ਗੱਲ ਇਹ ਹੈ ਕਿ ਅਸੀਂ ਇਹ ਕਰਨਾ ਹੈ, ਤੁਸੀਂ ਆਪਣਾ ਚੂਰਨ ਵੇਚੋ, ਤੁਹਾਡਾ ਮਿਰਜ਼ਾ ਤੁਸੀਂ ਆਪਣਾ ਚੂਰਨ ਵੇਚੋ। ਮਿਰਜ਼ਾ ਮਸਰੂਰ ਸਾਹਿਬ ਚੂਰਨ ਵੇਚ ਰਹੇ ਨੇ, ਉਹ ਚੂਰਨ ਪਾ ਵੀ ਰਹੇ ਨੇ, ਰੋਟੀਆਂ ਚੈੱਕ ਕਰਦੇ ਹੋਏ ਥੋੜਾ ਖਲੋ ਜੋ ਇੱਕ ਮਿੰਟ। ਫੀਸ ਸ਼ੇਖ ਸਾਹਿਬ ਇਹ ਕੁਦਰਤੀ ਸਾਨੀਆਂ ਜੀ ਸਭ ਕੋ ਹੋਰ ਟਾਪਿਕ ਛੇੜ ਲੋ ਕਿਉਂਕਿ ਇਹਨੇ ਰੋਟੀਆਂ ਫਿਰ ਮੈਂ ਤੁਸੀਂ ਚੁੱਪ ਕਰੋ, ਤੁਸੀਂ ਨਾ ਉਹਨਾਂ ਨਾਲ ਛੇੜੋ, ਉਹਨਾਂ ਨੂੰ ਤੁਹਾਨੂੰ ਪਤਾ ਵੀ ਹੈ। ਮੈਂ ਗੱਲ ਹੀ ਨਹੀਂ ਕੀਤੀ, ਉਹਨਾਂ ਨੂੰ ਮੇਰੇ ਹਸਨ ਤੇ ਵੀ ਇਤਰਾਜ਼ ਹੈ, ਰੋਡ ਤੇ ਵੀ ਇਤਰਾਜ਼ ਹੈ। ਸ਼ੇਖ ਸਾਹਿਬ ਆਮਿਰ ਨਜ਼ੀਰ ਇਸਤਿਜ਼ਾ ਕਰ ਰਿਹਾ ਮਿਰਜ਼ਾ ਸਾਹਿਬ ਨੂੰ, ਤੁਸੀਂ ਦੰਦ ਕੱਢ ਰਹੇ ਹੋ। ਨਾ ਨਹੀਂ ਮੈਂ ਨਹੀਂ ਇਸਤਿਜ਼ਾ ਕਰ ਰਿਹਾ, ਮੈਂ ਤਾਂ ਇਸਤਿਜ਼ਾ ਕਰ ਰਹੇ ਤੁਸੀਂ ਕਹਿੰਦੇ ਟੋਇਆ ਉਹ ਪੱਟ ਕੇ ਗਏ ਨੇ। ਅੱਛਾ ਇੱਕ ਮਿੰਟ, ਫੀਸ ਸ਼ੇਖ ਨੂੰ ਪੁੱਛੋ। ਫੀਸ ਸ਼ੇਖ ਸਾਹਿਬ ਇਹ ਕੁਦਰਤ ਸਾਨੀਆਂ ਦੀ ਤੁਹਾਨੂੰ ਕੀ ਸਮਝ ਆਈ ਹੈ? जो हजरत साहब ने समझाई है। की समझाया उन्होंने? उन्होंने कहा मेरे बाद और वजूद होंगे जो दूसरी कुदरत का मजहर होंगे। मसलन मौलवी मोहम्मद अली, जो मर्जी कह लो। एक मिनट ना लिया क्यों नहीं चौहान साहब है, क्यों नहीं पढ़ के सुनाया? बाद और वजूद होंगे। हाँ जी, यानी एक से ज्यादा वजूद होंगे। ਵਜੂਦ ਹੀ ਹੋਣਗੇ, ਹੋਰ ਕੀ ਹੋਏਗਾ? ਕੋਈ ਮਤਲਬ ਨਹੀਂ ਇੱਕ ਮਿੰਟ ਖਲੋ ਜੋ ਚੌਹਾਨ ਸਾਹਿਬ, ਤੁਸੀਂ ਫੁਰਤੀ ਨਾ ਵਹਾਇਆ ਕਰੋ ਬੋਤੀ ਜੀ। ਤੁਸੀਂ ਇੱਕ ਬੰਦੇ ਦਾ ਵਹਾਇਆ ਹੈ, ਉਹ ਜਿਹੜੇ ਬਾਅਦ ਵਜੂਦ ਹੋਣਗੇ ਉਹਨਾਂ ਦਾ ਕਿਉਂ ਨਹੀਂ ਵਹਾਇਆ? ਤੇ ਵਜੂਦ ਹੀ ਹੁੰਦੇ ਨੇ, ਹੋਰ ਕੀ ਹੁੰਦੇ ਨੇ? ਕੋਈ ਮੁਰਗੀ ਹੁੰਦੀ ਹੈ ਜਾਂ ਕਿਹੜੇ ਨੇ ਵਜੂਦ? ਤੁਸੀਂ ਦੱਸੋ ਕਿਹੜੇ ਨੇ ਵਜੂਦ? ਨਹੀਂ ਉਹ ਬਹੁਤ ਸਾਰੇ ਵਜੂਦ ਹੋਣਗੇ, ਉਹਨਾਂ ਦੇ ਬਾਅਦ ਮੁਜੱਦਦੀਨ ਦਾ ਸਿਲਸਿਲਾ ਕਿਆਮਤ ਤੱਕ ਜਾਰੀ ਹੈ।
ਇੱਕ ਦਾ ਉਹਨਾਂ ਨੇ ਦੱਸ ਦਿੱਤਾ। ਇੰਜ ਨਾ ਕਰੋ ਤਾਰਿਕ ਚੌਹਾਨ ਸਾਹਿਬ, ਇੰਜ ਨਾ ਕਰੋ ਜੋ ਹਜ਼ਰਤ ਉਂਝ ਕਰ ਲਓ ਕਿਉਂਕਿ ਜੋ ਤੁਸੀਂ ਤਾਂ ਹਜ਼ਰਤ ਸਾਹਿਬ ਮੰਨਦੇ ਨੇ ਨਹੀਂ। ਕਿਹਾ ਉਹ ਤੁਸੀਂ ਤਾਂ ਕਹਿੰਦੇ ਮੁਜੱਦਦ ਦੀ ਹਦੀਸ ਵੀ ਗਲਤ ਸੀ ਤੇ ਆਇਤ ਇਸਤਖਲਾਫ ਵੀ ਗਲਤ ਹੈ ਤੇ ਮਿਰਜ਼ਾ ਸਾਹਿਬ ਵੀ ਝੂਠ ਬੋਲ ਕੇ ਗਏ ਨੇ, ਉਹਨਾਂ ਨੂੰ ਮੰਨਣ ਨਾਲ ਕੋਈ ਫਰਕ ਵੀ ਨਹੀਂ ਮੈਂ ਤੇ ਪੈਂਦਾ ਨਹੀਂ ਕਹਿ ਰਿਹਾ ਤੇ ਹੁਣ ਕਿਸੇ ਨੇ ਆਣਾ ਵੀ ਨਹੀਂ ਹੈ। ਅੱਛਾ ਤੁਸੀਂ ਦੱਸੋ 15ਵੀਂ ਸਦੀ ਦਾ ਮੁਜੱਦਦ ਕੌਣ ਹੈ? ਸੁਣ ਲਓ ਹਫੀਜ਼ ਸ਼ੇਖ ਸਾਹਿਬ 15ਵੀਂ ਸਦੀ ਦਾ ਮੁਜੱਦਦ ਕੌਣ ਹੈ? 40 ਸਾਲ ਗੁਜ਼ਰ ਗਏ ਨੇ। ਉਹ ਤਾਹਿਰ ਕਾਦਰੀ ਮੇਰੇ ਬਾਅਦ ਤਾਹਿਰ ਕਾਦਰੀ, ਹਾਂ ਇਹ ਲਾਹੌਰੀਆਂ ਦਾ ਤਾਹਿਰ ਕਾਦਰੀ ਮੁਜੱਦਦ ਹੈ ਤੇ ਇਹ ਉਸ ਤਾਹਿਰ ਕਾਦਰੀ ਨੂੰ ਮੁਜੱਦਦ ਮੰਨਦੇ ਨੇ ਜਿਹੜਾ ਮਿਰਜ਼ਾ ਸਾਹਿਬ ਨੂੰ ਦਜਜਾਲ ਕਜ਼ਾਬ ਕਹਿੰਦਾ ਹੈ। ਇਹ ਲਾਹੌਰੀਆਂ ਦੀਨ ਲਾਹੌਰੀਆਂ ਦਾ ਦੀਨ ਦੇਖ ਲਓ। ਮੈਂ ਤੇ ਨਹੀਂ ਕਿਹਾ, ਤੁਸੀਂ ਕਿਹਾ ਤਾਹਿਰ ਕਾਦਰੀ ਇਹਨਾਂ ਦਾ ਮੁਜੱਦਦ ਹੈ, ਇਹਨਾਂ ਦੀ ਤਜਦੀਦ ਕਰਨ ਆਇਆ ਹੈ और उसकी तजदीद है कि मिर्जा गुलाम अहमद कज़्ज़ाब और दज्जाल था, ये उसकी तजदीद है। सब सुने मेरे बाद और वजूद होंगे, मेरे बाद और वजूद होंगे। इससे क्या मालूम होता है कि असबाब नहीं बल्कि इंसान होंगे जो दूसरी कुदरत का मदर होंगे। हाँ समझ गए? ऐसे लोगों का इंतखाब मोमिनों की राय पर होगा। ऐसे लोगों का इंतखाब मोमिनों के इत्तेफाक राय पर होगा। ये भी अल्फियत च पढ़ते हो ना पे? हाँ जी, लिखा है और चाहिए कि जमात के बुजुर्ग सुन लें अपने बारे में। कैसा है बात पूरी करने दें। अपने बारे में फिर इसी तरीके में फरमा रहे हैं कि मसीह मऊद आखिरी खलीफा है, आपके बाद सिलसिला खिलाफत नहीं। अच्छा, एक वक्त में मुतअद्दिद खलीफा होंगे। ये भी कितने कहते हैं अलवसीयत लिखे है। ਤੁਸੀਂ ਜਿੱਥੋਂ ਮਰਜ਼ੀ ਕਰ ਲਓ, ਤੁਸੀਂ ਪੜੋ, ਤੁਸੀਂ ਤੇ ਹਾਫਜ਼ ਹੈ ਕਿ ਹਜ਼ਰਤ ਸਾਹਿਬ ਦੀ ਕਿਤਾਬਾਂ ਦੇ। अलवसीयत ਦੇ ਵਿੱਚ ਲਿਖਿਆ है कि मेरे बाद बहुत सारे खलीफे होंगे। हैं वो अच्छा, किसे लिखे? इसे कुदरत सानिया भी कहा गया है। और वो उन्होंने कहा था कि मेरे बाद अंजुमन जो होगी वही होगी। जब तक मैं जिंदा हूँ मैं करूंगा सब कुछ, उसके बाद अंजुमन। तो अंजुमन कोई एक बंदा तो नहीं था ना, कि मौलाना मोहम्मद अली साहब का नाम था अंजुमन। अच्छा, आपका मतलब है कि मिर्जा साहब के मुताबिक अंजुमन कुदरत सानिया, जो मर्जी समझे आप। ओ भाई आपसे बात समझ रहे हैं, उन्होंने ये लिखा कहीं कि अंजुमन कुदरत सानिया है शेख साहब, है क्या चीज? अंजुमन कुदरत सानिया है। उन्होंने कहा बाद और वजूद होंगे। और भाई आपसे सवाल पूछने डायरेक्ट, अंजुमन कुदरत सानिया है। अहमद नज़ीर साहब, अंजुमन में बाद वजूद होते हैं कि एक वजूद होता है? शेख साहब आपसे डायरेक्ट सवाल पूछा है, क्या अंजुमन को आप कुदरत सानिया मानते हैं? कि अंजुमन में एक वजूद होता है या बाद होते हैं? और हज़रत साहब ने कहा कि मैं जब तक मैं जिंदा हूँ मैं ही सारा कुछ देखूंगा, मेरे बाद ये अंजुमन तमाम अमूर देखेगी, तमाम अमूर। तो अंजुमन कुदरत सानिया है ना, आप जो मर्जी समझे। ले अजीब आदमी है, बाद और वजूद होंगे। अंजुमन कुदरत सानिया है। आपने बाद वजूद बना लिए कि जैसे जंबा साहब हो गए, जंबा साहब के बाद आप हो गए, आपके बाद अकबर खान साहब हो गए, वो हो गए बाद वजूद। तो आपके मुताबिक क्या है? मैंने जो बता दिया है कि मेरे बाद और वजूद होंगे। अच्छा, तो बस ये है, एक वक्त में मुतअद्दिद खलीफा खुलफा होंगे। मुतअद्दिद का क्या मतलब है? कहाँ लिखा है एक वक्त में मुतअद्दिद खुलफा होंगे? ये किथे लिखा है? ये भी इत्थे लिखा है। कड्डो एक मिनट रखे, टोया कड्डिया मैं तो ना के टोया कड्ड गए ने। एक वक्त में मुतअद्दिद खुलफा होंगे, ए उत्ते अल्फियत च लिखे है। ये मैं आपको भी बता रहा हूँ, अभी मैं थोड़ा खाना खा रहा हूँ, मैं ये बता रहा हूँ। और ये तो हकीम नूरुद्दीन साहब ने भी कहा था कि आप हकीम नूरुद्दीन अबुल मुर्तदीन दा असी मनी अबुल मुर्तदीन दा मनी। उन्होंने क्या भाई हकीम नूरुद्दीन की कहाँ बात हो रही है? मिर्जा साहब की बात हो रही है। कर रहे हो आप, बात मिर्जा साहब की हो रही है, आप हकीम नूरुद्दीन पे जा रहे हैं। वो हकीम नूरुद्दीन साहब नूनी के खलीफा थे बकौल आप। हाँ खलीफा थे वो, तो आपने क्यों नहीं मानना उसको फिर? किनको? हकीम नूरुद्दीन को खलीफा हमने तो मान ही लिया था। मान लिया था खलीफा, तो फिर दूसरा खलीफा क्यों नहीं माना? वो उसका कायद नहीं ठीक थे। क्योंकि पहला खलीफा मान लिया, यानी इन्होंने मान लिया कि खिलाफत शुरू हो गई मिर्जा साहब के बाद, लेकिन दूसरे खलीफा से इन्होंने तकलीफ सी। खैर जो अहमद नज़ीर साहब सबर करो ये मिर्जा साहब नहीं मानना आराम नाल। ਉਹ ख्वाजा कमालुद्दीन ਸਾਹਿਬ ਨੇ ਖਲੀਫਾ ਬਣਾਉਣ ਤੋਂ 20 ਦਿਨ ਬਾਅਦ ਹੀ ਕਹਿਤਾ ਸੀ ਕਿ ਮੇਰੇ ਕੋਲੋਂ ਤੁਹਾਡੀ ਦੀ ਗਲਤੀ ਹੋ ਗਈ ਹੈ ਬੜੀ ਵੱਡੀ। ਤੇ ख्वाजा कमालुद्दीन मामूर में नल्ला ਸੀ, ਮੰਨ ਲਿਆ ਬਈ ਉਹਨਾਂ ਦੇ ਕਹਿੰਦੇ ਉਹ ਮਾਮੂਰ में नल्ला ਸੀ ख्वाजा कमालुद्दीन। ਹਾਂ ਕੀ ਹਾਂ ਬਈ ਉਹਨਾਂ ਨੇ ਮੌਲਵੀ ਸਾਹਿਬ ਨੂੰ ਚੁੱਪ ਕਰਾਇਆ ਸੀ। ਮੌਲਵੀ ਸਾਹਿਬ ਦੇ ਖਿਲਾਫ ਸਨ ਖਿਲਾਫਤ ਦੇ। ਬੜਾ ਉਹਨਾਂ ਨੇ ਕਾਰਨਾਮਾ ਕੀਤਾ, ਬੜਾ ਚੁੱਪ ਕਰਾਤਾ ਸੀ। ਜੰਬਾ ਸਾਹਿਬ ਨੇ ਤੇ ਉਹਦੇ ਬਾਅਦ 6 ਸਾਲ ਤੱਕ ਚੁੱਪ ਹੀ ਰਹੇ, ਬੋਲਤੀ ਬੰਦ ਕਰ ਦਿੱਤੀ ਉਹਨਾਂ ਦੀ।
ख्वाजा अपनी कमालुद्दीन बस ये बात याद रखनी है, मेरे पास रिश्वत बाद दी थी और उन्होंने वजूद कोई होंगे जो कुदरत सानिया मौलवी का मोहम्मद अली मजहर ने रिश्वत दी होंगे। थी 6 साल नहीं तू बोलना ਉਹਦੇ ਬਾਅਦ ਬੋਲਣਾ ਸੁਣਾਓ ਪੂਰਾ ਹੈ ਮੈਂ ਸੁਣਾ ਤੇ ਦਿੱਤਾ ਐਸੇ ਕਿ ਮੈਂ ਤੁਹਾਨੂੰ ਦੱਸਿਆ ਮੈਂ ਖਾਣਾ ਖਾ ਰਿਹਾ ਤੇ ਉਹਦੇ ਚ ਇਹੀ ਲਿਖਿਆ ਹੈ मेरे बाद और वजूद, एग्जैक्ट अल्फाज यही हैं, मेरे बाद और वजूद होंगे जो कुदरत का मजहर होंगे। ਕਿੰਨਵੇਂ ਸਫੇ ਤੇ ਵੇ ਮੈਂ ਤੁਹਾਨੂੰ ਦੱਸਿਆ ਤੇ ਮੈਂ ਹੁਣ ਚੌਹਾਨ ਸਾਹਿਬ ਖੋਲੋ ਹਾਂਜੀ ਮੈਂ ਖੋਲ ਲਿਆ ਹੈ। हाँ जी सफा ਬਾਜ਼ ਔਰ ਵਜੂਦ ਜਿਹੜੇ ਨੇ ਛੁਪਾਏ ਜੇ ਚੌਹਾਨ ਸਾਹਿਬ। हाँ देखो ना वो वजूद ही तो छुपाए हैं। ਗੋਲਮਾਲ ਹੈ ਗੋਲਮਾਲ। और फिर मेरे हसन ਦੇ ਇਤਰਾਜ਼ ਇਹ ਜੀ ਗੱਲਾਂ ਨਾ ਕਰਿਆ ਕਰੋ ਅਮਨ ਨਜ਼ੀਰ ਸਾਹਿਬ। नहीं ये देखो कैसी उन्होंने मिर्जा साहब ने जरा कलाम मैं तो अगे हाँ कहते मैं खुदा की तरफ से कुदरत के रंग में जाहिर हुआ और मैं खुदा की एक मुजस्सम कुदरत हूँ और मेरे बाद बाज और वजूद होंगे जो दूसरी कुदरत का मदर होंगे। सो तुम खुदा की कुदरत सानी के इंतजार में इकट्ठे होकर दुआ करते रहो और चाहिए कि हर एक सालिन की जमात हर एक मुल्क में इकट्ठे होकर दुआ में लगे रहें ताकि दूसरी कुदरत आसमान से नाज़िल हो। कमेटी बनाने की गल नहीं वो कर रहे, दूसरी कुदरत आसमान से नाजिल हो। आसमान से नाजिल कोई नहीं होना है, वही जो रूहुल कुदस पाके खड़ा हो। ये मैं ता ही आना ना चौहान साहब ये सारा कलाम मुतशाबे वे नाले पे आंदे हो बाज और वजूद होंगे नाले वो पे आंदे हो उतू नाजिल होनी है आसमान से नाजिल हो। आसमान से नाजिल मतलब किसी पासे को पता तो लगे ना। अगर आसमान से नाजिल हो तो फिर कमेटी जी बना के गए सी वो तो आसमान तो नाजिल नहीं हुई सी। अगर खिलाफत ही थी कुदरत सानिया का जोर तो फिर नूरुद्दीन साहब क्यों दुआएं करवाते रहे अपने दौरे? तो हम तो कहते हैं खिलाफत है ही नहीं थी, कोई मिर्जा साहब ने खिलाफत कही नहीं अपने बाद। कुदरत सानिया खिलाफत नहीं है, उनके बाद जिसने मुजद्दद ने आना है वो है और उन्होंने बता भी दिया कि वो एक मामूली इंसान होगा, कुर्ब और वही से मखसूस किया जाएगा। तो आप 50-60 साल तक इस गलती पे क्यों रहे हैं? चलो तो मिर्जा साहब 52 साल तक क्यों रहे? मिर्जा साहब 52 साल तक क्यों रहे? नहीं दसो ना दसो ना क्यों नहीं हमें पता लगा कि हज़रत ईसा अलैहि सलाम ज़मान पे नहीं बैठे, फौत हो चुके ने। 52 साल तक कुरान पढ़ते रहे, उन्हें पता नहीं लगा। गले दे विच कुरान लटका के फिरदे सी मिर्जा साहब, तो कुरान उन्हें पता नहीं चला है कि हज़रत ईसा अलैहि सलाम वफात पा चुके हैं। 60 साल बाद ये उन्हें पता नहीं लगा। खिलाफत नहीं है 52 साल तक उन्होंने ये गल नहीं पता चली। 52 साल तक मिर्जा साहब पता ही नहीं चलिया कि हज़रत ईसा अलैहि सलाम वफात पा चुके ने। हाँ ते ओदे बाद उन्होंने एकदम कहता कि नहीं वो तो वफात पा गए ने, मैं आ गए। उनके ऊपर उन्होंने कहता इब्ने चिराग बीबी जो है वो इब्ने मरियम बन के आ गया। सारे चौहान साहब उनके ऊपर तो वही नाज़िल हुई थी बारिश की तरह इस बात की। हाँ बस वही नाज़िल होती है तो पता चलता है। आपके ऊपर वही नाज़िल हुई थी, जंबा साहब पे वही नाज़िल हुई तो उन्होंने बताया कि ये फ्रॉड है, कोई खिलाफत ਤੁਹਾਡੇ ਤੇ ओले पे ना ਜਦੋਂ ਸਿਰ ਤੇ ਫਿਰ ਤੁਹਾਨੂੰ ਸਮਝ ਆਈ ਕਿ ਉਹ ਹੋਏ ਕੀ ਓਏ ਚਵਲਾ ਹੁਣ ਤੁਸੀਂ ਮਾਰ ਰਹੇ ਹੋ ਨਾ, ਤੁਸੀਂ ਕਿਹਾ ਵਹੀ ਹੋਈ ਹੈ, ਮੈਂ ਦੱਸਿਆ ਹਾਂ ਵਹੀ ਹੋਈ ਹੈ। ਜੰਬਾ ਸਾਹਿਬ ਤੇ ਵਹੀ ਹੋਈ ਨਾ ਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਖਿਲਾਫਤ ਹੈ ਗਲਤ ਹੈ, ਇਹਦਾ ਕੋਈ ਤਾਲੁਕ ਨਹੀਂ ਮਿਰਜ਼ਾ ਸਾਹਿਬ ਦੀ ਤਾਲੀਮ ਨਾਲ, ਨਾ ਇਹ ਇਸ ਖਿਲਾਫ ਨਾਲ। ਬਦਰੀ ਇਲਹਾਮ ਦੱਸਿਆ ਨੇ, ਬਦਰੀ ਇਲਹਾਮ ਦੱਸਿਆ ਨਾ, ਬਦਰੀ ਇਲਹਾਮ ਦੱਸਿਆ ਉਹਨਾਂ ਨੇ। ਮਿਰਜ਼ਾ ਸਾਹਿਬ ਨੇ ਵੀ ਇਲਹਾਮ ਹੋ ਗਿਆ ਸੀ, ਉਹਨੇ ਕਿਹਾ ਉਹ ਨਹੀਂ ਜੀ ਨਹੀਂ ਪਹਿਲੀ ਗਲਤੀ ਮਾਫ ਕਰੋ, ਉਹ ਵਾਤ ਪਾ ਚੁੱਕੇ। ਕੀ ਅਲਫਾਜ਼ ਨਹੀਂ ਇਸਲਾਮ ਦੇ ਜਿਹੜਾ ਖਿਲਾਫਤ ਦੇ ਬਾਰੇ ਉਹਨਾਂ ਨੂੰ ਹੋਇਆ? ਉਹ ਮਿਰਜ਼ਾ ਸਾਹਿਬ ਆਪਣੇ ਮਰਨ ਤੋਂ 20 ਘੰਟੇ ਪਹਿਲੇ ਵੀ ਕਹਿ ਰਹੇ ਨੇ ਕਿ ਮੁਜੱਦਦੀਨ ਦਾ ਸਿਲਸਿਲਾ ਜਾਰੀ 100 ਸਾਲ ਤੇ ਮੁਜੱਦਦ ਤੇ ਲਾਹੌਰੀ ਕਹਿੰਦੇ ਨੇ ਕਿ ਨਹੀਂ ਉਹਨਾਂ ਨੇ ਕੰਮ ਮੁਕਾ ਦਿੱਤਾ ਸੀ ਕਿ ਕਿਸੇ ਨੇ ਨਹੀਂ ਆਣਾ। ਤੇ ਲਾਹੌਰੀਆਂ ਦੇ ਪੱਲੇ ਤੇ ਕੁਛ ਨਹੀਂ ਰਹਾ, ਨਾ ਮੁਜੱਦਦੀਨ ਦਾ ਮੰਨਦੇ ਨੇ, ਹਦੀਸ ਮੁਜੱਦਦੀਨ ਦਾ ਇਨਕਾਰ ਕਰਦੇ ਨੇ। ਮਿਰਜ਼ਾ ਸਾਹਿਬ ਦੇ ਮੁਤਲਕ ਕਹਿੰਦੇ ਨੇ ਤੁਸੀਂ ਮੰਨੋ ਨਾ ਮੰਨੋ ਮੁਸਲਮਾਨ ਪੱਕੇ ਫਿਰ ਵੀ ਤੁਸੀਂ ਹੋ। ਫਿਰ ਕਿਉਂ ਮੰਨ ਲਿਆ ਤੁਸੀਂ ਬਈ, ਅਕਲ ਦੇ ਹੋ ਕਿਉਂ ਮੁਸੀਬਤ ਚ ਪਏ ਹੋ? ਕਾਫਰ ਵੀ ਕਰਾਰ ਦਿੱਤਾ ਤੁਹਾਨੂੰ। ਅਸੀਂ ਕਹਿੰਦੇ ਕਿ ਨਾ ਮੰਨਦੇ ਅੱਛਾ ਰਹਿੰਦੇ ਆਪਣੇ ਬੱਕਰੇ ਆਪਣੇ ਘਰ ਜੇਬਾ ਕਰਦੇ ਈਦ ਵਾਲੇ ਦਿਨ, ਤੁਹਾਡਾ ਬੱਕਰਾ ਕੋਈ ਚੁੱਕ ਕੇ ਨਾ ਲੈ ਕੇ ਜਾਂਦਾ। अमन नजीर साहब ये लाहौरी कहते हैं मानो या ना मानो कोई फर्क नहीं पड़ता, या मिर्जा साहब ने कहा हुआ है? लाहौरी कहते हैं तो मेरे नाम मान मिर्जा साहब ने कहता काफर है, बड़ा काफर है। अमन नजीर साहब बताएं तरियाकुल कुलूब का क्या हवाला है? मेरा इब्तदा से ही है हकीकतुल वही का जो हवाला है। शेख साहब सवाल नंबर 6 आ जाना हकीकतुल वही ਦਾ। 6 ਨੰਬਰ ਸਵਾਲ 'ਚ ਉਹਨਾਂ ਨੇ ਕਿਹਾ ਜਿਹੜਾ ਮੈਨੂੰ ਨਹੀਂ ਮੰਨਦਾ
ਜਾਂ ਜਿਹੜਾ ਮੈਨੂੰ ਕਾਫਰ ਉਹਦੀ ਕਹਿੰਦਾ, ਦੋਨੋਂ ਹੀ ਭੈਣ ਦੀ ਵੱਡੇ ਮਾਂ ਕਾਫਰ ਦੀ, ਹੈ। ਜਿਹੜਾ ਨਹੀਂ ਮੈਨੂੰ ਮੰਨਦਾ ਉਹਦੀ ਭੈਣ ਦੀ ਮਾਂ ਦੀ। ਜਿਹੜਾ ਮੈਨੂੰ ਨਹੀਂ ਮੰਨਦਾ ਔਰ ਜਿਹੜਾ ਮੈਨੂੰ ਕਾਫਰ ਕਹਿੰਦਾ, ਦੋਨੋਂ ਹੀ ਵੱਡੇ ਕਾਫਰ ਹੈ। ਉਹ ਇਹਨਾਂ ਦੋਵਾਂ ਦੀ ਮਾਂ ਦੀ ਤੇ ਭੈਣ ਦੀ। ਕੁਰਾਨ ਸਾਹਿਬ ਅਸੀਂ ਮਿਰਜ਼ਾ ਸਾਹਿਬ ਨੂੰ ਕੋਈ ਕਿਹਾ ਕਿ ਉਹ ਕਾਫਰ ਨੇ? ਕੁਰਾਨ ਸਾਹਿਬ ਲਤੀਫ ਮਜ਼ਾਮੀਨ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੇ। ਹਾਂਜੀ, ਇਹ ਲੋਹਰੀ ਤੇ ਮਿਰਜ਼ਾਈ ਦੋਨਾਂ ਦੇ ਮੋਟੇ ਦਿਮਾਗ ਨੇ। ਮੈਂ ਤਾਂ ਕੁਦਰਤੀ ਸਾਨੀਆਂ ਦੌਰਾਨ ਹੋ ਗਿਆ ਕਿ ਕੁਦਰਤੀ ਸਾਨੀਆਂ ਕੈਸਾ ਗੋਲਮਾਲ ਬਣਾ ਦਿੱਤਾ, ਹੁਣ ਕੋਈ ਸਮਝ ਨਹੀਂ ਪਈ ਆਉਂਦੀ ਕੀ ਹੈ। ਮਿਰਜ਼ਾਈਆਂ ਤੇ ਲੋਹਰੀਆਂ ਨੇ ਮਿਲ ਕੇ ਗੋਲਮਾਲ ਬਣਾਇਆ, ਕਿਉਂਕਿ ਉਹਨਾਂ ਨੇ ਮੰਨਣਾ ਨਹੀਂ ਸੀ ਨਾ ਅਗਲੇ ਆਉਣ ਵਾਲੇ। ਜੀ ਸਾਹਿਬ, ਇਹ ਹਜ਼ਰਤ ਸਾਹਿਬ ਦੀਆਂ ਤਹਿਰੀਰਾਂ ਤੁਹਾਡੀ ਸਮਝ ਤੋਂ ਬਾਹਰ ਨੇ ਆਵੇ, ਕਿਤੇ ਉਹ ਨਾ ਹੋਵੇ ਤੁਹਾਡਾ ਦਿਮਾਗ ਪਾਟਿਆ ਹੋਏ। ਨਹੀਂ, ਮੇਰੀ ਸਮਝ ਤੋਂ ਤੇ ਬਾਹਰ ਨੇ। ਜਿਹੜੇ ਮੰਨਣ ਵਾਲੇ ਨੇ ਉਹਨਾਂ ਨੂੰ ਕੁਦਰਤ ਸਾਨੀਆਂ ਤਰੇ ਬੰਦੇ ਨੇ, ਤਰਵਾਂ ਦੀ ਵੱਖੋ ਵੱਖ ਸਮਝ ਹੈ ਵੀ ਇੱਕ ਆਂਦਾ ਕੁਦਰਤ ਸਾਨੀਆਂ ਹੈ ਵੇ, ਦੂਜਾ ਆਂਦਾ ਹੈ ਵੇ, ਤੀਜਾ ਆਂਦਾ ਹੈ। ਜਿਹੜਾ ਮੈਂ ਕੁਦਰਤ ਸਾਨੀਆਂ ਵਾਲਾ ਨਾ, ਉਹਨੇ ਫਿਰ ਮੈਨੂੰ ਉਹ ਜਿਹੜਾ ਤੀਜੀ ਵਾਲਾ ਉਹਨੇ ਕਹਿਣਾ ਕਿ ਤੂੰ ਜਾਹਿਲ ਹੈਗਾ। ਉਹ ਉਸੇ ਤਹਿਰੀਰ ਚ ਉਹਦਾ ਨਿਸ਼ਾਨ ਹੈਗਾ। ਅੱਛਾ, ਕੁਰੀਅਤ ਚ ਹੋਏਗਾ ਔਰ ਉਹਦੇ ਹੱਥ ਤੇ ਜਿਹੜਾ ਲੋਕ ਮਜ਼ੀਦ ਜਿਹੜਾ ਈਮਾਨ ਲਿਆਣਗੇ। ਹੁਣ ਉਹਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਇਹ ਜਿਹੜੇ ਭਾਈਜਾਨ ਇੱਥੇ ਬੈਠੇ ਨੇ, ਇਹਨਾਂ ਨੇ ਸਾਰੀਆਂ ਰੂਹਾਨੀ ਖਜ਼ਾਨੇ ਨੂੰ ਹਿਫਜ਼ ਕੀਤਾ ਹੈ। ਇਹਨਾਂ ਦੇ ਬਜ਼ੁਰਗ ਵੀ ਉਸੇ ਹੱਥ ਤੇ ਮੰਨ ਲਿਆਏ ਨੇ, ਉਹ ਜਿਨ੍ਹਾਂ ਨੇ ਦਾਵਾ ਜਿਹੜਾ ਉਹ ਫਰਮਾਇਆ ਹੈ। ਯਾਨੀ ਤੁਹਾਡੇ ਖਿਆਲ ਚ ਖਿਲਾਫਤ ਹੈ ਉਹ ਕੁਦਰਤ ਸਾਨੀਆਂ? ਇੱਕ ਮਿੰਟ ਸਾਹ ਲੈ ਲਾ, ਕੀ ਹੋ ਗਏ? ਮਰ ਜਾਣਾ ਹੀ ਫਿਰ। ਤੇ ਤੂੰ ਮਰ ਗਿਆ? ਮੈਂ ਨਹੀਂ ਮਰਿਆ, ਮੇਰੀ ਤੂੰ ਤੇ ਫਿਰ ਜਿੰਦਾ ਹੈ ਨਾ ਤੂੰ? ਹਾਂ, ਤੇ ਗੱਲ ਤੇ ਸੁਣ। ਤੇ ਦੂਜੇ ਨੇ ਕਿਉਂ ਇੰਜ ਬਕਵਾਸ ਕਰਨਾ? ਤੂੰ, ਮੈਂ ਤੇਰੇ ਕੋਲ ਇੱਕ ਗੱਲ ਪੁੱਛ ਰਿਹਾ। ਤੂੰ ਸ਼ੁਰੂ ਕਰ ਦੇਣਾ ਹੈ। ਹਾਂ, ਤੇ ਮੈਂ ਤੇਰੇ ਕੋਲ ਇੱਕ ਸਵਾਲ ਪੁੱਛਿਆ ਹੈ, ਉਹਦੇ ਕੀ ਜਾਨ ਨਿਕਲ ਗਈ ਤੇਰੀ? ਤੇਰੀ ਕਿਉਂ ਜਾਨ ਨਿਕਲੀ ਹੈ? ਜਿਸਲੇ ਮੈਂ ਤੂੰ ਜਾਨ ਆਪਣੀ ਨੱਕ ਤੇ ਰੱਖ ਕੇ ਬੈਠਾ ਹੁੰਦਾ। ਉਹ ਵੀ ਉਹਦੇ ਹੱਥ ਤੇ ਹੀ ਮਾਰ ਮੈਂ ਤੇਰੇ ਕੋਲ ਸਵਾਲ ਪੁੱਛਿਆ, ਕਿਆ ਖਿਲਾਫਤ ਕੁਦਰਤ ਸਾਨੀਆਂ? ਸਵਾਲ ਕਿਉਂ ਪੁੱਛਿਆ? ਮੈਂ ਕਿਉਂ ਪੁੱਛਿਆ? ਮੈਂ ਗੱਲ ਕਰਾਂਗਾ ਤੇ ਇਹਨੇ ਵਿੱਚ ਜ਼ਰੂਰ ਆਪਣਾ ਸਵੈਟਰ ਜ਼ਰੂਰ ਇਹਨੇ ਕਰਨਾ ਹੈ। ਹਾਂ, ਇਹਨੇ ਸਵੈਟਰ ਜ਼ਰੂਰ ਕਰਨਾ, ਜ਼ਰੂਰ। ਬਰ 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 ਉਹ ਇਨਸਾਨਾਂ ਵਾਲੀ ਗੱਲ ਕਰ, ਵੱਡਾ ਹੋ ਗਿਆ। ਤੇਰੇ ਕੋ ਮੈਂ ਸਵਾਲ ਪੁੱਛਿਆ, ਵੱਡੇ ਤੂੰ ਛੋਟਾ है? मैं तो ਵੱਡਾ हो गया, तू पापा है? आया क्या कुदरत कादियानिया भी है? कुदरत मिर्जाइया नहीं, कुदरत कीलिया, कुदरत डाबरिया, कुदरत नदिया, कुदरत मिर्जा मसरूरिया, जो मर्जी करता है सानू जो अम्मा साहब कितने चले गए? अम्मा साहब किधर चले गए जी? नाराज करते ना तुसी। हो सही हो ना, वो मेरी नसीब अम्मा साहब कुदरत सानिया की नजर हो गए, तलाश में गए। हलीम भाई मौजूद है? हुसैनी साहब, अलीम साहब चुप चुप नहीं। अलीम भाई चाकू छुरियां तेज कर रहे हैं। अस्सलाम वालेकुम ताहिर साहब। लाहौर लाहौर है तो लोरी लोरी है, बस है याद रखना। तुसी हुण लाहौर आना छड्डता है। लोरियां ने लास्टिक पानी रखा जबिया नहीं, लोरियां ने लास्टिक पानी शुरू करते, नाड़े नहीं लभ रहे ना। पार्टी लुआरी ते कली सवारी। साहब तुसी कोई सुनाओ, कोई नवा कशफ इलाम अपना। तुसी भी ते हुण मामूर मिनल्ला साहिब इल्हाम मुल्हम हो गया ना तुसी हुण। जाहिल मुखालिफ मेरी निस्बत ये इल्ज़ाम लगाते हैं कि ये शख्स मुलिम होने का दावा करता है। मेरा ऐसा कोई दावा नहीं। तुसी की सोना शोना वेख्या सी ख्वाब विच? ख्वाब देख ली थी बस, और की नहीं, उसकी ਉਹਦੇ ਚ ਕੀ ਸੋਨਾ ਸ਼ੋਨਾ ਨਜ਼ਰ ਆਇਆ ਸੀ ਤੁਹਾਨੂੰ? हाँ, गोल्ड दी चीज़ां, ਗੋਲਡ ਦੀਆਂ। हाँ ਚਲੋ ਜੋ ਤੁਹਾਡੇ ਖਾਬ ਮਤਲਬ ਕਿ ਮੈਨੂੰ ਸਮਝ ਆਂਦੀ ਆਈ ਸੀ ਕਿ ਬਈ ਤੂੰ ਸੁੱਤਾ ਹੀ ਰਹਿ, ਸੌਂਦਾ ਰਹਿ। ਸੋਨਾ ਤੁਸੀਂ ਗਲਤ ਤੂੰ ਨਾ ਜਾਗ, ਤੇਰਾ ਕੋਈ ਫਾਇਦਾ नहीं, तू सुता ही रह। उस सोने से ये मुराद थी कि सोते रहो। देखो, अगर मिर्जा साहब कहन ना कि मैं नबी हाँ, तो फिर तो बंदा को मनन दे बारे सोचे भी।
ਉਹ ਕਹਿੰਦੇ ਨੇ ਜਹਿਲ ਮੁਖਾਲਿਫ ਮੈਨੂੰ ਕਹਿੰਦੇ ਨੇ ਮੈਂ ਨਬੀ ਹਾਂ, ਤੇ ਬੰਦਾ ਕੀ ਕਰੇ ਇੱਥੇ ਹੁਣ? ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਤੁਸੀਂ ਇਹ ਫੈਸਲਾ ਕਰਨਾ ਕਿ ਜਾਇਲ ਮੁਖਾਲਿਫ ਹੈ ਕੌਣ ਨੇ। ਮੇਰਾ ਖਿਆਲ ਹੈ ਇਹ ਅਹਿਮਦੀ ਜਮਾਤ ਅਲੀ ਮੈਨੂੰ ਲੱਗਦੇ ਨੇ। ਨਹੀਂ, ਤੁਸੀਂ ਨਹੀਂ ਹੋ। ਅਸੀਂ ਤਾਂ ਮੁਖਾਲਫ ਹਾਂ ਨਾ, ਜਹਿਲ ਥੋੜੀ। ਜਿਹੜਾ ਮੁਖਾਲਿਫ ਹੈ ਉਹੀ ਜਾਇਲ ਹੈ। ਨਹੀਂ, ਜਹਿਲ ਅਲੱਗਨ, ਮੁਖਾਲਫ ਅਲੱਗਨ। ਅੱਛਾ, ਮੈਨੂੰ ਇੱਕ ਕਸਮੇ ਕੱਲ ਦੀ ਬੜੀ ਹੈਰਤ ਹੋ ਰਹੀ ਹੈ। ਹਜ਼ਰਤ ਅਲੀ ਵੀ ਦੋ ਨੇ, ਹਜ਼ਰਤ ਈਸਾ ਵੀ ਦੋ ਨੇ, ਕਾਫਰ ਵੀ ਦੋ ਨੇ। ਕੱਲ ਮੈਨੂੰ ਬੰਦਾ ਕਹਿੰਦਾ ਚਲੋ ਮਿਰਜ਼ਾ ਸਾਹਿਬ ਦੇ ਕਾਫਰਾ। ਮੈਂ ਕਿਹਾ ਲਓ ਬਈ, ਜਾਂ ਤਾਂ ਮੈਨੂੰ ਕਹਿ ਮੈਂ ਕਾਫਰ ਹਾਂ, ਤੇ ਜਾਂ ਮੈਨੂੰ ਕਹਿ ਮੈਂ ਕਾਫਰ ਨਹੀਂ। ਇਹ ਡੱਬ ਖੜਾਬਾ ਜਿਹਾ ਕਾਫਰ ਕਿਹੜਾ ਹੁੰਦਾ ਹੈ? मिर्जा साहब ने काफरा ਕਸਮੇ ਬਸ। वैसे मुसलमान है, सिर्फ मिर्जा साहब का काफर है। ਹਾਂ, ਕਹਿੰਦਾ ਜਾਓ ਮਿਰਜ਼ਾ ਸਾਹਿਬ ਦੇ ਕਾਫਰਾ। ਮੈਂ ਕਿਹਾ ਹੈਰਾਨ ਕਰਤਾ ਹੀ ਬਈ, ਕਮਾਲ ਕਰ ਦਿੱਤਾ। यानी काफर भी बहुत सारे। ਉਹ ਤੇ ਮਿਰਜ਼ਾ ਬਸਰੂਰ ਸਾਹਿਬ ਨੇ ਤੇ 5 ਦਾਇਰੇ ਬਣਾਏ ਸੀ। ਅੱਛਾ, ਦਾਇਰੇ ਬਣਾਏ ਨੇ। ये दायरा वो है, ये 2 करीबी दायरा है। बस सारा पिंडियों बारो बार वाला काम। और ना मिर्जा साहब ने दायरे बनाए, ना कुरान ने कुछ दायरे बनाए ने। वो कह नहीं सी सकते भी ਅਸੀਂ ਵੀ ਇਹਨਾਂ ਨੂੰ ਕਾਫਰੀ ਸਮਝਨੇ ਆ। ਇਹਨਾਂ ਲਈ ਮੁਸ਼ਕਲ ਸੀ, ਇਸ ਲਈ ਉਹ ਦਾਇਰੇ ਸ਼ਾਰੇ ਬਣਾਉਂਦੇ ਰਹੇ। ਵਾਹ ਜੀ ਵਾਹ। ਸਿੱਧਾ ਕਹਿ ਦਿੰਦੇ ਵੀ ਜਿਹੜੇ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦੇ ਅਸੀਂ ਵੀ ਉਹਨਾਂ ਨੂੰ ਕਾਫਰ ਸਮਝਦੇ ਨੇ। ਦਾਇਰਿਆਂ ਦੇ ਚੱਕਰ 'ਚ ਪੈਣ ਦੀ ਜ਼ਰੂਰਤ ਨਹੀਂ ਸੀ। ਜ਼ਰੂਰਤ ਹੀ ਨਹੀਂ। ਸਿੱਧਾ ਕੁਰਾਨ ਹਦੀਸ ਤੇ ਆ ਜਾਣ ਤੇ ਗੱਲ ਹੀ ਖਤਮ ਹੋ ਜਾਏ ਸਾਰੀ। ਹਾਂ, ਫਰਮਾ ਗਿਆ ਇਹ ਹਾਦੀ ਲਾ ਨਬੀ ਆਬਾਦੀ, ਗੱਲ ਹੀ ਮੁੱਕ ਜਾਂਦੀ ਹੈ। ਕਿੱਥੇ ਪੜਿਆ ਕਿਤਾਬ 'ਚ ਕਿ ਕੋਈ ਸਾਡਾ ਕਾਦੀਆਨੀ ਭਰਾ ਕਿਸੇ ਪਤਾ ਨਹੀਂ ਗੈਰ ਮੁਸਲਿਮ ਨੂੰ, ਯਾਨੀ ਕਿ ਮੁਸਲਮਾਨ ਨਹੀਂ ਸੀ, ਉਹਨੂੰ ਕੋਸ਼ਿਸ਼ ਕਰ ਰਿਹਾ ਸੀ ਹਜ਼ਰਤ ਸਾਹਿਬ ਨੂੰ ਮਨਾਉਣ ਦੀ। ਤੇ ਉਹਨੇ ਪੁੱਛਿਆ ਕੌਣ ਨੇ ਹਜ਼ਰਤ ਸਾਹਿਬ ਹੈ ਕੌਣ ਨੇ? ਉਹਨੇ ਕਿਹਾ ਕਿ ਉਹ ਗੈਰ ਹਕੀਕੀ ਗੈਰ ਸ਼ਰਈ ਨਬੀ ਨੇ ਨਾ। ਤੇ ਉਹਨੇ ਕਿਹਾ ਮਾਮਾ ਅਸੀਂ ਕਿਹੜਾ ਹਕੀਕੀ ਨੂੰ ਮੰਨ ਲਿਆ, ਤੂੰ ਸਾਨੂੰ ਗੈਰ ਹਕੀਕੀ ਮਨਾਉਣ ਆ ਗਿਆ। ਅਸੀਂ ਕਹਿੰਦਾ ਹਕੀਕੀ ਨੂੰ ਨਾ ਮੰਨਿਆ, ਤੂੰ ਸਾਨੂੰ ਗੈਰ ਹਕੀਕੀ ਮਨਾਉਣ ਆ ਗਿਆ। ਨਵਾਂ ਗੁੰਝਲ ਪਾਤਾ ਹੈ। ਅਸੀਂ ਹਕੀਕੀ ਨੂੰ ਹੀ ਮੰਨਿਆ ਤੇ ਤੂੰ ਗੈਰ ਹਕੀਕੀ ਮਨਾਉਣ ਲੱਗਾ। ਲਾਜੀਕਲ ਗੱਲਾਂ ਹੋਣ ਨਾ, ਫਿਰ ਬੰਦਾ ਕੋਈ ਫਿਰ ਮੂੰਹ ਬੰਦ ਹੋ ਜਾਂਦਾ। ਮਤਲਬ ਹੁਣ ਠੀਕ ਹੈ, ਖਲੀਫਾ ਸਾਹਿਬ ਨੂੰ ਅਗਰ ਤੁਸੀਂ ਬਾਖੁਦਾ ਇਮਾਨਦਾਰੀ ਦੇ ਨਾਲ ਦੇਖੋ ਨਾ, ਉਹਨਾਂ ਵਿਚਾਰਿਆਂ ਕੋਲ ਬੋਲਿਆ ਹੀ ਨਹੀਂ ਜਾਂਦਾ। ਉਹਨਾਂ ਗੱਲ ਕਰੋ, ਕਹਿੰਦੇ ਬੰਦਾ ਕਹਿੰਦਾ ਯਾਰ मतलब ठीक है, ठीक है। जैसा शहंशाह साहब मुझे एक बात बताएं, जैसे खुलफा राशिदीन थे, अगर उनमें कोई खलीफा होता और वो भी अपनी उम्र की वजह से, ज़ईफ़ुल उम्री की वजह से, बीमार होने की वजह से न चल सकता, न बात कर सकता सही तरीके, तो आपने क्या करना था? उनको डिसमिस कर देना था कि जी अब ये बात नहीं कर सकते, बीमार हैं, चल फिर नहीं सकते, लिहाजा इनका डिसमिसल होगी, नया खलीफा आएगा। अल्लाह ताला ने उनको वैसे ही शहादत दे दी इसी वजह से, ताकि वहां तक पहुंचे। जवाब लेने दें। क्यों जी शहंशाह साहब, उस सूरत में आपने क्या करना था? अगर आप भी मौजूद होते तो क्या कहते लोगों को कि भाई अब इनसे बात नहीं होती, बोला नहीं जाता? ऐसी बात है, जब सैयदना उस्मान गनी को नक्सीर फूटी तो सहाबा कराम ने कहा, तो उन्होंने जो है वो सैयदना ज़ुबैर बिन अवाम को बनाया था अपने पीछे लिए। जब भी सहाबा इसी तरह जब खुद दस्तबरदार हो गए थे, जब मिर्जा महमूद तोड़ दी उन्होंने खिलाफत। जब मिर्जा महमूद साहब पे हमला हुआ था, उनकी शार कट गई थी, उस वक्त भी मिर्जा नासिर को उन्होंने बना दिया था। खुद तो बेचारे वो उठ भी नहीं सकते। नहीं, वो बनाना नहीं होता। मुझे नहीं पता आप दूसरी जमात का क्या निज़ाम है। उसमें होता यही है कि अगर इस तरह की सूरत हाल हो जाती है, तो ये मैं बात कर रहा हूँ अपनी जमात के हवाले से भी, तो उस सूरत हाल में ये होता है कि 4-5 बंदे जो होते हैं वो मिल के, यानी कि फिर अमीर जमात या खलीफा तो वही शख्स रहता है, लेकिन वो फिर मिल के अगर इस कंडीशन में वो है कि कोई फैसला कर सकते हैं, लेकिन चलना फिरना मुहाल है, उठ के जाना लोगों में मुहाल है, तो नहीं, लेकिन देखें आपका तो वो है ही नहीं ना पॉइंट ऑफ व्यू कि खलीफा खुदा बनाता है, आपका अमीर खुदा ने बनाया है। आपकी अमीर बनाने वाली तो कमेटी है, आपका तो ये मसला नहीं है, खुदा ने बना दिया।
नहीं तो अगर अभी जैसे मिर्जा मसरूर अहमद साहब खलीफा हैं, अल्लाह ना करे कि वो उनकी सूरत हाल ऐसी हो जाए कि वो चल फिर ना सकें, तो क्या होगा कि उनकी माजूली कर दी जाएगी कि जी एक नया खलीफा वो जिंदा है, मौजूद है, यही होता है ना, वो माजूली कर दी चल गई फिर है। नहीं सकता तो वो ये नहीं लेटा होता। तो रहेगा बिस्तर पे, वो उसकी अपनी जगह दूसरे वफात लोग तक टेक नहीं ओवर कर खलीफा लेंगे। रहेंगे, वो अपनी वफात तक खलीफा ही हाँ रहेंगे, हाँ। तो उनके होते हुए दूसरा खलीफा नहीं आ सकता। और इसी वजह से वो अब भी अमल ही चला रहा है, वो तो बेचारे वैसे ही किसी काबिल नहीं है, तो उस वक्त ही अमल ही चलाता रहेगा। खिलाफत ਨੂੰ ਕਿਹੜਾ ਕੋ ਉੱਥੇ कोई शतीर लगा के उनको खड़ा करना है, ये आम रूटीन के काम है, वो चल रहे हैं। सिर्फ ये कि रोटियां वगैरह चेक करने का कोई बंदा रखना पड़ेगा। सीधी सीधी कुरान पाक की एक आयत लिखी होती है, वो तक नहीं पढ़ सकते यार। हाँ। वो मतलब देखो, अगर यानी करते हैं, यानी क्लेम करे खिलाफत का इतनी बड़ी जमात का, तो बंदा कोई अरबी पढ़ने वाला तो हो ना सही तरह। चौहान साहब बड़ी ज़बरदस्त अरबी पढ़ते हैं। नहीं, असल बात यह है कि खलीफा के लिए अरबी इल्म वगैरह उसकी ज़रूरत ही नहीं है, क्योंकि मिर्ज़ा ख़ानदान में से एक उन्होंने बनाना है। चलो जी, ये उसको कुछ भी ना आता हो, कोई फ़र्क नहीं पड़ता, क्योंकि लोग हैं जो सामने उनके बैठे हुए हैं, वो तो जो भी कहेगा लोग हैं, वाह जी वाह कितनी अच्छी इसने बात कर दी। यानी आम सवाल खलीफा से पूछ रहे हैं, जो कोई भी शख्स जिसको थोड़ा सा भी दीन का इल्म है वो बता सकता है। वो खलीफा जी की क्लास लग रही है, उससे वो फ़ोन पूछ रहे हैं, भाई क्या वो बातें कर रहा है, कोई भी ऐसी नई बात नहीं या कोई ख़ास नुक्ता बयान कर रहा है, आम किताबों में वो बातें लिखी हुई हैं, हर शख्स को पता है। वुज़ू कैसे करना है जी, मैं पर्दा कर लूँ, मैं कज़न से मिल लिया करूँ, ये वाले सवाल कर रहे हैं उससे लोग, तो खलीफा जी बड़ा जवाब दे रहे हैं। आप ये कह रहे हैं कि जी उनको अरबी भी देख के नहीं पढ़नी आती, जिनको अरबी बगैर देखे पढ़नी आती थी उनको आपने मान लिया कि वो सही खलीफा है? ये कोई दलील है? नहीं, दलील ही है ये, वो भी तो दलील कायम कर रहे हैं कि भाई ऐसा शख्स खलीफा बनाया है जिसको अरबी भी नहीं देख के तो पढ़नी जब आप आती, कहते हैं कि खलीफा हमारा खुदा ने बनाया है, वो सब की हदायत का काम कर रहा है, वो दीन की तजदीद कर रहा है, तो पता कुछ है किसी को अरबी आती है कि नहीं आती? जिसको आती है उसको या तो आप कह लेना उसको पूछ लें हम अहमदी क्यों है, तो वो कहता है कुछ ना कुछ तो हमने होना था। ये उसका सवाल है, जवाब है, ये इल्मी गुफ्तगू है उसकी। निदा कह रही है उसको कि भाई आपको पता ही नहीं आपके वेबसाइट पे क्या लिखो, आप क्या बात कर रहे हैं। वो कहते हैं हाँ मुझे तो बस इतना ही पता है। यानी निदा को ज्यादा इल्म है खलीफा से। कोई अगला जो खलीफा है कुछ थड़ल्लेदार किस्म का है। चौहान साहब ਤੁਸੀਂ जी या टोनी नहीं, साहब अब ਹੁਣ ਧੜੱਲੇਦਾਰ ਨਹੀਂ, ਉਹ ਹੁਣ ਅਮਲਾ ਹੀ ਚਲਾਉਂਦਾ ਰਹੇਗਾ, ਹੁਣ ਉਹ ਡਮੀ ਖਲੀਫਾ ਹੀ ਆਏਗਾ, ਜਿਸ ਤਰ੍ਹਾਂ ਦਾ ਮਿਰਜ਼ਾ ਮਸਰੂਰ ਸੀ ਉਸੇ ਤਰੀਕੇ ਦਾ ਤਾਂ ਕੋਈ ਆਏਗਾ, ਜਿਹੜਾ ਬਸ ਇਹੀ ਕਰੇ ਜੀ ਰੋਟੀਆਂ ਸ਼ੋਟੀਆਂ ਚੈੱਕ ਕਰ ਲਿਆ ਕਰੋ, ਖੁਤਬਾ ਦੇ ਦਿਆ ਕਰੋ, ਉਹ ਲਿਖ ਕੇ ਉਹਨੂੰ ਦੇ ਦਿਆ ਕਰਨਗੇ। और मोहम्मद हुसैन साहब ਤੁਸੀਂ बोलना है या बुलावा अकबर खान ਨੂੰ? मोहम्मद हुसैन जो है मेरे सामने चूं नहीं कर सकता, नहीं कर सकता, कोई भी नहीं कर सकता, कोई भी नहीं कर सकता, कोई शक नहीं। इल्म दहशत आपके ही पास, इतनी है। इल्म आपके पास है, बिल्कुल। टेम्परामेंट थोड़ा हाई रहता है लेकिन इल्म है आपके पास। तो वो मिर्ज़ाई बेचारे तो कुछ भी नहीं है, जाहिल मुखालिफ हैं जो मिर्ज़ा साहब पर नबूवत का इल्ज़ाम लगाते हैं। मिर्ज़ा साहब बार बार कह रहे हैं भाई नई नबी है, मिर्ज़ाई कहते हैं नहीं नबी है, नबी भी है, ऐसे खिलाफत भी चलानी है आगे। मेरी एक बात सुने तारिक खान साहब, आज से 2-2.5 साल पहले जिस वक्त मैं टिकटॉक पे आया, हाँ आपसे भी उस वक्त आपका मौक़िफ़ भी मुझे अच्छी तरह याद है, ये आज से 2-2.5 साल पहले की बात है। आपका मौक़िफ़ भी यही था कि हज़रत साहब नबी हैं। बिल्कुल है, वो नबी और रसूल हैं, वो नबी और रसूल हैं, इस्तारा के रंग में, उस वक्त आप और रंग में कहते थे, इस्तारा का लफ्ज़ नहीं। अब तो हम तो अब भी कहते हैं वो नबी और रसूल है, वो मिर्ज़ा साहब ने खुद कहा है, हमारा दावा है कि हम नबी और रसूल हैं, थोड़े अरसे बाद हमारा दावा है कि हम नबी और रसूल हैं, लेकिन वो आगे कहते हैं निज़ाए लफ्जी है। मेरी गल याद है कि नहीं? याद है। हाँ, ये क्या करते थे ना, नबी हैं, उस वक्त इस्तारा का लफ्ज़ नहीं इस्तेमाल करते थे। हम तो कहते थे, अब भी कहते हैं नबी हैं, रसूल है। रसूल का मतलब खुदा की तरफ से भेजा गया, नबी वही पाकर तजदीद दीन के लिए मामूर होने वाला। तो हर मुजद्दद रसूल भी है, नबी भी है, लेकिन मजाजी तौर पर, इस्तारा के रंग में, इस्तारा के रंग में, जैसे इस्तारा अक्सी तौर पर। इस्तारा के रंग में वो कहते हैं मैं खुदा का बेटा हूँ, हाँ, इस्तारा के रंग में वो कहते हैं इस्तारा के रंग में ना बेटे हैं, ना इस्तारा के रंग में वो नबी हैं। एक इस्तारे को मान लेते हैं, दूसरे इस्तारे से मुकर जाते हैं। बिल्कुल, यानी वो ये कह रहे हैं मैं बरूदी तौर पर मोहम्मद भी हूँ, अहमद भी हूँ, खातमुल अंबिया भी हूँ, तो फिर वो भी मान लो होते।
وہ بروزی طور پر نبی بھی اپنے آپ کو کہہ رہے ہیں، بروزی صورت نے مجھے نبی بنایا ہے. وہ مرزا صاحب تو مانتا ہی کوئی نہیں، اللہ تعالیٰ نے نہیں بنایا، بروزی صورت نے بنایا. بروزی صورت نے بنایا ہے. لیکن وہ جڑا نا اپنا ادھر ایک آتے ہیں، وہ کینیڈا والا ایک بھائی ہے، وہ کہتا ہے ایک دفعہ میں گیا ادھر اپنی جو ان کی مسجد ہے اس میں، وہاں ایک لیٹر پڑا ہوا تھا خلیفہ صاحب کا، مرزا صاحب کو نبی کہنے میں ہچکچاہٹ محسوس نہ کرے. ان کو نبی کہنے میں ہچکچاہٹ کوئی بندہ محسوس نہ کرے. ہاں جی، کیونکہ وہ نبی ہیں. تو مرزا مسرور صاحب نے بھی سرکولر لیٹر بھیجا نا کہ مرزا صاحب کو پروفٹ کے طور پر پروموٹ کریں، کیونکہ ان کی خلافت چلی جاتی ہے نا اگر مرزا صاحب نبی نہ رہیں تو. ہاں، اگر وہ مان جائیں کہ وہ سارا کے رنگ میں نبی ہیں تو وہ خلافت پھر کیویں چلاؤ گے؟ پھر نہیں چلتی نا. اور دوسرا ایک بات کی سمجھ نہیں آتی، یہ بڑی دو مختلف باتیں ہیں. جیسے ایک روڈ جا رہی ہے جناب پنڈی والے پاس ہے، تو ایک روڈ جا رہی ہے جناب کراچی والے پاس سے، کہ حضرت عیسیٰ علیہ السلام کو فوت شدہ مانے جی. اچھا جی، مان لیتا، واہ جی واہ، وہ سمجھتے آدھا قلعہ فتح ہو گیا ہے، آدھا قلعہ وہ سمجھ لیتے ہیں کہ فتح ہو گیا. تو انہوں کہو جی ٹھیک ہے جی فوت ہو گئے تو بس پھر ختم ہوگی، وہ حدیث بھی چلی گئی اور ان کوئی نہیں. نہیں 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 نہیں، ہوں دوبارہ منو، انہوں نے آنا ہے. ایک وجود نے آنے کا جو وعدہ کیا ہے، بندہ کہے یار ہونی تو فوت کر کے ہٹیا، ہوں کہنے ایک وجود کے آنے کا. ਤੁਹਾਡੇ ਦੋਵਾਂ ਦੇ ਦਰਮਿਆਨ ਤੁਸੀਂ ਜਿਹੜੇ اور وہ جڑا ابن مریم جنہوں کہلانا ہے وہ ابن چراغ بی بی ہے. نہیں نہیں، یہ ابن مریم ہے. سب یہی تو مسئلہ ہے، آپ بھی اجرائے نبوت کے قائل ہیں، سمجھ آ گئی نا. چلو اگر اجرائے نبوت کے قائل بھی ہو جائیں، مثال دے رہا ہوں ایک، چلو اللہ تعالیٰ ہزاروں نبی بلکہ بھیج دے، مان لیتے ہیں اس بات کو، وہ پھر بھی مرزا صاحب تو کہہ دیں نا کہ میں نبی نہیں. بالکل ہے دلیل بہت. یہی تو ہم کہہ رہے ہیں. پھر لاہوری کیا کہتے ہیں؟ لاہوری یہی کہہ رہے ہیں نا، لاہوری کہتے ہیں مرزا صاحب نبی ہیں، اس نے اس رنگ میں اس رنگ میں نہیں کہتے نا، بس کہتے ہیں نہیں ہے، ان کا دعویٰ نبوت نہیں ہے. وہ جو غلط کہتے ہیں نا، نہیں، سارا کے رنگ میں وہ نبی لاہوریوں ہے. کے اوپر یہ الزام نہیں لگ سکتا کہ یہ ختم نبوت کے بھی قائل ہیں اور اجرائے نبوت کے بھی. ہاں جی، آپ مرزا صاحب کی نہیں مانتے. مرزا صاحب نے کہا ہے انکار کرنا درست نہیں ہے، بلکہ اس سارا کے رنگ میں نبی ہیں. ملک صاحب لاہوریوں پہ یہ الزام لگ سکتا ہے کہ یہ اجرائے نبوت اور ختم نبوت دونوں کے بیک وقت قائل ہیں. لاہوریوں پہ یہ الزام لگا دیا کہ مرزا صاحب کو انکار کر چکے ہیں، کہتے ہیں منو نہ منو کوئی فرق نہیں پہنتا. مرزا صاحب ایویں آ گئے اپنے بیت الدعا چ بیٹھے رہتے زیادہ جگہ. ਅਸੀਂ ਦੁਨੀਆ ਨਹੀਂ ਕਹਿੰਦੇ ਤੁਹਾਡਾ ਵਕਤ ਜ਼ਾਇਆ ਕੀਤਾ ਹਮ ਤੁਸੀਂ ਕਹਿੰਦੇ ਮੁਸਲਮਾਨ ਤੇ ਫਿਰ ਵੀ ਰਹੋਗੇ, ਤੁਸੀਂ ਮੰਨ ਕੇ ਕੀ ਕਰਨਾ ਫਿਰ? ਜੇ ਪਹਿਲੇ ਹੀ ਮੁਸਲਮਾਨ ਹੋ ਬਾਅਦ ਵੀ ਮੁਸਲਮਾਨ ਹੋ ਤੇ ਫਿਰ ਮੰਨ ਕੇ ਕੀ ਕਰਨਾ? علامہ اقبال نے ایک خط کسی کو لکھا، علامہ اقبال ਤੁਹਾਡਾ حکم و عدل بن گیا. علامہ اقبال نے خط لکھا کسی مولوی کو، اس نے کہا کہ اگر یہ جماعت مولوی محمد علی کے بتائے ہوئے جو مرزا صاحب کے قائد تھے ان کے اوپر مطلب یہ اختلاف نہ کرتی تو اس کا یہ حال نہیں ہونا تھا. علامہ اقبال بھی فاسق سی تے مولوی محمد علی بھی فاسق سی. علامہ اقبال نے دیتے تھے کہ ایسی مولوی محمد علی نو فتوا لا دے مرزا بشیر الدین محمود. مولوی محمد علی دی تے دعا ہی قبول نہیں ہوندی، مردہ خدا ہے اودا. او دار اسلام تو خارج. اس دن میں انہاں کچھ پڑھوا دیتا مردہ خدا ہے، پھر بھی خدا مردہ ہے. پھر اتنے ہی کہندے انہاں پڑھوا دیتا. وہ مرزا صاحب دی گل تے ختم نہیں نہ ہوندی، تسی پڑھوا جو مرضی رہو. مرزا صاحب نے کہا اگر کوئی شہنشاہ صاحب سنیں، مرزا صاحب کہتے ہیں اگر کوئی شخص میرے سے اختلاف رکھتا ہے اور اس پر وہ دلائل قرآن سے ثابت دیتا کرتا ہے، دلائل دیتا ہے قرآن سے، ایسے شخص کو میں دائرہ اسلام سے خارج نہیں کر سکتا. کہاں لکھا ہے انہوں نے؟ وہ میں نے آپ کو اس دن دکھایا ہے. تو وہ کیا ہے بشارت صاحب کی حوالہ؟ نہیں، بشارت صاحب کا حوالہ کا کیا مطلب ہے؟ سارا آپ کو دکھایا ہے. وہ کہتے ہیں تو مرزا صاحب کا حوالہ تو نہیں ہے نا. بشارت صاحب تو خود لاہوری تھے، انہوں نے وہی لکھنا تھا جو ان کے مطابق ہے. دیکھیں یار شہنشاہ صاحب طارق رحمان صاحب کوئی بھی گل نہیں مانتے، ہر گل مرزا صاحب. مرزا صاحب نے کہاں لکھا یہ بات؟ مرزا صاحب نے حوالہ دے رہے بشارت صاحب کا، حکیم نور الدین نے یہ کہا، مرزا محمود نے یہ کہا. بھائی مرزا صاحب کا حوالہ دیں پھر ہم مانیں گے. مرزا صاحب نے اگر کھانسی بھی کی ہے تو وہ کھانسی ہمیں لکھی ہوئی دکھاؤ پھر ہم مانیں گے. ہاں کھانسی کی ہے نہیں کی اس سے کیا فرق پڑتا ہے، لیکن جب آپ کوئی بات ان کی طرف منسوخ کرتے ہیں تو آپ دکھائیں کہ مرزا صاحب نے یہ بات کہی. زندگی میں جتنے واقعات ہوتے ہیں آپ ان کو لکھ لیتے ہیں. نہیں، مرزا صاحب کے جو واقعات ہیں ان کے متعلق کوئی اور کچھ بیان کرتے تو ہمیں